ਜੇ ਸਜ ਜਾਓ ਪ੍ਰੇਮ ਨਾਲ ਅੰਮ੍ਰਿਤਮਏ ਗੁਰਬਾਣੇ ਦੇ ਲੜੀਵਾਰ ਕਥਾ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੂ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟਿ ਇੰਦਰ ਇੰਦਰਾਣੇ ਸਾਹੀ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਿਤ ਤੈ ਸਰਬ ਨਾਮ ਕਥ ਕਵਨ ਕਰਮ ਨਾਮ ਵਰਨਤ ਸੁਮਤ ਮੇਲ ਲਹੁ ਦਇਆਲ ਟਹਿ ਪੈ ਦੁਆਰਿਆ ਰਖ ਲੇਵਾਹੋ ਦੀਨ ਦਇਆਲ ਪ੍ਰਮਤ ਬਹੁ ਹਾਰਿਆ ਭਗਤ ਵਸ਼ਲ ਤੇਰਾ ਬਿਰਦ ਹਰਿ ਪਤਿਤ ਉਧਾਰਿਆ ਤੁਝ ਬਿਨ ਨਾਹੀ ਕੋਈ ਬਿਨਾਉ ਮੋਹੀ ਸਾਰਿਆ ਕਰ ਗਹਿ ਲੇਹੁ ਦਇਆਲ ਸਾਗਰ ਸੰਸਾਰਿਆ ਅੰਮ੍ਰਿ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰਹ ਖੋਵੈ ਗੁਰ ਨਵ ਨਿਧ ਦਰਿਆਉ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ
दर्शन परसै गुरु का जन्म मरण दुख जाई। बेसुमार अथाह अगणत अतुल, ज्यो बुलावहु त्यो नानक दास बोला। ज्यो बुलावहु त्यो नानक दास बोला। सतनाम श्री वाहिगुरु साहिब जी। गौड़ी महला पंजवा। निकसरे पंखी सिमर हर पांख, मिल साधु शरण गह पूरन राम। रतन हुयरे संग राख, निकसरे पंखी सिमर हर पांख। मिल साधु शरण गह पूरन राम। रतन हुयरे संग राख। रहाओ प्रम की कुई तृष्णा रस पंकज, अत तिखण मोह की फांस। काटनहार जगत गुरु गोबिंद, चरण कमल ताके करहो निवास। कर कृपा गोविंद प्रभ प्रीतम, दीनानाथ सुनहो अरदास। कर गह लेहो नानक के स्वामी, जियो पिंड सब तुमरी रास। कर कृपा गोविंद प्रभ प्रीतम, दीनानाथ सुनहो अरदास। कर गहे लेहो नानक के स्वामी, जियो पिंड सब तुमरी रास। वाहिगुरु जी का खालसा, वाहिगुरु जी की फतेह। परम सन्मानयोग गुरु गरीब निवाज कलगीधर दशमेश पिता नीले दे शाह असवार शमशेर बहादुर चिट्टियां बाजां वाले पंथ के वाली अमृत के दाते चोजी प्रीतम सरबंस दानी राजियां दे राजे महाराजियां दे महाराजे पातशाहां सिर पातशाह शाही शहनशाह गुरु गोबिंद सिंह सतगुरु सच्चे पातशाह जी महाराज सरबत जग्यासू जना ते सत संगियां ते किरपालता बख्शिश रहमत करके अपने पावन सतयुगी तप अस्थान तख्त सचखंड श्री हजूर श्री अबचल नगर साहिब जी विखे दसां ही पातशाहियां जी दे पावन आत्मक स्वरूप साहिब सतगुरु श्री गुरु ग्रंथ साहिब सच्चे पातशाह महाराज साहिब जी दी पाक मुकद्दस सत संगत रूपी गोद बख्शिश करके सबना नूं निहाल किरतार्थ कर रहे ने। सतगुरु जी दी आग्या विच चलन वाले सतगुरु जी दे प्यार वाले नेम वाले प्रेम वाले दर्शनां दे अभिलाषी गुरबाणी दे रसीए कीर्तन द्वारा गुरबाणी द्वारा कथा द्वारा आनंद मानन वाले जग्यासू जन सरबत माई भाई गुर चरना विखे आकर के हाजरियां भर करके लाहे प्राप्त कर रहे ने। सतगुरु जी दे पावन दर्शन दीदार अमृत गुरबाणी दा कीर्तन उपदेशां नूं श्रवण करिया है।
ਹੁਣ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਵਨ ਤਖਤ ਸਾਹਿਬ ਜੀ ਦੀ ਨਿੱਤ ਦੀ ਮਰਿਆਦਾ ਦੇ ਅਨੁਸਾਰ ਵਕਤ ਹੈ ਗਰੀਬ ਨਿਵਾਜ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਰਵਣ ਕਰਨੇ ਦਾ। ਸਰਬਤ ਮਾਈ ਭਾਈ ਜਗਿਆਸੂ ਜਨ ਨੇਮੀ ਪ੍ਰੇਮੀ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਸਤਿਗੁਰੂ ਜੀ ਦੀ ਸ਼ਰਵਣ ਭਗਤੀ ਨੂੰ ਕਰਨਾ ਕਰੀਏ। ਰਸਨਾ ਦੀ ਪਵਿੱਤਰਤਾ ਤੇ ਹਿਰਦੇ ਦੀ ਇਕਾਗਰਤਾ ਵਾਸਤੇ ਪਿਆਰ ਦੇ ਨਾਲ ਉਚਾਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਗਰੀਬ ਨਿਵਾਜ ਸਤਿਗੁਰੂ ਪਰਮ ਪਿਤਾ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਪੰਜਵੇਂ ਸਵਰੂਪ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਗੁਰਬਾਣੀ ਦੇ ਮੁਜਸਮੇ ਅੰਮ੍ਰਿਤ ਉਪਦੇਸ਼ ਦੇ ਫਰਮਾਵਣੇ ਵਾਲੇ ਸਿੱਖਾਂ ਦੇ ਉਧਾਰ ਕਰਤਾ ਹਲਤ ਪਲਤ ਰੱਖਿਅਕ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਜਗਿਆਸੂ ਜਨਾਂ ਨੇ ਸਿੱਖਾਂ ਨੇ ਪ੍ਰੇਮੀਆਂ ਨੇ ਅਰਜ਼ ਗੁਜ਼ਾਰੀ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਓ, ਪੰਕ ਜੋ ਮੋਹ ਪੱਗ ਨਹੀਂ ਚਾਲੈ। ਮਹਾਰਾਜ ਸੰਸਾਰ ਦੇ ਵਿੱਚ ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆਂ ਪਦਾਰਥਾਂ ਦੇ ਤੇ ਸੰਬੰਧੀਆਂ ਦਾ ਜਿਹੜਾ ਮੋਹ ਰੂਪੀ ਚਿੱਕੜ ਹੈ ਨਾ, ਇਹਦੇ ਵਿੱਚੋਂ ਸਾਡਾ ਮਨ ਰੂਪੀ ਪੈਰ ਇੱਕ ਕਦਮ ਵੀ ਅੱਗੇ ਨਹੀਂ ਚੱਲਦਾ ਹੈ। ਪੰਕ ਜੋ ਮੋਹ, ਪੰਕ ਦਾ ਭਾਵ ਹੈ ਚਿੱਕੜ, ਜਿਹੜਾ ਮੋਹ ਰੂਪੀ ਚਿੱਕੜ ਹੈ ਪੱਗ ਨਹੀਂ ਚੱਲਦਾ, ਮਨ ਰੂਪੀ ਪੈਰ ਸਾਡਾ ਅੱਗੇ ਚੱਲਦਾ ਹੀ ਨਹੀਂ। ਦਲ ਦਲ ਦੇ ਵਿੱਚ ਐਸਾ ਧਸਿਆ ਹੋਇਆ ਹੈ, ਖੁੱਬਿਆ ਹੋਇਆ ਹੈ, ਇੱਕ ਕਦਮ ਵੀ ਅੱਗੇ ਤੁਰਦਾ ਨਹੀਂ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰੋ, ਸਾਡੇ ਹਿਰਦੇ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਵੇ। ਭਗਤੀ ਦੇ ਪ੍ਰਤਾਪ ਦੁਆਰਾ ਆਪ ਜੀ ਦੀ ਕਿਰਪਾ ਦੇ ਸਦਕਾ ਨਾਮ ਦਾ ਰੰਗ ਲੱਗ ਜਾਵੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀਓ ਇਸ ਮੋਹ ਰੂਪੀ ਚਿੱਕੜ ਦੇ ਵਿੱਚੋਂ ਅਸੀਂ ਨਿਕਲ ਜਾਈਏ, ਆਪ ਜੀ ਦੀ ਸਨਮੁਖਤਾ ਪ੍ਰਾਪਤ ਕਰੀਏ, ਚਰਨਾਂ ਵਿਖੇ ਪ੍ਰਵਾਨ ਚੜ ਜਾਈਏ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਉਕਤੀਆਂ ਜੁਗਤੀਆਂ ਦੇ ਨਾਲ ਵਿਸ਼ੇਸ਼ ਕਰਕੇ ਸਮਝਾਵਣਾ ਕਰਦੇ ਨੇ ਨਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਜਿਹੋ ਜਿਹਾ ਵੀ ਜਗਿਆਸੂ ਆਉਂਦਾ ਹੈ, ਹਰ ਰੋਜ਼ ਨਿਤ ਨਵੇਂ ਜਗਿਆਸੂ ਆਉਂਦੇ ਨੇ, ਹਰ ਰੋਜ਼ ਨਿਤ ਨਵੇਂ ਸਵਾਲ ਕਰਦੇ ਨੇ। ਧੰਨ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸਭਨਾਂ ਦੇ ਮਨ ਦੀ ਅਵਸਥਾ ਦੇਖ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਨੇ। ਜਿੰਨੀ ਜਿੰਨੀ ਕਿਸੇ ਦੇ ਹਿਰਦੇ ਦੀ ਅਵਸਥਾ ਹੈ ਨਾ, ਗਰੀਬ ਨਿਵਾਜ ਸਾਹਿਬ ਦੀ ਅਵਸਥਾ ਦੇ ਹਿਸਾਬ ਦੇ ਨਾਲ ਉਪਦੇਸ਼ ਫਰਮਾ ਕਰਕੇ ਉਕਤੀਆਂ ਦੇ ਨਾਲ ਜੁਗਤੀਆਂ ਦੇ ਨਾਲ ਸਹਿਤ ਗਿਆਨ ਦੇ ਸਮਝਾਵਣਾ ਕਰਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਜਦੋਂ ਮੋਹ ਰੂਪੀ ਚਿੱਕੜ ਦੀ ਬਾਤ ਜਗਿਆਸੂ ਜਨਾਂ ਨੇ ਕਹੀ ਹੈ ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਪੰਛੀ ਦਾ ਫਿਰ ਬੜਾ ਸੋਹਣਾ ਰੂਪਕ ਅਲੰਕਾਰ ਬਨ ਕਰਕੇ ਸਿੱਖਿਆ ਦੇਣਾ ਕੀਤੀ ਹੈ। ਭਾਈ ਤੇਰੀ ਜਿਹੜੀ ਜੀਵ ਆਤਮਾ ਹੈ ਇਹ ਇੱਕ ਪੰਛੀ ਵਰਗੀ ਹੈ, ਪੰਛੀ ਵਰਗੀ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਕੇਵਲ ਇਸ ਸ਼ਬਦ ਦੇ ਵਿੱਚ ਹੀ ਨਹੀਂ, ਗੁਰਬਾਣੀ ਦੇ ਅੰਦਰ ਹੋਰ ਵੀ ਥਾਂ ਪੁਰ ਥਾਂ ਗੁਰਬਾਣੀ ਨੂੰ ਪੰਛੀ ਕਹਿਣਾ ਕੀਤਾ ਹੈ। ਇਸੇ ਪ੍ਰਕਾਰ ਭਗਤ ਰਵਿਦਾਸ ਸਾਹਿਬ ਜੀ ਦੇ ਬਚਨ ਨੇ ਨਾ, ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਵਸੈ ਵਿਚਾਰਾ, ਜਲ ਕੀ ਭੀਤ ਪਵਨ ਕਾ ਥੰਬਾ ਰਖਤ ਬੂੰਦ ਕਾ ਗਾਰਾ। ਦੋ ਭਰਾ ਸਨ, ਉਹਨਾਂ ਦਾ ਬਾਪ ਧਨਾੜ ਸ਼ਾਹੂਕਾਰ ਸੀ। ਜਦੋਂ ਬਾਪ ਉਹਨਾਂ ਦਾ ਮਰ ਗਿਆ ਤੇ ਦੋਵਾਂ ਭਰਾਵਾਂ ਦੇ ਵਿੱਚ ਹਵੇਲੀ ਇਤਿਆਦਿਕ ਜਾਇਦਾਦ ਨੂੰ ਵੰਡ ਦਾ ਝਗੜਾ ਪੈ ਗਿਆ। ਬੜੇ ਯਤਨ ਕੀਤੇ, ਝਗੜਾ ਨਹੀਂ ਸੁਲਝਿਆ ਤੇ ਚੱਲ ਕਰਕੇ ਭਗਤ ਰਵਿਦਾਸ ਸਾਹਿਬ ਜੀ ਦੇ ਕੋਲ ਆਏ। ਬੇਨਤੀ ਕੀਤੀ, ਭਗਤ ਜੀ ਆਪ ਜੀ ਸਤਿਪੁਰਖ ਹੋ, ਪਰਮਾਤਮਾ ਜੀ ਦੇ ਪਿਆਰੇ ਹੋ, ਆਪ ਜੀ ਦੇ ਮੁਖਾਰ ਬਿੰਦ ਚੋਂ ਹਰ ਇੱਕ ਨਿਕਲਿਆ ਬਚਨ ਵੀ ਸੱਚਾ ਤੇ ਸਭਨਾਂ ਦੇ ਮੰਨਣ ਯੋਗ ਹੈ। ਸਾਡੇ ਝਗੜੇ ਦਾ ਵੀ ਨਿਬੇੜਾ ਤੁਸੀਂ ਕਰ ਦੇਵੋਗੇ ਮਹਾਰਾਜ, ਜੋ ਤੁਸੀਂ ਕਹਿ ਦੇਵੋਗੇ ਅਸੀਂ ਮੰਨ ਲਵਾਂਗੇ। ਜਦੋਂ ਹੁਣ ਝਗੜੇ ਦੀ ਬਾਤ ਕਹੀਏ, ਵੰਡ ਦਾ ਬਚਨ ਕਹਿਆ ਤੇ ਭਗਤ ਸਾਹਿਬ ਜੀ ਫਰਮਾਵਣਾ ਕਰਦੇ ਨੇ, ਜਲ ਕੀ ਭੀਤ ਪਵਨ ਕਾ ਥੰਬਾ ਰਖਤ ਬੂੰਦ ਕਾ ਗਾਰਾ। ਭਾਈ ਜਿਸ ਸਰੀਰ ਤੇ ਪਦਾਰਥਾਂ ਦੇ ਮਾਣ ਕਰਦੇ ਹੋ, ਕੋਈ ਸਦਾ ਰਹਿਣ ਵਾਲਾ ਥੋੜਾ ਹੈ। ਸਮੁੰਦਰ ਦੇ ਉੱਪਰ, ਪਾਣੀ ਦੇ ਉੱਪਰ ਬੇਅੰਤ ਲਹਿਰਾਂ ਪੈਂਦੀਆਂ ਨੇ,
ਤੇ ਜਦੋਂ ਹਵਾ ਤੇਜ਼ ਹੋਵੇ ਪਾਣੀ ਦੀਆਂ ਲਹਿਰਾਂ 5-5 7-7 ਫੁੱਟ ਉੱਚੀਆਂ ਇਸ ਪ੍ਰਕਾਰ ਆਉਂਦੀਆਂ ਜਿਵੇਂ ਪਾਣੀ ਦੀ ਕੰਧ ਤੁਰੀ ਆ ਰਹੀ ਹੋਵੇ, ਪਰ ਕਿਨਾਰੇ ਦੇ ਨਾਲ ਟਕਰਾ ਕਰਕੇ ਉਹ ਜਿਹੜੀ ਸੱਲ ਰੂਪੀ ਕੰਧ ਹੈ, ਲਹਿਰ ਰੂਪੀ ਕੰਧ ਹੈ, ਸਮਾਪਤ ਹੋ ਜਾਂਦੀ ਹੈ। ਇਸ ਪ੍ਰਕਾਰ ਦੀਵਾਰ ਪਾਣੀ ਦੀ ਨਜ਼ਰ ਆਉਂਦੀ ਹੈ, ਪਰ ਹੱਥ ਲਾ ਕਰਕੇ ਦੇਖੋ ਜਾਂ ਨਜ਼ਰ ਦੇ ਨਾਲ ਦੇਖਣਾ ਕਰੋ, ਉਹ ਜਿਹੜੀ ਦੀਵਾਰ ਹੈ ਸਦਾ ਰਹਿੰਦੀ ਨਹੀਂ। ਹਵਾ ਦੇ ਨਾਲ ਵਾਵ ਰੋਲਾ ਬਣਦਾ ਹੈ ਤੇ ਵਾਵ ਰੋਲਾ ਬਣਿਆ ਇੱਕ ਗੋਲ ਆਕਾਰ ਧਾਰਨ ਕਰਕੇ ਉੱਪਰ ਨੂੰ ਉੱਡਦਾ ਹੈ ਤੇ ਐਵੇਂ ਦੂਰੋਂ ਪ੍ਰਤੀਤ ਹੁੰਦਾ ਜਿਵੇਂ ਕੋਈ ਵੱਡਾ ਭਾਰਾ ਥੰਮ ਹੈ। ਥੰਮ ਵਾਂਗੂ ਗੋਲ ਤੇ ਵੱਡਾ ਭਾਰਾ ਉੱਚਾ ਪ੍ਰਤੀਤ ਹੁੰਦਾ ਹੈ, ਪਰ ਹਵਾ ਦੇ ਸ਼ਾਂਤ ਹੋਣ ਦੇ ਨਾਲ ਵਾਵ ਰੋਲਾ ਵੀ ਸ਼ਾਂਤ ਹੋ ਜਾਂਦਾ ਤੇ ਉਹ ਜਿਹੜਾ ਥੰਮ ਹੈ ਫਿਰ ਨਜ਼ਰ ਨਹੀਂ ਆਉਂਦਾ। ਪਾਣੀ ਦੀ ਲਹਿਰ ਦੀਵਾਰ ਵਾਂਗੂ ਨਜ਼ਰ ਆਉਂਦੀ ਹੈ, ਪਰ ਉਹ ਨਜ਼ਰ ਦਾ ਭੁਲੇਖਾ ਹੈ ਨਹੀਂ। ਵਾਵ ਰੋਲਾ ਥੰਮ ਵਰਗਾ ਨਜ਼ਰ ਆਉਂਦਾ, ਪਰ ਉਹ ਨਜ਼ਰ ਦਾ ਭੁਲੇਖਾ ਥੰਮ ਹੈ ਨਹੀਂ। ਇਸੇ ਪ੍ਰਕਾਰ ਫਰਮਾਵਣਾ ਕਰਦੇ ਨੇ, ਭਾਈ ਇਹ ਜਿਹੜਾ ਤੇਰਾ ਸਰੀਰ ਹੈ ਨਾ, ਜਲ ਕੀ ਭੀਤ, ਜਲ, ਧਰਤੀ, ਆਕਾਸ਼, ਇਸੇ ਪ੍ਰਕਾਰ ਅਗਨੀ ਤੇ ਹਵਾ, ਇਹਨਾਂ 5 ਤੱਤਾਂ ਦੀ ਪ੍ਰਮਾਤਮਾ ਜੀ ਨੇ ਤੇਰੀ ਸਰੀਰ ਰੂਪੀ ਇੱਕ ਕੰਧ ਬਣਾਈ ਹੈ। ਪਵਨ ਕਾ ਥੰਬਾ, ਹਵਾ ਦਾ ਵਿੱਚ ਥੰਮਾ, ਵਿੱਚ ਪਿੱਲਰ ਥੰਮ ਦਿੱਤਾ ਕਿਹੜਾ ਜੀ, ਜਿਹੜੇ ਸਵਾਸ ਚੱਲਦੇ ਨੇ। ਰਕਤ ਬੂੰਦ ਕਾ ਗਾਰਾ, ਮਾਤਾ ਦੇ ਸਰੀਰ ਦੀ ਰਕਤ, ਲਹੂ ਤੇ ਪਿਤਾ ਦੇ ਸਰੀਰ ਦੀ ਅੰਸ਼ ਮਿਲ ਕਰਕੇ ਤੇਰੇ ਸਰੀਰ ਨੂੰ ਗਾਰਾ ਲੱਗਿਆ। ਇਸੇ ਪ੍ਰਕਾਰ ਹਾਡ ਮਾਸ ਨਾੜੀ ਕੋ ਪਿੰਜਰ, ਪਿਤਾ ਦੀ ਅੰਸ਼ ਤੋਂ ਤੇਰੇ ਸਰੀਰ ਦੇ ਅੰਦਰ ਹੱਡ ਬਣ ਗਏ। ਮਾਤਾ ਦੇ ਰਕਤ ਤੋਂ ਤੇਰੇ ਸਰੀਰ ਦੇ ਉੱਪਰ ਜਿਹੜਾ ਪੋਚਾ ਲੱਗਿਆ ਹੋਇਆ ਨਾ ਮਾਸ ਦਾ, ਇਹ ਚਮੜੀ ਬਣ ਗਈ, ਚੰਮ ਬਣ ਗਿਆ। ਇਸ ਹੱਡ ਮਾਸ ਤੇ ਨਾੜੀਆਂ ਦੇ ਪਿੰਜਰ ਦੇ ਅੰਦਰ ਪੰਖੀ ਵਸੈ ਵਿਚਾਰਾ, ਅੰਦਰ ਵਸਦਾ ਹੈ ਜੀਵ ਰੂਪ ਪੰਛੀ। ਤੇ ਜਿਹੜਾ ਤੁਸੀਂ ਝਗੜਾ ਕਰਦੇ ਹੋ, ਇਹ ਪਦਾਰਥ ਮੇਰੇ ਨੇ, ਇਹ ਹਵੇਲੀ ਮੇਰੀ ਹੈ, ਇਹ ਧਨ ਮੇਰਾ ਪ੍ਰਾਣੀ, ਕਿਆ ਤੇਰਾ ਕਿਆ ਮੇਰਾ, ਇਹਨਾਂ ਪਦਾਰਥਾਂ ਦੇ ਵਿੱਚ ਨਿਰਣੇ ਕਰਕੇ ਜਾਣ ਕੇ ਦੇਖੋ ਤੇਰਾ ਕੀ ਹੈ ਤੇ ਮੇਰਾ ਕੀ ਹੈ। ਨਾ ਕੁਛ ਤੇਰਾ ਹੈ ਨਾ ਕੁਛ ਮੇਰਾ ਹੈ। ਆਪਣਾ ਤੇ ਪਦਾਰਥ ਉਹ ਹੋਵੇ ਨਾ ਜਿਹੜਾ ਨਾਲ ਲੈ ਕੇ ਜਾਣਾ ਹੋਵੇ, ਜਿਹੜਾ ਨਿਭਣਾ ਹੋਵੇ, ਤੇ ਨਾ ਤੇਰੇ ਨਾਲ ਕੁਛ ਜਾਣਾ ਨਾ ਮੇਰੇ ਨਾਲ ਕੁਛ ਜਾਣਾ, ਤੇ ਫਿਰ ਤੇਰ ਮੇਰ ਕਾਦੀ ਏ, ਫਿਰ ਝਗੜਾ ਖੇਰਾ ਏ। ਜੈਸੇ ਤਰਵਰ ਪੰਖ ਬਸੇਰਾ, ਸੰਸਾਰ ਦੇ ਵਿੱਚ ਆ ਕਰਕੇ ਰਹਿਣਾ ਇਸ ਪ੍ਰਕਾਰ ਹੈ, ਜੈਸੇ ਤਰਵਰ ਪੰਖ ਬਸੇਰਾ, ਪੰਖੀ ਦਾ, ਪੰਛੀ ਦਾ ਦਰਖਤ ਦੇ ਉੱਪਰ ਵਾਸਾ ਹੈ। ਇਥੇ ਸਤਿਗੁਰੂ ਜੀ ਨੇ ਪੰਛੀ ਦਾ ਦ੍ਰਿਸ਼ਟਾਂਤ ਦਿੱਤਾ ਹੈ। ਇਸ ਕਰਕੇ ਗੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਚੰਗੀ ਤਰ੍ਹਾਂ ਸਾਡੀ ਸਮਝ ਵਿੱਚ ਆ ਜਾਵੇ, ਪਾਤਸ਼ਾਹ ਜੀ ਦਾ ਫਰਮਾਨ ਉਪਦੇਸ਼ ਚੰਗੀ ਤਰ੍ਹਾਂ ਸਮਝ ਵਿੱਚ ਆ ਜਾਵੇ। ਪੰਛੀ ਵਾਲਾ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦ੍ਰਿਸ਼ਟਾਂਤ ਦੇ ਰਹੇ ਨੇ, ਆਪ ਜੀ ਦੇ ਸਮਕਸ਼ ਆਪ ਜੀ ਦੀ ਨਜ਼ਰ ਕੀਤਾ ਜਾ ਰਿਹਾ ਹੈ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ ਨਾ, ਬਿਰਖਾ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਇਹ ਜਿਹੜਾ ਆਕਾਸ਼ ਹੈ ਨਾ, ਆਕਾਸ਼, ਮਨਮੋਹਨ ਸਿੰਘ ਜੀ ਟੀਕਾਕਾਰ ਆਪਣੇ ਟੀਕੇ ਦੇ ਅੰਦਰ ਲਿਖਣਾ ਕਰਦੇ ਨੇ, ਸਟੀਕ ਦੇ ਅੰਦਰ ਲਿਖਣਾ ਕਰਦੇ ਨੇ ਕਿ ਆਕਾਸ਼ ਇੱਕ ਦਰਖਤ ਹੈ ਤੇ ਦਰਖਤ ਦੇ ਹੇਠਾਂ ਸਾਰੀ ਸ੍ਰਿਸ਼ਟੀ ਦੇ ਜੀਵ ਰੂਪੀ ਪੰਛੀ ਆ ਕਰਕੇ ਇਕੱਠੇ ਹੋਏ ਨੇ। ਇਸੇ ਪ੍ਰਕਾਰ ਫਰੀਦਕੋਟ ਵਾਲਾ ਰਾਜੇ ਦਾ ਟੀਕਾ ਜਿਹੜਾ ਵਿਦਵਾਨਾਂ ਦੇ ਪਾਸੋਂ ਕਰਵਾਇਆ, ਪੜ੍ਹਨਾ ਕਰੀਏ ਤੇ ਫਰੀਦਕੋਟ ਵਾਲੇ ਟੀਕੇ ਦੇ ਅੰਦਰ ਲਿਖਿਆ, ਘਰ ਗ੍ਰਸਥ ਪਰਿਵਾਰ ਇਤਿਆਦਿਕ ਜਿਤਨਾ ਕੁਟੰਬ ਹੈ ਨਾ, ਇਹ ਸਾਰਾ ਇੱਕ ਦਰਖਤ ਦੀ ਨਿਆਈ ਹੈ। ਤੇ ਸਾਰੇ ਜਿਹੜੇ ਜੀ ਨੇ, ਪਰਿਵਾਰਿਕ ਮੈਂਬਰ ਨੇ, ਇਸ ਸੰਸਾਰ ਦੇ ਅੰਦਰ ਕੁੱਲ ਰੂਪੀ ਖਾਨਦਾਨ ਰੂਪੀ ਦਰਖਤ ਦੇ ਹੇਠਾਂ ਸਾਰੇ ਇਕੱਠੇ ਹੋਏ ਨੇ। ਤੇ ਜੇਕਰ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਟੀਕਾ ਪੜ੍ਹਨਾ ਕਰੀਏ ਤੇ ਉਹਨਾਂ ਨੇ ਲਿਖਣਾ ਕੀਤਾ ਕਿ ਇਹ ਜਿਹੜਾ ਸੰਸਾਰ ਹੈ, ਸੰਸਾਰ ਇੱਕ ਦਰਖਤ ਹੈ ਤੇ ਜਿਤਨੇ ਵੀ ਜੀਵ ਨੇ ਸਾਰੇ ਪੰਛੀ ਨੇ। ਭਾਵੇਂ ਕਿਸੇ ਨੇ ਦਰਖਤ ਆਕਾਸ਼ ਨੂੰ ਮੰਨਿਆ, ਪਰਿਵਾਰ ਨੂੰ ਮੰਨਿਆ ਜਾਂ ਸੰਸਾਰ ਨੂੰ ਮੰਨਿਆ, ਪਰ ਪੰਛੀ ਵਾਲਾ ਅਰਥ ਸਾਰਿਆਂ ਦਾ ਇੱਕ ਹੈ ਕਿ ਸਭ ਜਨਤੇ ਇਕੱਠੇ, ਜਿੰਨੇ ਜੀਵ ਨੇ ਸਾਰੇ ਇਸ ਸੰਸਾਰ ਰੂਪੀ ਬ੍ਰਿਸ਼ ਤੇ, ਘਰ ਪਰਿਵਾਰ ਗ੍ਰਸਥ ਰੂਪੀ ਬ੍ਰਿਸ਼ ਤੇ ਸਾਰੇ ਇਕੱਠੇ ਹੋਏ ਨੇ। ਇੱਕ ਤਮੋ ਗੁਣੀ ਵਾਲੇ ਜਿਹੜੇ ਨੇ ਬੜਾ ਤੱਤਾ ਬੋਲਦੇ ਨੇ, ਬੜਾ ਗਰਮ ਬੋਲਦੇ ਨੇ, ਬੜਾ ਗੁੱਸੇ ਵਾਲਾ ਸੁਭਾਅ ਉਹਨਾਂ ਦਾ, ਕੌੜੇ ਬਚਨ ਬੋਲਦੇ ਨੇ। ਤੇ ਇੱਕ ਸਤੋ ਗੁਣੀ ਐਸੇ ਨੇ, ਇੱਕ ਬੋਲਣ ਮਿੱਠੇ, ਬੜੇ ਮਿੱਠੇ ਬੋਲ ਬੋਲਦੇ ਨੇ, ਬੜੇ ਪਿਆਰੇ ਬੋਲ ਬੋਲਦੇ ਨੇ।
ਜਿਵੇਂ ਪ੍ਰਤੱਖ ਦਰਖਤ ਦੇ ਉੱਪਰ ਕਾਂ ਇਤਿਆਦਿਕ ਆ ਕੇ ਬੈਠ ਜਾਵੇ ਤੇ ਬੜਾ ਬੇਸੁਰਾ ਬੋਲਦਾ ਹੈ, ਪਰ ਜੇ ਕੋਇਲ ਪੰਛੀ ਆ ਕਰਕੇ ਬੈਠ ਜਾਵੇ ਤੇ ਫਿਰ ਕੋਇਲ ਦੀ ਸੁਰ ਬੜੀ ਮਿੱਠੀ ਹੁੰਦੀ ਏ, ਬੜਾ ਮਿੱਠਾ ਰਾਗ ਅਲਾਪਦੀ ਏ। ਜਿਵੇਂ ਦੁਨਿਆਵੀ ਪੰਛੀ ਬੇਸੁਰਾ ਤੇ ਮਿੱਠਾ ਬੋਲਦੇ ਨੇ, ਇਸੇ ਪ੍ਰਕਾਰ ਜੀਵ ਮਨੁੱਖ ਵੀ ਜਿਹੜੇ ਨੇ ਤਮੋ ਗੁਣੀ ਬਿਰਤੀ ਵਾਲੇ ਕੌੜਾ ਬੋਲਦੇ ਨੇ, ਤੇ ਸਤੋ ਗੁਣੀ ਬਿਰਤੀ ਵਾਲੇ ਜਿਹੜੇ ਨੇ ਉਹ ਮਿੱਠਾ ਬੋਲਦੇ ਨੇ। ਅਸਤ ਉਦੋਤ ਭਇਆ ਉੱਠ ਚੱਲੇ। ਜਦੋਂ ਸੂਰਜ ਅਸਤ ਹੋਇਆ ਸੀ, ਛਿਪ ਗਿਆ ਸੀ, ਡੁੱਬ ਗਿਆ ਸੀ, ਤੇ ਸਾਰੇ ਜੀਵ ਰੂਪ ਜਿਹੜੇ ਪੰਛੀ ਸੀ ਦਰਖਤ ਤੇ ਆ ਕੇ ਬੈਠ ਗਏ। ਉਦੋਤ ਭਇਆ, ਜਦੋਂ ਸੂਰਜ ਚੜ ਆਇਆ ਨਾ, ਪੌ ਫਟਾਲਾ ਹੋਇਆ, ਸੂਰਜ ਦੀਆਂ ਕਿਰਨਾਂ ਧਰਤੀ ਤੇ ਪਈਆਂ, ਤੇ ਸਾਰੇ ਪੰਛੀ ਜਿਹੜੇ ਸੀ ਉੱਠ ਕੇ ਚੱਲ ਪਏ, ਉਡਾਰੀਆਂ ਮਾਰ ਕੇ ਚੋਗਾ ਚੁਗਣ ਲਈ ਚਲੇ ਗਏ। ਇਸੇ ਪ੍ਰਕਾਰ ਹਜ਼ੂਰ ਫਰਮਾਵਣਾ ਕਰਦੇ ਨੇ, ਸੰਸਾਰ ਰੂਪੀ ਬ੍ਰਿਸ਼ ਤੇ ਜੀਵਾਂ ਰੂਪੀ ਪੰਛੀ ਆ ਕਰਕੇ ਬੈਠੇ ਨੇ। ਇੱਕ ਤੇ ਸਦਾ ਮਨਮੁਖਤਾਈ ਦੇ ਗਾਫਲਤਾਈ ਦੇ ਵਿੱਚ ਗਲਤਾਨ ਹੋ ਕਰਕੇ ਮਨਮੁਖਤਾਈ ਦੇ ਕੌੜੇ ਬੋਲ ਬੋਲਦੇ ਰਹਿੰਦੇ ਨੇ। ਇੱਕ ਗੁਰਮੁਖ ਪਿਆਰੇ ਸਤਿਗੁਰੂ ਜੀ ਦੀ ਪਿਆਰੀ ਤੇ ਮਿੱਠੀ ਗੁਰਬਾਣੀ ਰੂਪੀ ਮਿੱਠੇ ਬੋਲਾਂ ਨੂੰ ਬੋਲਦੇ ਨੇ। ਜਿਸ ਵੇਲੇ ਕਰਮ ਭਾਗ ਉਹਦੇ ਫਲ ਦੇਣ ਵਾਸਤੇ ਪ੍ਰਗਟ ਹੋਏ ਤੇ ਸਰੀਰਾਂ ਨੂੰ ਧਾਰਨ ਕਰਕੇ ਜੀਵ ਆ ਗਏ, ਉਦੋਤ ਭਇਆ ਉੱਠ ਚੱਲੇ। ਜਦੋਂ ਕਾਲ ਰੂਪੀ ਦਿਨ ਚੜ ਗਿਆ, ਮੌਤ ਰੂਪੀ ਸਵੇਰਾ ਚੜ ਗਿਆ ਨਾ, ਫਿਰ ਵਾਰੀ ਆਪੋ ਆਪਣੀ ਕੋਏ ਨਾ ਬੰਦਾ ਧੀਰ। ਆਪੋ ਆਪਣੀ ਵਾਰੀ ਦੇ ਅਨੁਸਾਰ ਸਾਰੇ ਦੁਨੀਆ ਤੋਂ ਉੱਠ ਕੇ ਚੱਲ ਪੈਂਦੇ ਨੇ। ਕੱਲੇ ਆਵਹਿ ਨਾਨਕਾ ਸਦੇ ਉੱਠੀ ਜਾਹੇ, ਜਿਉ ਜਿਉ ਆਓ ਦੇ ਵਿਹਾਣੀਆਂ। ਜਿਵੇਂ ਜਿਵੇਂ ਕਿਸੇ ਦੀ ਉਮਰ ਬਤੀਤ ਹੁੰਦੀ ਜਾਂਦੀ ਏ, ਤਿਵੇਂ ਤਿਵੇਂ ਸੰਸਾਰ ਤੋਂ ਉੱਠ ਕੇ ਤੁਰੇ ਜਾਂਦੇ ਨੇ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਪਾਪ ਕਰੇਂਦੜ ਸਰ ਪਰ ਮੁੱਠੇ। ਜਿਹੜੇ ਤੇ ਇੱਥੇ ਆ ਕਰਕੇ ਪਾਪ ਕਰਮਾਂ ਨੂੰ ਕਰਦੇ ਨੇ, ਜ਼ਰੂਰ ਪਰ ਜ਼ਰੂਰ ਉਹਨਾਂ ਦੇ ਸ਼ੁਭ ਕਰਮਾਂ ਰੂਪੀ ਧਨ ਲੁੱਟਿਆ ਜਾਵੇਗਾ। ਅਜ਼ਰਾਈਲ ਫੜੇ ਫੜ ਕੁੱਠੇ। ਅਜ਼ਰਾਈਲ, ਜ਼ਬਰਾਈਲ, ਮਿਕਾਇਲ ਇਤਿਆਦਿਕ 4 ਫਰਿਸ਼ਤੇ ਮੰਨੇ ਜਾਂਦੇ ਨੇ ਨਾ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਅਜ਼ਰਾਈਲ ਫਰਿਸ਼ਤਾ ਫਿਰ ਪਾਪੀਆਂ ਨੂੰ ਫੜ ਫੜ ਕੇ ਕੋਹਦਾ ਹੈ, ਬੜੀਆਂ ਸਜ਼ਾਵਾਂ ਦਿੰਦਾ ਨਰਕਾਂ ਦੇ ਅੰਦਰ। ਇਸੇ ਪ੍ਰਕਾਰ ਦੋਜ਼ਕ ਪਾਏ ਸਿਰਜਣਹਾਰੇ, ਲੇਖਾ ਮੰਗਾ ਬਾਣੀਆਂ। ਸਿਰਜਣਹਾਰੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਧਰਮ ਰਾਜਾ ਪਾਪੀਆਂ ਨੂੰ ਫੜ ਕਰਕੇ ਨਰਕਾਂ ਦੇ ਵਿੱਚ ਪਾਉਂਦਾ। ਤੇ ਜਿਵੇਂ ਫਿਰ ਬਾਣੀਆਂ ਹਿਸਾਬ ਕਰਨ ਬੈਠੇ ਤੇ ਪਾਈ ਪਾਈ ਪੈਸਾ ਦਾ ਹਿਸਾਬ ਕਰਦਾ ਨਾ, ਧਰਮ ਰਾਜਾ ਫਿਰ ਸਵਾਸ ਦਾ ਲੇਖਾ ਲੈਂਦਾ ਹੈ। ਫਿਰ ਕਿਸੇ ਪ੍ਰਕਾਰ ਦੀ ਉੱਥੇ ਢਿੱਲ ਨਹੀਂ ਹੁੰਦੀ। ਰੱਤੀ ਉਹ ਮਾਸਾ ਤੋਲ ਕਢਾ ਬਣਿਆ, ਤੋਲੇ ਤੋਲੇ ਦਾ, ਤੋਲੇ ਦੇ ਵਿੱਚੋਂ ਮਾਸੇ ਦਾ, ਮਾਸੇ ਦੇ ਵਿੱਚੋਂ ਰੱਤੀ ਭਰਦਾ ਵੀ ਲੇਖਾ ਧਰਮ ਰਾਜਾ ਫਿਰ ਛੱਡਦਾ ਨਹੀਂ। ਬੜਾ ਸੂਖਮ ਲੇਖਾ ਹੁੰਦਾ ਹੈ। ਇਸੇ ਪ੍ਰਕਾਰ ਇੱਥੇ ਪਾਵਨ ਉਪਦੇਸ਼ ਦੇ ਅੰਦਰ ਗੌੜੀ ਰੱਪਰ ਆਪਣਾ ਜਾਲ ਵਿਛਾ ਦਿੰਦਾ ਹੈ। ਪੰਛੀ ਵਿਚਾਰੇ ਆਉਂਦੇ ਨੇ ਖੁਰਾਕ ਪ੍ਰਾਪਤ ਕਰਨ ਵਾਸਤੇ, ਪਰ ਜਾਲ ਦੇ ਵਿੱਚ ਫਸ ਜਾਂਦੇ ਨੇ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਸੁੰਦਰ ਰੂਪਕ ਅਲੰਕਾਰ ਬੰਨਣਾ ਕੀਤਾ ਹੈ। ਸੰਸਾਰ ਇੱਕ ਨਦੀ ਦਾ ਪ੍ਰਵਾਹ ਹੈ। ਇਸੇ ਪ੍ਰਕਾਰ ਇਸ ਦੇ ਪਾਸ ਜਿਹੜੀ ਛੰਭ ਕਿਹੜੀ ਹੈ, ਪਦਾਰਥਾਂ ਰੂਪੀ ਪਾਣੀ ਹੈ। ਤੇ ਕਾਲ ਰੂਪੀ ਸ਼ਿਕਾਰੀ ਨੇ ਮੋਹ ਰੂਪੀ ਜਾਲ ਇਸ ਦੇ ਉੱਪਰ ਪਾ ਦਿੱਤਾ ਹੋਇਆ ਹੈ। ਕਾਲ ਅਹੇਰੀ ਫਿਰੈ ਬਦਕ ਜਿਉ, ਕਾਹੋ ਕਵਨ ਬਿਦ ਕੀਜੈ। ਜਿਹੜਾ ਕਾਲ ਹੈ ਸ਼ਿਕਾਰੀ ਦਾ, ਫੰਦਕ ਦਾ ਰੂਪ ਧਾਰਨ ਕਰਕੇ ਜੀਵ ਦੇ ਪਿੱਛੇ ਪਿਆ ਹੋਇਆ ਹੈ। ਸਾਹ ਗਿਣਦਾ ਕਦੋਂ ਪੂਰੇ ਹੋਣ ਤੇ ਕਦੋਂ ਜਿੰਦ ਕੱਢ ਲਵਾਂ। ਕਹਿਣਾ ਕਰੋ ਖਾਂ ਕਿਹੜਾ ਉਪਾਅ ਇਸ ਤੋਂ ਬਚਣ ਦਾ ਹੋ ਸਕਦਾ ਹੈ। ਪ੍ਰਾਨੀ ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤ ਬਨਤਾ, ਕਹੋ ਕੋਊ ਹੈ ਕਾ ਕਾ। ਹੇ ਭਾਈ, ਤੇਰੀ ਮੌਤ ਦਾ ਜਿਹੜਾ ਦਿਨ ਹੈ, ਦਿਨ ਪ੍ਰਤੀ ਦਿਨ ਨੇੜੇ ਆਉਂਦਾ ਜਾ ਰਿਹਾ ਹੈ। ਤੇ ਜਿਸ ਦਿਨ ਭਾਣਾ ਸੱਤ ਹੋ ਗਿਆ, ਮਾਤਾ ਪਿਤਾ ਭੈਣ ਭਰਾ, ਫਿਰ ਕਹਿਣਾ ਕਰੋ ਖਾਂ ਕੌਣ ਕਿਸ ਦਾ ਸਹਾਈ ਹੋਵੇਗਾ। ਕਿਸੇ ਨੇ ਸਹਾਇਤਾ ਨਹੀਂ ਕਰਨੀ ਇੱਕ ਸੱਚੇ ਨਾਮ ਤੋਂ ਬਿਨਾ, ਪ੍ਰਮਾਤਮਾ ਵਾਹਿਗੁਰੂ ਜੀ ਦੀ ਬੰਦਗੀ ਤੋਂ ਬਿਨਾ। ਤੇ ਹਜ਼ੂਰ ਜੀ ਨੇ ਇਹ ਸੁੰਦਰ ਰੂਪਕ ਅਲੰਕਾਰ ਬਨ ਕਰਕੇ ਜਿਵੇਂ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਨਾ ਕੀਤੀ ਏ, ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਨੂੰ ਸਰਵਣ ਕਰੀਏ। ਨਿਕਸਰੇ ਪੰਖੀ ਸਿਮਰ ਹਰ ਪਾਂਖ। ਜੀਵ ਦੀ ਬੇਨਤੀ ਹੈ, ਸੱਚੇ ਪਾਤਸ਼ਾਹ ਪੰਖ ਜੋ ਮੋਹ ਪਗ ਨਹੀਂ ਚਾਲੈ। ਇਸ ਮੋਹ ਰੂਪੀ ਚਿੱਕੜ ਦੇ ਵਿੱਚੋਂ ਇੱਕ ਕਦਮ ਵੀ ਸਾਡੇ ਤੋਂ ਅੱਗੇ ਨਹੀਂ ਚੱਲਿਆ ਜਾਂਦਾ। ਗਰੀਬ ਨਿਵਾਜ ਉਪਾਅ ਕੀ ਕਰੀਏ। ਤੇ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇਣਾ ਕਰਦੇ ਨੇ, ਹੇ ਭਾਈ ਨਿਕ ਸਿਰੇ ਪੰਖੀ, ਹੇ ਪੰਛੀ ਜਗਿਆਸੂ ਰੂਪ ਪੰਖੀ,
ਇਸ ਮੋਹ ਰੂਪੀ ਚਿੱਕੜ ਦੇ ਵਿੱਚੋਂ ਤੂੰ ਨਿਕਲ ਜਾਣਾ ਕਰ। ਤੇ ਜਗਿਆਸੂ ਬੇਨਤੀ ਕਰਦਾ, ਜੀ ਮੋਹ ਰੂਪੀ ਚਿੱਕੜ ਦੇ ਵਿੱਚ ਫਸਿਆ ਹੋਇਆ ਨਿਕਲਾਂ ਕਿਵੇਂ? ਨਿਕਲਣ ਦਾ ਉਪਾਅ ਨਹੀਂ ਹੁੰਦਾ। ਤੇ ਹਜ਼ੂਰ ਬਚਨ ਕਰਨਾ ਕਰਦੇ ਨੇ, ਤੂੰ ਕੇਵਲ ਤਾਂ ਕੇਵਲ ਤੁਰਨ ਫਿਰਨ ਵਾਲਾ ਪੰਛੀ ਨਹੀਂ, ਤੂੰ ਤੇ ਚਿਦਾ ਆਕਾਸ਼ ਦੇ ਵਿੱਚ ਉੱਚੀਆਂ ਤੇ ਲੰਬੀਆਂ ਉਡਾਰੀਆਂ ਭਰਨ ਵਾਲਾ ਪੰਛੀ ਆ। ਤੇਰੇ ਕੋਲ ਖੰਭ ਵੀ ਨੇ। ਤੇਰੇ ਪੈਰ ਜੇਕਰ ਕੰਮ ਨਹੀਂ ਕਰਦੇ, ਚਿੱਕੜ ਚੋਂ ਤੁਰ ਕੇ ਨਹੀਂ ਨਿਕਲਿਆ ਜਾਂਦਾ, ਤੇ ਉਡਾਰੀ ਮਾਰ ਲੈ। ਤੇ ਜੀਵ ਕਹਿੰਦਾ, ਮਹਾਰਾਜ ਕਿਹੜੇ ਖੰਭ ਨੇ? ਮੈਨੂੰ ਤੇ ਗਿਆਨ ਹੀ ਨਹੀਂ। ਕਿਉਂਕਿ ਜਿਵੇਂ ਸ਼ਤਰ ਮੁਰਗ ਹੁੰਦਾ ਨਾ, ਤੇ ਸਾਧ ਸੰਗਤ ਜੀ ਚਾਹੇ ਲੱਤਾਂ ਬੜੀਆਂ ਵੱਡੀਆਂ ਨੇ, ਖੰਭ ਵੀ ਨੇ, ਪਰ ਉਡਾਰੀ ਕਦੇ ਮਾਰਦਾ ਨਹੀਂ, ਉੱਡਦਾ ਨਹੀਂ। ਇਸ ਕਰਕੇ ਖੰਭ ਵੀ ਨਿਕੰਮੇ ਹੋ ਜਾਂਦੇ ਨੇ, ਉੱਡਣਾ ਹੀ ਭੁੱਲ ਜਾਂਦਾ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਉਸ ਦੀ ਵੀ ਉਦਾਹਰਣ ਦਿੱਤੀ ਏ। ਜਿਵੇਂ ਕੋਲੂ ਦਾ ਬੈਲ ਅਥਵਾ ਖੂਹੇ ਦਾ ਬੈਲ ਪਾਣੀ ਕੱਢਣ ਵਾਸਤੇ ਗੋਲ ਗੋਲ ਹੀ ਘੁੰਮਦਾ ਨਾ, ਤੇ ਜਿਹੜਾ ਇਹ ਸ਼ਤਰ ਮੁਰਗ ਹੋਇਆ ਕਰਦਾ, ਇਹ ਵੀ ਗੋਲ ਗੋਲ ਘੁੰਮਦਾ। ਸ਼ਿਕਾਰੀ ਆ ਕਰਕੇ ਪਿੱਛੇ ਪੈਂਦੇ ਨੇ। ਇਸ ਨੂੰ ਐਵੇਂ ਪ੍ਰਤੀਤ ਹੁੰਦਾ ਕਿ ਮੈਂ ਸਿੱਧਾ ਦੌੜ ਰਿਹਾ, ਪਰ ਅਸਲ ਦੇ ਵਿੱਚ ਗੋਲ ਗੋਲ ਘੁੰਮਦਾ ਹੈ। ਭਰਮ ਪਿਆ ਹੁੰਦਾ ਮੈਂ ਸਿੱਧਾ ਜਾ ਰਿਹਾ ਤੀਰ ਵਾਂਗੂ। ਤੇ ਸ਼ਿਕਾਰੀਆਂ ਨੂੰ ਪਤਾ ਹੁੰਦਾ ਇਹਨੇ ਗੋਲ ਘੁੰਮ ਕੇ ਇੱਥੇ ਹੀ ਆਉਣਾ, ਪਹਿਲਾਂ ਹੀ ਜਾ ਕੇ ਅੱਗੇ ਖੜੇ ਹੋ ਜਾਂਦੇ ਨੇ। ਤੇ ਜਦੋਂ ਉਹਨਾਂ ਦੇ ਨੇੜੇ ਜਾਂਦਾ, ਝਾਟੀ ਜਾਲ ਦੇ ਵਿੱਚ ਫਸਾ ਕਰਕੇ ਮਾਰ ਲੈਂਦੇ ਨੇ। ਹਜ਼ੂਰ ਫਰਮਾਵਣਾ ਕਰਦੇ ਨੇ, ਉਸ ਸ਼ਤਰ ਮੁਰਗ ਵਾਂਗੂ ਖੰਭ ਤੇ ਤੇਰੇ ਹੈਨ, ਪਰ ਤੈਨੂੰ ਤੇਰੇ ਖੰਭਾਂ ਦੀ ਸ਼ਕਤੀ ਦਾ ਅਹਿਸਾਸ ਨਹੀਂ। ਵਰਤ ਖੰਭਾਂ ਨੂੰ, ਉਡਾਰੀ ਮਾਰ, ਚੱਕੜ ਚੋਂ ਨਿਕਲ ਜਾਵੇਂਗਾ। ਤੇ ਜੀਵ ਕਹਿੰਦਾ, ਮਹਾਰਾਜ ਮੇਰੇ ਕੋਲ ਖੰਭ ਕਿਹੜੇ ਨੇ? ਮੈਨੂੰ ਤੇ ਪਤਾ ਹੀ ਨਹੀਂ। ਤੇ ਸੱਚੇ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਸਿਮਰ ਹਰ ਪਾਂਖ। ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਜਿਹੜਾ ਸਿਮਰਨ ਹੈ, ਇਹ ਤੇਰੇ ਖੰਭ ਨੇ। ਸਿਮਰਨ ਕਰਨ ਰੂਪੀ ਉਡਾਰੀ ਮਾਰੇਗਾ ਤੇ ਇਸ ਮੋਹ ਰੂਪੀ ਚਿੱਕੜ ਦੇ ਵਿੱਚੋਂ, ਮੋਹ ਰੂਪੀ ਦਲਦਲ ਦੇ ਵਿੱਚੋਂ ਨਿਕਲ ਜਾਵੇਗਾ। ਮਿਲ ਸਾਧੂ ਸ਼ਰਨ ਗਹੁ ਪੂਰਨ ਰਾਮ। ਤੇ ਇਸ ਵੇਲੇ ਜੀਵ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਉੱਡਣ ਵਾਸਤੇ ਕੋਈ ਇੱਕ ਪੰਖ ਥੋੜਾ ਚਾਹੀਦਾ ਹੈ, ਉੱਡਣ ਵਾਸਤੇ ਦੋ ਖੰਭ ਹੋਇਆ ਕਰਦੇ ਨੇ। ਤੇ ਆਪ ਜੀ ਨੇ ਤੇ ਪ੍ਰਮਾਤਮਾ ਜੀ ਦੇ ਨਾਮ ਦਾ ਸਿਮਰਨ ਰੂਪੀ ਇੱਕ ਖੰਭ ਹੀ ਦੱਸਿਆ। ਹਜ਼ੂਰ ਫਰਮਾਵਣਾ ਕਰਦੇ ਨੇ, ਮਿਲ ਸਾਧੂ ਸ਼ਰਨ ਗਹੁ ਪੂਰਨ। ਸਾਧੂ ਦੀ ਸੰਗਤ ਦੇ ਵਿੱਚ ਮਿਲ ਕਰਕੇ ਪੂਰਨ ਪ੍ਰਮਾਤਮਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨਾਂ ਦੀ ਸ਼ਰਨ ਨੂੰ ਧਾਰਨ ਕਰ ਲੈ। ਸਾਧ ਸੰਗਤ ਨਾਲ ਮਿਲ ਕਰਕੇ ਗੁਰਚਰਨਾਂ ਦਾ ਜਿਹੜਾ ਆਸਰਾ ਤੱਕਣਾ ਨਾ, ਇਹ ਤੇਰਾ ਦੂਸਰਾ ਖੰਭ ਹੈ। ਇੱਕ ਸਿਮਰਨ ਪ੍ਰਮਾਤਮਾ ਜੀ ਦੇ ਗੁਰ ਪਰਮੇਸ਼ਰ ਜੀ ਦੀ ਸ਼ਰਨ ਦਾ, ਤੇ ਦੂਸਰਾ ਖੰਭ ਹੈ ਪ੍ਰਮਾਤਮਾ ਜੀ ਦੇ ਨਾਮ ਦਾ ਸਿਮਰਨ ਦਾ। ਰਾਮ ਰਤਨ ਹਿਅਰੇ ਸੰਗ ਰਾਖ। ਤੇ ਰਮੇ ਹੋਏ ਪ੍ਰਮਾਤਮਾ ਜੀ ਦਾ, ਸਰਬ ਵਿਆਪੀ ਪ੍ਰਮਾਤਮਾ ਜੀ ਦਾ ਜਿਹੜਾ ਨਾਮ ਰੂਪੀ ਰਤਨ ਹੈ ਨਾ, ਇਹ ਮਾਨਕਾਂ ਦੀ ਨਿਆਈ ਬੜਾ ਅਮੋਲਕ ਹੈ। ਇਸ ਨਾਮ ਰੂਪੀ ਰਤਨ ਨੂੰ ਹਿਰਦੇ ਦੇ ਅੰਦਰ ਰੱਖ ਲੈ। ਸੱਚੇ ਪਾਤਸ਼ਾਹ ਪੈਰ ਵੀ ਨੇ, ਤੁਰ ਫਿਰ ਸਕਦੇ ਆ, ਪਰ ਚਿੱਕੜ ਚ ਖੁਬੇ ਨੇ। ਖੰਭ ਵੀ ਨੇ, ਪਰ ਕਮਜ਼ੋਰ ਇੰਨੇ ਨੇ, ਭਾਵ ਸਿਮਰਨ ਕਰਨਾ ਆਉਂਦਾ ਨਹੀਂ, ਸ਼ਰਨ ਵਿੱਚ ਆਏ ਨਹੀਂ, ਇਸ ਕਰਕੇ ਉਡਾਰੀ ਮਾਰਨੀ ਨਹੀਂ ਆਉਂਦੀ। ਕਿਹੜੇ ਬਲ ਦੇ ਨਾਲ ਉਡਾਰੀ ਮਾਰੀਏ? ਖੰਭ ਤੇ ਆਪ ਜੀ ਨੇ ਮਜ਼ਬੂਤ ਦੱਸੇ ਨੇ, ਪਰ ਬਲ ਵੀ ਤੇ ਹੋਣਾ ਚਾਹੀਦਾ, ਤਾਕਤ ਵੀ ਹੋਣੀ ਚਾਹੀਦੀ ਨਾ ਉੱਡਣ ਜੋਗੀ। ਮਹਾਰਾਜ ਬਲ ਨਹੀਂ ਹੈ ਸਾਡੇ ਵਿੱਚ। ਤੇ ਸੱਚੇ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਰਾਮ ਰਤਨ ਹਿਅਰੈ ਸੰਗ ਰਾਖ। ਸਰਬ ਵਿਆਪੀ ਪ੍ਰਮਾਤਮਾ ਜੀ ਦੇ ਨਾਮ ਰੂਪੀ ਰਤਨ ਨੂੰ ਹਿਰਦੇ ਦੇ ਅੰਦਰ ਰੱਖਣਾ ਕਰ, ਤੇਰੇ ਵਿੱਚ ਬੜਾ ਬਲ ਆ ਜਾਵੇਗਾ, ਬਲਵਾਨ ਹੋ ਜਾਵੇਗਾ, ਉਡਾਰੀ ਮਾਰਨ ਦੇ ਸਮਰੱਥ ਹੋ ਜਾਵੇਗਾ। ਇਹ ਪ੍ਰਮਾਤਮਾ ਜੀ ਦਾ ਨਾਮ ਰੂਪੀ ਰਤਨ ਐਸਾ ਅਮੋਲਕ ਹੈ, ਐਸਾ ਬੇਸ਼ਕੀਮਤ ਹੈ, ਐਸਾ ਅਮੁੱਲਕ ਹੈ, ਐਸਾ ਬਰਕਤ ਵਾਲਾ ਹੈ, ਅਥਾਹ ਬਲ ਦਾ ਸੁਆਮੀ ਹੈ। ਬੜਾ ਬਲ ਆ ਜਾਵੇਗਾ ਤੇਰੇ ਵਿੱਚ। ਇਸ ਰਾਮ ਰਤਨ ਨੂੰ ਹਿਰਦੇ ਦੇ ਅੰਦਰ ਤੇ ਰੱਖ। ਜਿਸ ਪ੍ਰਕਾਰ ਮੀਰੀ ਪੀਰੀ ਦੇ ਮਾਲਕ, ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਬਹੁ ਪਰ ਉਪਕਾਰੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸੰਗਤਾਂ ਦੀ ਬੇਨਤੀ ਤੇ ਆਪਣੇ ਪਰਮ ਪਿਆਰੇ ਅਨੰਨ ਗੁਰਸਿੱਖ ਸ਼ਰਧਾਲੂ ਸਿੱਖ ਭਾਈ ਗੜੀਆ ਜੀ ਨੂੰ ਕਸ਼ਮੀਰ ਦੇ ਵਿੱਚ ਨਾ ਪ੍ਰਚਾਰ ਕਰਨ ਵਾਸਤੇ ਭੇਜਿਆ। ਤੇ ਰਸਤੇ ਦੇ ਵਿੱਚ, ਸਫ਼ਰ ਦੇ ਵਿੱਚ ਜਾਂਦਿਆਂ ਹੋਇਆਂ ਭਾਈ ਗੜੀਆ ਜੀ ਨੇ ਵਿਚਾਰ ਕਰਨਾ ਕੀਤੀ ਕਿ ਗੁਜਰਾਤ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦਾ ਅਤਿਅੰਤ ਸ਼ਰਧਾਲੂ ਮੀਆਂ ਦੌਲਾ, ਜਿਸ ਨੂੰ ਸ਼ਾਹ ਦੌਲਾ ਵੀ ਕਿਹਾ ਜਾਂਦਾ ਸੀ, ਇਹ ਮੁਸਲਮਾਨ ਜਾਤੀ ਦੇ ਵਿੱਚੋਂ ਸੀ, ਪਰ ਸਤਿਗੁਰੂ ਜੀ ਦਾ ਬੜਾ ਅਨੰਨ ਸੇਵਕ ਸੀ, ਬੜਾ ਅਨੰਨ ਸ਼ਰਧਾਲੂ ਸੀ। ਜਾ ਕਰਕੇ ਉਸ ਨੂੰ ਮਿਲਣਾ ਕਰੀਏ, ਫਿਰ ਅੱਗੇ ਜਾਵਾਂਗੇ।
ਜਦੋਂ ਮੀਆਂ ਦੌਲਾ ਜੀ ਨੂੰ ਜਾ ਕਰਕੇ ਭਾਈ ਗੜੀਆ ਜੀ ਮਿਲੇ ਨੇ, ਭਾਈ ਗੜੀਆ ਜੀ ਦਾ ਮੀਆਂ ਦੌਲਾ ਜੀ ਨੇ ਬੜਾ ਸਤਿਕਾਰ ਕੀਤਾ। ਪਰਸਪਰ ਗੁਰੂ ਕੇ ਪਿਆਰ ਸਦਕਾ ਮਿਲੇ ਨੇ ਮੀਆਂ ਦੌਲਾ ਜੀ ਨੇ, ਤੇ ਉੱਥੇ ਦੀਆਂ ਗੁਜਰਾਤ ਦੀਆਂ ਸੰਗਤਾਂ ਨੇ ਭਾਈ ਗੜੀਆ ਜੀ ਦੀ ਬੜੀ ਸੇਵਾ ਕੀਤੀ, ਬੜਾ ਸਨਮਾਨ ਕੀਤਾ। ਤੇ ਭਾਈ ਗੜੀਆ ਜੀ ਸਤਿਗੁਰੂ ਜੀ ਦੇ ਉਪਦੇਸ਼, ਗੁਰਬਾਣੀ ਦੀ ਅੰਮ੍ਰਿਤ ਕਥਾ ਸਰਵਣ ਕਰਕੇ ਸਭਨਾਂ ਨੂੰ ਨਿਹਾਲ ਕਰ ਰਹੇ ਨੇ। ਕਈ ਦਿਨ ਉੱਥੇ ਰੁਕਣ ਤੋਂ ਬਾਅਦ ਜਦੋਂ ਪ੍ਰਚਾਰ ਵਾਸਤੇ ਭਾਈ ਗੜੀਆ ਜੀ ਅੱਗੇ ਚੱਲੇ ਨਾ, ਤੇ ਮੀਆਂ ਦੌਲਾ ਜੀ ਕਿੰਨੀ ਦੂਰ ਤੱਕ ਭਾਈ ਸਾਹਿਬ ਜੀ ਨੂੰ ਵਿਦਾਇਗੀ ਦੇਣ ਵਾਸਤੇ ਨਾਲ ਚੱਲ ਪਏ। ਅੱਗੇ ਜਾਂਦਿਆਂ ਕੀ ਤੱਕਦੇ ਨੇ, ਭਾਈ ਸਾਹਿਬ ਜੀ ਦੇ ਜਿਹੜਾ ਚਰਨਾਂ ਵਿੱਚ ਜੋੜਾ ਪਿਆ ਹੋਇਆ ਉਹ ਟੁੱਟਾ ਹੋਇਆ ਹੈ, ਤੇ ਜੋੜਾ ਟੁੱਟਾ ਹੋਣ ਦੇ ਕਾਰਨ ਜਦੋਂ ਕਦਮਾਂ ਦੇ ਨਾਲ ਤੁਰਦੇ ਨੇ ਤੇ ਟੁੱਟੇ ਹੋਏ ਜੋੜੇ ਦੇ ਨਾਲ ਘੱਟਾ ਉੱਡ ਕੇ ਤਾਂ ਆਪ ਜੀ ਦੀਆਂ ਲੱਤਾਂ ਤੇ ਪਿੰਜਣੀਆਂ ਤੇ ਖੁੱਚਾਂ ਤੇ ਪੈ ਰਿਹਾ। ਜਦੋਂ ਲੱਤਾਂ ਘੱਟੀ ਮਿੱਟੀ ਦੇ ਨਾਲ ਲਿਬੜ ਰਹੀਆਂ ਨੇ ਨਾ, ਤੇ ਮੀਆਂ ਦੌਲਾ ਜੀ ਦੇ ਮਨ ਵਿੱਚ ਵਿਚਾਰ ਆਈ, ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸਿੱਖ ਨੂੰ ਇੰਨੀ ਦੂਰ ਪ੍ਰਚਾਰ ਕਰਨ ਵਾਸਤੇ ਭੇਜ ਦਿੱਤਾ ਹੈ, ਪਰ ਸ਼ਾਇਦ ਕਿਰਿਆ ਦਾ ਵੀ ਖਿਆਲ ਨਹੀਂ ਰੱਖਿਆ। ਮਹਾਰਾਜ ਜੀ ਦੇ ਘਰ ਕਿਹੜਾ ਘਾਟਾ, ਕੋਈ ਜੋੜਾ ਬਸਤਰ ਨਵੀਂ ਦੇ ਦਿੰਦੇ। ਫਿਰ ਮਨ ਦੇ ਵਿੱਚ ਵਿਚਾਰ ਆਈ, ਮੈਂ ਭਾਈ ਸਾਹਿਬ ਜੀ ਨੂੰ ਕੋਈ ਰਿੱਧੀ ਸਿੱਧੀ ਕੋਈ ਕਰਾਮਾਤ ਦੇ ਦੇਣਾ ਜਿਸ ਦੇ ਨਾਲ ਆਪਣੀਆਂ ਲੋੜਾਂ ਪੂਰੀਆਂ ਕਰ ਲਿਆ ਕਰਨਗੇ। ਜਦੋਂ ਮੀਆਂ ਦੌਲਾ ਜੀ ਦੇ ਮਨ ਵਿੱਚ ਐਸੀ ਵਿਚਾਰ ਆਈ ਤੇ ਭਾਈ ਗੜੀਆ ਜੀ ਅੰਤਰਜਾਮੀ ਨੇ, ਬ੍ਰਹਮ ਗਿਆਨ ਦੀ ਅਵਸਥਾ ਝੱਟ ਸਮਝ ਗਏ, ਤੇ ਮਨ ਵਿੱਚ ਵਿਚਾਰ ਕੀਤੀ, ਜੇ ਕਿੰਤੂ ਮੇਰੇ ਤੇ ਕੀਤਾ ਹੁੰਦਾ ਤੇ ਕੋਈ ਪਰਵਾਹ ਨਹੀਂ ਸੀ, ਪਰ ਹੁਣ ਇਸ ਨੇ ਮੇਰੇ ਗੁਰੂ ਤੇ ਕਿੰਤੂ ਕੀਤੀ ਏ, ਕਿੰਤੂ ਮੇਰੇ ਤੇ ਨਹੀਂ ਮੇਰੇ ਗੁਰੂ ਤੇ ਕੀਤੀ ਏ। ਇਸ ਕਰਕੇ ਹੁਣ ਇਸ ਦਾ ਸ਼ੰਕਾ ਨਿਵਰਤ ਕਰਨਾ ਚਾਹੀਦਾ ਹੈ। ਸਾਧ ਸੰਗਤ ਜੀ, ਇੱਕ ਵੱਡਾ ਭਾਰੀ ਥੇ ਸੀ ਅੱਗੇ ਉਜੜਿਆ ਹੋਇਆ, ਉਸ ਦੇ ਉੱਪਰ ਕੰਕਰ, ਰੋੜ, ਠੀਕਰੀਆਂ ਬੇਅੰਤ ਖਿਲਰੇ ਪਏ ਸਨ। ਭਾਈ ਗੜੀਆ ਜੀ ਨੇ ਬਾਹ ਫੜ ਕੇ ਰੋਕ ਲਿਆ, ਮੀਆਂ ਜੀ ਰੁਕ ਲੋ। ਜਦੋਂ ਰੁਕ ਗਏ, ਇੱਕ ਨਜ਼ਰ ਮਾਰੀ ਹੈ ਥੇ ਦੇ ਉੱਪਰ, ਤੇ ਜਿਤਨੇ ਕੰਕਰ, ਰੋੜ, ਠੀਕਰੀਆਂ ਇਤਿਆਦਿਕ ਸਨ, ਸਾਰੇ ਹੀਰੇ, ਮੋਤੀ, ਜਵਾਹਰਾਤ, ਲਾਲ ਮੂੰਗੇ ਮਣੀਆਂ ਬਣ ਗਏ। ਜਿਸ ਵੇਲੇ ਮੀਆਂ ਦੌਲਾ ਜੀ ਨੇ ਤੱਕਿਆ, ਗੁਰਸਿੱਖ ਦੇ ਅੰਦਰ ਇੰਨੀ ਸ਼ਕਤੀ, ਇੱਕ ਨਜ਼ਰ ਹੀ ਮਾਰੀ ਹੈ ਤੇ ਅਰਬਾਂ ਖਰਬਾਂ ਬੇਅੰਤ ਧਨ ਦੇ ਹੀਰੇ, ਮੋਤੀ, ਜਵਾਹਰਾਤ ਬਣਾ ਦਿੱਤੇ, ਜਿਨ੍ਹਾਂ ਦੀ ਗਿਣਤੀ ਨਹੀਂ ਹੁੰਦੀ। ਤੇ ਇਸ ਵੇਲੇ ਕਹਿਣ ਲੱਗੇ, ਸਿੱਖਾ, ਇੰਨੀਆਂ ਵੱਡੀਆਂ ਭਾਰੀ ਤਾਕਤਾਂ ਦਾ ਮਾਲਕ ਹੁੰਦਿਆਂ ਹੋਇਆਂ ਵੀ ਪੈਰਾਂ ਦੇ ਵਿੱਚ ਜੋੜਾ ਟੁੱਟਾ ਪਾਇਆ ਹੋਇਆ ਹੈ, ਐਸੇ ਗਰੀਬੀ ਦੇ ਲਿਬਾਸ ਨੂੰ ਧਾਰਨ ਕੀਤਾ, ਕਾਰਨ ਕੀ ਹੈ? ਤੇ ਕਹਿਣ ਲੱਗੇ ਭਾਈ ਗੜੀਆ ਜੀ, ਮੀਆਂ ਜੀ, ਸ਼ੰਕਾ ਮੇਰੇ ਤੇ ਕਰਦੇ ਤੇ ਸ਼ਕਤੀ ਨਹੀਂ ਸੀ ਦਿਖਾਉਣੀ, ਪਰ ਤੁਸਾਂ ਨੇ ਮੇਰੇ ਲੋਕ ਪਰਲੋਕ ਦੇ ਰੱਖਿਅਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਪਰ ਹਿਰਦੇ ਅੰਦਰ ਕਿੰਤੂ ਕੀਤਾ ਹੈ ਕਿ ਸਤਿਗੁਰੂ ਜੀ ਨੇ ਸਿੱਖ ਨੂੰ ਦਿੱਤਾ ਹੀ ਕੁਝ ਨਹੀਂ। ਸਤਿਗੁਰੂ ਜੀ ਤੇ ਐਸੇ ਪਰਮ ਦਇਆਲੂ ਨੇ, ਸਿੱਖਾਂ ਦੇ ਕੋਲੋਂ ਛਪਾਉਂਦੇ ਹੀ ਕੁਝ ਨਹੀਂ। ਤੂੰ ਸਮਝਦਾ ਦਿੱਤਾ ਕੁਝ ਨਹੀਂ। ਲੋਕ ਪਰਲੋਕ ਦਾ ਕਿਹੜਾ ਸੁੱਖ ਹੈ ਜਿਹੜਾ ਸਤਿਗੁਰੂ ਜੀ ਆਪਣੇ ਗੁਰਸਿੱਖਾਂ ਨੂੰ ਨਹੀਂ ਦਿੰਦੇ? ਤੇ ਰਹੀ ਬਾਤ ਮੇਰੇ ਪੈਰਾਂ ਵਿੱਚ ਪਾਏ ਹੋਏ ਟੁੱਟੇ ਜੋੜੇ ਦੀ, ਤੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦਾ ਬਚਨ ਹੈ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਹਿਰਦੇ ਰੂਪੀ ਭੂਮੀ ਦੇ ਅੰਦਰ ਨਾਮ ਰੂਪੀ ਬੀਜ ਨੂੰ ਬੀਜਣਾ ਹੈ, ਸੰਤੋਖ ਦਾ ਸੁਹਾਗਾ ਮਾਰਨਾ ਹੈ। ਜਦੋਂ ਜ਼ਮੀਨ ਨੂੰ, ਭੂਮੀ ਨੂੰ ਵਾਹਿਆ ਹੋਵੇ, ਸਿਆੜਾਂ ਪਾਈਆਂ ਹੋਣ ਵਿੱਚ ਬੀਜ ਖਿਲਾਰ ਦਈਦਾ ਨਾ, ਤੇ ਜੇ ਉੱਪਰ ਸੁਹਾਗਾ ਨਾ ਮਾਰਿਆ ਜਾਵੇ ਤੇ ਪੰਛੀ ਉਸ ਬੀਜ ਨੂੰ ਚੁਗ ਲੈਂਦੇ ਨੇ। ਪੰਛੀ ਚੁਗ ਨਾ ਲੈਣ ਜ਼ਮੀਨ ਜੇ ਤੇ ਅੰਦਰ ਬੀਜ ਚਲਿਆ ਜਾਵੇ, ਇਸ ਕਰਕੇ ਸੁਹਾਗਾ ਮਾਰੀਦਾ ਹੈ, ਤੇ ਸੰਤੋਖ ਰੱਖਣ ਰੂਪੀ ਸੁਹਾਗਾ ਮਾਰੀਦਾ, ਰੱਖ ਗਰੀਬੀ ਵੇਸ। ਤੇ ਜਦੋਂ ਫਸਲ ਵੱਡੀ ਹੋ ਜਾਵੇ ਤੇ ਫਿਰ ਵਾੜ ਕੀਤੀ ਜਾਂਦੀ ਹੈ ਕਿ ਅਵਾਰਾ ਪਸ਼ੂ ਆ ਕਰਕੇ ਫਸਲ ਖਾ ਨਾ ਜਾਣ। ਇਹ ਜਿਹੜੀ ਸਾਧ ਸੰਗਤ ਦੀ ਸ਼ਰਨ ਤੇ ਸਰੀਰ ਦੇ ਉੱਪਰ ਗਰੀਬੀ ਧਾਰਨ ਕਰਦਿਆਂ ਇਹ ਵਾੜ ਕੀਤੀ ਹੈ, ਵਿਕਾਰਾਂ ਰੂਪੀ ਪਸ਼ੂ ਆ ਕਰਕੇ ਸ਼ੁਭ ਗੁਣਾ ਦੀ ਖੇਤੀ ਨੂੰ ਖਾ ਨਾ ਜਾਣ। ਤੇ ਬਚਨ ਕਰਨਾ ਕੀਤਾ, ਮੇਰੇ ਗੁਰੂ ਤੇ ਕਿੰਤੂ ਕੀਤੀ ਸੀ ਤਾਂ ਤੈਨੂੰ ਕਿਨਕਾ ਮਾਤਰ ਸ਼ਕਤੀ ਦਿਖਾਈ ਹੈ। ਤੇ ਮੀਆਂ ਦੌਲਾ ਜੀ ਧਾ ਕਰਕੇ ਪੈਰੀ ਪੈ ਗਏ। ਸਿੱਖਾ, ਇੰਨੀ ਵੱਡੀ ਕਰਾਮਾਤ, ਏਡੀ ਜ਼ਿਆਦਾ ਪ੍ਰਬਲ ਸ਼ਕਤੀ, ਤੇ ਅਜੇ ਕਿਨਕਾ ਮਾਤਰ ਹੀ ਕਹਿਣਾ ਹੈ? ਕਹਿਣ ਲੱਗੇ, ਤੂੰ ਕਿੰਤੂ ਜੂ ਮੇਰੇ ਗੁਰੂ ਤੇ ਕੀਤੀ ਹੈ। ਸਤਿਗੁਰੂ ਜੀ ਨੇ ਤੇ ਆਪਣੇ ਸਿੱਖਾਂ ਨੂੰ ਐਸੀਆਂ ਐਸੀਆਂ ਤਾਕਤਾਂ ਬਖਸ਼ੀਆਂ ਨੇ ਜਿਹੜੀਆਂ ਵੇਖਣ ਵਾਲੇ ਕੋ ਸਹਾਰੀਆਂ ਵੀ ਨਾ ਜਾਣ, ਅਜੇ ਤੇ ਦਿਖਾਈ ਕਿਨਕਾ ਮਾਤਰ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਰਾਮ ਰਤਨ ਹੀਰੈ ਸੰਗ ਰਾਖ। ਜਦੋਂ ਪਰਮਾਤਮਾ ਜੀ ਦਾ ਨਾਮ ਰੂਪੀ ਰਤਨ ਹਿਰਦੇ ਦੇ ਅੰਦਰ ਵਸ ਜਾਂਦਾ ਨਾ, ਤੇ ਏਡੀ ਵੱਡੀ ਭਾਰੀ ਬਰਕਤ ਆ ਜਾਂਦੀ ਹੈ। ਨਿਗਾਹ ਦੇ ਨਾਲ ਵੀ ਬਾਹਰ ਸ੍ਰਿਸ਼ਟੀ ਦੇ ਉੱਪਰ ਰਤਨ ਹੀ ਰਤਨ ਪ੍ਰਗਟ ਕਰ ਦਿੰਦੇ ਨੇ। ਐਸੀ ਨਾਮ ਦੀ ਦੌਲਤ ਹੈ।
ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਇਹ ਜੀਵ ਰੂਪ ਪੰਛੀ, ਨਾਮ ਰੂਪੀ ਰਤਨ ਐਸਾ ਸ਼ਕਤੀ ਵਾਲਾ ਹੈ, ਪ੍ਰਬਲ ਪ੍ਰਚੰਡ ਤੇਜ ਪ੍ਰਤਾਪ ਵਾਲਾ ਹੈ। ਜਿਵੇਂ ਰਤਨ ਹੀਰੇ ਇਤਿਆਦਿਕ ਚਮਕਦੇ ਨੇ ਨਾ, ਇਸੇ ਪ੍ਰਕਾਰ ਤੇਰਾ ਸ਼ੁੱਧ ਸਰੂਪ ਆਤਮਾ ਸਰੂਪ ਪ੍ਰਗਟ ਹੋ ਜਾਵੇਗਾ। ਐਸਾ ਗਿਆਨ ਦਾ ਚਾਨਣ ਹੋਵੇਗਾ, ਤੂੰ ਅਥਾਹ ਸ਼ਕਤੀਆਂ ਦਾ ਸੁਆਮੀ ਬਣ ਜਾਵੇਗਾ। ਇਹ ਨਾਮ ਦੀ ਬਰਕਤ ਹੈ। ਨਾਮ ਦੀ ਬਰਕਤ ਅਸੀਮਤ ਸ਼ਕਤੀਆਂ ਦੀ ਦਾਤੀ ਹੈ। ਇਸ ਕਰਕੇ ਆਪਣੇ ਹਿਰਦੇ ਦੇ ਅੰਦਰ ਨਾਮ ਰੂਪੀ ਰਤਨ ਨੂੰ ਰੱਖਣਾ ਕਰ, ਧਾਰਨ ਕਰਕੇ ਰੱਖਣਾ ਕਰ। ਤੇਰੇ ਅੰਦਰ ਮੋਹ ਰੂਪੀ ਚਿੱਕੜ ਦੇ ਵਿੱਚੋਂ ਉਡਾਰੀ ਮਾਰਨ ਦਾ ਬੇਅੰਤ ਬਲ ਆ ਜਾਵੇਗਾ ਨਾਮ ਦੀ ਬਰਕਤ ਦੇ ਨਾਲ। ਰਹਾਉ ਵਿਸ਼ਰਾਮ ਦੇ ਕਰਕੇ ਸਾਹਿਬ ਜੀ ਫਰਮਾਵਣਾ ਕਰਦੇ ਹਨ ਜੀ, ਭ੍ਰਮ ਕੀ ਕੂਈ ਤ੍ਰਿਸ਼ਨਾ ਰਸ ਪੰਕਜ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸੰਸਾਰ ਦੇ ਮਾਇਆ ਦੇ ਚਸਕੇ ਨਹੀਂ ਛੱਡੇ ਜਾਂਦੇ, ਜ਼ੁਬਾਨ ਦੇ ਚਸਕੇ ਨਹੀਂ ਛੱਡੇ ਜਾਂਦੇ। ਰਸ ਕਸ ਇਤਿਆਦਿਕ ਜਿਹੜੇ ਛੱਡਣੇ ਨੇ ਬੜੇ ਔਖੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ, ਫਿਰ ਇਹਦੇ ਵਿੱਚ ਸੱਚ ਵੀ ਕੀ ਹੈ। ਜਿਸ ਚਿੱਕੜ ਦੇ ਵਿੱਚ ਤੂੰ ਫਸ ਕਰਕੇ ਬੈਠਾ, ਅਸਲ ਦੇ ਵਿੱਚ ਉਹ ਚਿੱਕੜ ਹੈ ਹੀ ਨਹੀਂ, ਇੱਕ ਭਰਮ ਹੈ, ਭਰਮ। ਤੈਨੂੰ ਮਾਇਆ ਸੱਚੀ ਲੱਗਦੀ ਏ, ਮਾਇਆ ਦੇ ਪਦਾਰਥ ਸੱਚੇ ਲੱਗਦੇ ਨੇ। ਮਾਇਆ ਦੇ ਪ੍ਰਭਾਵ ਕਰਕੇ ਤੈਨੂੰ ਸਕੇ ਸੰਬੰਧੀ ਵੀ ਸੱਚੇ ਲੱਗਦੇ ਨੇ ਤੇ ਸਰੀਰ ਵੀ ਸੱਚਾ ਲੱਗਦਾ ਹੈ। ਪਰ ਮਾਇਆ ਦੇ ਪਦਾਰਥਾਂ ਦੇ ਸਕੇ ਸੰਬੰਧੀਆਂ ਦੇ ਤੇ ਸਰੀਰ ਦੇ ਪੈਦਾ ਕਰਨ ਵਾਲੇ ਸੱਚੇ ਪਰਮੇਸ਼ਰ ਨੂੰ ਭੁੱਲ ਗਿਆ। ਜਿਹੜਾ ਤੇ ਸੱਚ ਸਰੂਪ ਸੀ ਉਹ ਤੈਨੂੰ ਨਜ਼ਰ ਨਹੀਂ ਆਉਂਦਾ, ਤੈਨੂੰ ਮਹਿਸੂਸ ਨਹੀਂ ਹੁੰਦਾ, ਤੈਨੂੰ ਅੰਗ ਸੰਗ ਨਜ਼ਰ ਨਹੀਂ ਆਉਂਦਾ। ਪਰ ਜਿਹੜੇ ਪ੍ਰਮਾਤਮਾ ਜੀ ਨੇ ਪਦਾਰਥ ਪੈਦਾ ਕੀਤੇ ਨੇ ਉਹਨਾਂ ਨੂੰ ਸੱਚੇ ਕਰਕੇ ਮੰਨ ਕੇ ਬੈਠ ਗਿਆ ਹੈ। ਜਿਸ ਪ੍ਰਕਾਰ ਨਦੀ ਦੇ ਵਿੱਚੋਂ ਸੇਮ ਪੈ ਕਰਕੇ ਲਾਗੇ ਟੋਆ ਭਰ ਜਾਵੇ, ਛਪੜੀ ਭਰ ਜਾਵੇ, ਉਸ ਨੂੰ ਕੂਈ ਭਾਵ ਖੂਹੀ ਕਿਹਾ ਜਾਂਦਾ। ਇਸ ਦੇ ਦੋ ਅਰਥ ਨੇ। ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਨੇ ਇਸ ਦੇ ਦੋ ਅਰਥ ਕੀਤੇ ਨੇ। ਪੁਰਾਣਾ ਸਾਧ ਸੰਗਤ ਜੀ ਖੂਹ ਹੁੰਦਾ ਨਾ, ਤੇ ਜਦੋਂ ਖੂਹ ਢਹਿ ਜਾਵੇ, ਬਹੁਤ ਲੰਬਾ ਲੰਬਾ ਘਾਹ ਤਿੜਾ ਇਤਿਆਦਿਕ ਅੰਦਰ ਜਿਹੜੀਆਂ ਲਮਕਦੀਆਂ ਨੇ, ਚਾਰ ਸਫੇਰਿਓਂ ਗੁਲਾਈ ਝੋਟਾਂ ਨਿਕਲ ਜਾਂਦੀਆਂ ਨੇ ਤੇ ਪੰਛੀ ਇਤਿਆਦਿਕ ਉੱਲੂ ਤੇ ਕਬੂਤਰ ਉਸ ਦੇ ਵਿੱਚ ਆ ਕਰਕੇ ਆਪਣੇ ਘਰ ਤੇ ਆਲਣੇ ਬਣਾਉਂਦੇ ਨੇ। ਉਸ ਨੂੰ ਕੂਈ ਭਾਵ ਖੂਹੀ ਕਿਹਾ ਜਾਂਦਾ। ਇਹ ਜਿਹੜਾ ਸੰਸਾਰ ਅਥਵਾ ਗ੍ਰਸਥ ਹੈ, ਇੱਕ ਭਰਮ ਦਾ ਖੂਹ ਆ। ਇਹ ਭਰਮ ਦਾ ਤਾਂ ਜੀਵ ਆਪਣਾ ਕਰਕੇ ਸਮਝਦਾ ਹੈ, ਪਰ ਆਪਣਾ ਕੁਝ ਵੀ ਨਹੀਂ, ਨਾ ਕੁਟੰਬ, ਨਾ ਪਰਿਵਾਰ ਤੇ ਨਾ ਪਦਾਰਥ। ਭਰਮ ਪਿਆ ਹੋਇਆ ਕਿ ਸਭ ਕੁਝ ਮੇਰਾ ਹੈ। ਤੇ ਦੂਸਰਾ ਅਰਥ ਕਰਨਾ ਕੀਤਾ ਹੈ ਕੂਈ ਦਾ ਭਾਵ ਹੈ ਛੋਟੀ ਖੂਹੀ ਭਾਵ ਕੇ ਛਪੜੀ। ਨਦੀ ਦੇ ਵਿੱਚੋਂ ਸੀਰ ਪੈਂਦੀ ਏ, ਸੇਮ ਪੈਂਦਾ ਹੈ, ਛੋਟੇ ਖੱਡੇ ਦੇ ਵਿੱਚ ਪਾਣੀ ਖੜ ਜਾਂਦਾ ਹੈ, ਚਾਰ ਸਵੇਰੇ ਚਿਕੜਾਲ ਹੋ ਜਾਂਦੀ ਏ ਤੇ ਉਹ ਜਿਹੜਾ ਛੋਟਾ ਟੋਵਾ ਹੁੰਦਾ ਨਾ, ਛਪੜੀ ਰੂਪ ਹੋ ਜਾਂਦਾ ਹੈ। ਕੂਈ ਭਾਵ ਛਪੜੀ। ਜਿਸ ਪਦਾਰਥਾਂ ਰੂਪੀ ਪਾਣੀ ਦੇ ਪੈਣ ਦੇ ਨਾਲ ਮੋਹ ਰੂਪੀ ਜਿਹੜੀ ਕੂਈ ਭਰੀ ਪਈ ਹੈ ਨਾ, ਇਹ ਭਰਮ ਮਾਤਰ ਹੈ, ਅਸਲ ਦੇ ਵਿੱਚ ਹੈ ਨਹੀਂ। ਜਿਹੜੇ ਸੰਬੰਧੀ ਤੇ ਪਦਾਰਥ ਤੈਨੂੰ ਨਜ਼ਰ ਆਉਂਦੇ ਨੇ ਭਰਮ ਮਾਤਰ ਨੇ, ਨਾਲ ਨਿਭਣ ਵਾਲਾ ਇਹਨਾਂ ਦੇ ਵਿੱਚ ਹੈ ਕੋਈ ਨਹੀਂ। ਅਤ ਤੀਖਣ ਮੋਹ ਕੀ ਫਾਂਸ। ਸੱਚੇ ਪਾਤਸ਼ਾਹ ਜੇ ਹੈ ਹੀ ਭਰਮ ਰੂਪ ਹੈ ਤੇ ਫਿਰ ਅਸੀਂ ਫਸ ਕਿਵੇਂ ਗਏ। ਤੇ ਹਜ਼ੂਰ ਉਪਦੇਸ਼ ਦਿੰਦੇ ਨੇ, ਤ੍ਰਿਸ਼ਨਾ ਰਸ ਪੰਕਜ। ਜਿਹੜੇ ਇੰਦਰੀਆਂ ਦੁਆਰਾ ਕਾਮ ਇਤਿਆਦਿਕ ਵਿਸ਼ਿਆਂ ਦਾ ਰਸ ਭੋਗਣਾ ਨਾ, ਇਸ ਦੀ ਤ੍ਰਿਸ਼ਨਾ ਬੜੀ ਹੈ ਤੇਰੇ ਹਿਰਦੇ ਦੇ ਅੰਦਰ, ਇੱਛਾ ਬੜੀ ਹੈ। ਜ਼ੁਬਾਨ ਦੇ ਨਾਲ ਸਵਾਦਲੇ ਭੋਜਨ ਖਾਣ ਦੀ ਤੇਰੇ ਹਿਰਦੇ ਦੇ ਅੰਦਰ ਤ੍ਰਿਸ਼ਨਾ ਭਾਵ ਇੱਛਾ ਬੜੀ ਏ। ਇਸ ਪ੍ਰਕਾਰ ਰਸਾਂ ਕਸਾਂ ਨੂੰ ਭੋਗਣ ਰੂਪੀ ਇੱਛਾ ਤੇਰੇ ਵਾਸਤੇ ਵੱਡਾ ਭਾਰੀ ਜੰਜਾਲ ਭਾਵ ਕੇ ਚਿੱਕੜ ਹੋਈ ਪਈ ਹੈ। ਅਤ ਤੀਖਿਆਣ ਮੋਹ ਕੀ ਫਾਸ। ਤੇ ਮੋਹ ਦੀ ਜਿਹੜੀ ਫਾਹੀ ਹੈ, ਮੋਹ ਦੀ ਜਿਹੜੀ ਫਾਂਸੀ ਹੈ, ਬੜੀ ਤਿੱਖੀ ਹੈ, ਬੜੀ ਤੀਬਰ ਹੈ। ਤਿੱਖੀ ਤੋਂ ਭਾਵ ਹੈ ਬੜੀ ਤੇਜ਼ੀ ਦੇ ਨਾਲ ਹਰ ਕਿਸੇ ਨੂੰ ਆਪਣੇ ਵਸ ਵਿੱਚ ਕਰ ਲੈਂਦੀ ਏ। ਇਸ ਨੇ ਨਹੀਂ ਕਿਸੇ ਨੂੰ ਛੱਡਿਆ, ਨਾ ਜਤੀਆਂ ਨੂੰ ਛੱਡਿਆ, ਨਾ ਸਤੀਆਂ ਨੂੰ ਛੱਡਿਆ, ਨਾ ਬਾਨਪ੍ਰਸਤੀਆਂ ਨੂੰ ਛੱਡਿਆ, ਨਾ ਜੋਗੀਆਂ ਨੂੰ ਛੱਡਿਆ, ਨਾ ਪਹਾੜਾਂ ਤੇ ਵਸਣ ਵਾਲੇ ਸਿੱਧਾਂ ਨੂੰ ਛੱਡਿਆ। ਇਸ ਨੇ ਕਿਸੇ ਨੂੰ ਵੀ ਨਹੀਂ ਛੱਡਿਆ। ਬੜੀ ਤਿੱਖੀ ਏ ਮੋਹ ਦੀ ਫਾਈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਪੰਜ ਜਿਹੜੇ ਵੱਡੇ ਭਾਰੀ ਵਿਕਾਰ ਨੇ ਨਾ, ਮੋਹ ਇਹਨਾਂ ਦਾ ਰਾਜਾ ਹੈ ਤੇ ਕਾਮ ਇਤਿਆਦਿਕ ਬਾਕੀ ਦੇ ਚਾਰ ਇਸ ਦੇ ਪ੍ਰਮੁੱਖ ਸੈਨਾਪਤੀ ਹੈ ਤੇ ਵਿਕਾਰਾਂ ਦੀ ਬਹੁਤ ਵੱਡੀ ਸੈਨਾ ਹੈ। ਤੇ ਜਿਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਰਾਜ, ਜਿਸ ਨੂੰ ਸਰਕਾਰ ਖਾਲਸਾ ਕਿਹਾ ਜਾਂਦਾ ਸੀ, ਖਾਲਸੇ ਦੀ ਸਰਕਾਰ, ਸਰਕਾਰੇ ਖਾਲਸਾ। ਤੇ ਵਿੱਚ ਜਦੋਂ ਦੁਸ਼ਟ ਆ ਕੇ ਵੜ ਗਏ, ਗੁਲਾਬ ਸਿੰਘ ਵਰਗੇ ਆਨ ਵੜੇ, ਧਿਆਨ ਸਿੰਘ ਵਰਗੇ ਆਨ ਵੜੇ, ਇੱਕ ਆ ਗਿਆ, ਦੂਜਾ ਪ੍ਰਵੇਸ਼ ਕਰ ਗਿਆ। ਦੋਵਾਂ ਨੇ ਆ ਕਰਕੇ ਐਸੀ ਆਪਣੀ ਸਰਦਾਰੀ ਕਾਇਮ ਕੀਤੀ, ਕਿੰਨਿਆਂ ਨੂੰ ਵਰ ਗਲਾ ਕੇ ਆਪਣੇ ਵਸ ਵਿੱਚ ਕਰ ਲਿਆ
ਤੇ ਸਰਕਾਰੇ ਖਾਲਸਾ ਰਾਜ ਨੂੰ ਹੀ ਖਤਮ ਕਰ ਦਿੱਤਾ। ਇਸੇ ਪ੍ਰਕਾਰ ਹਿਰਦੇ ਦੇ ਅੰਦਰ ਜਿਹੜਾ ਜੀਵ ਆਤਮਾ ਦਾ ਰਾਜ ਹੈ, ਜੀਵ ਆਤਮਾ ਇਸ ਦਾ ਰਾਜਾ ਹੈ, ਪਰ ਮੋਹ ਰੂਪੀ ਵਿਕਾਰ ਇੱਕ ਐਸਾ ਰਾਜਾ ਵਿਰੋਧ ਵਿੱਚ ਆਣ ਬੈਠਾ। ਇਸ ਦੇ ਸੈਨਾਪਤੀ ਕਾਮ, ਕ੍ਰੋਧ, ਲੋਭ ਤੇ ਹੰਕਾਰ ਆ ਗਏ। ਆਸੁਰੀ ਔਗਣਾ ਦੀ ਸੈਨਾ ਰਾਗ, ਦਵੈਸ਼, ਆਸਾ, ਤ੍ਰਿਸ਼ਨਾ ਵਿਕਾਰ ਆ ਗਏ ਤੇ ਮੋਹ ਰੂਪੀ ਰਾਜੇ ਦਾ ਤੇ ਵਿਵੇਕ ਰੂਪੀ ਰਾਜੇ ਦਾ ਸਦਾ ਹਿਰਦੇ ਦੇ ਅੰਦਰ ਜੰਗ ਹੁੰਦਾ ਹੈ। ਤੇ ਕਦੇ ਸਾਧ ਸੰਗਤ ਜੀ ਮੋਹ ਰੂਪੀ ਰਾਜਾ ਜਿੱਤ ਜਾਂਦਾ ਹੈ, ਕਦੇ ਇਸੇ ਪ੍ਰਕਾਰ ਗਿਆਨ ਰੂਪੀ ਜਿਹੜਾ ਰਾਜਾ ਹੈ ਉਹ ਜਿੱਤ ਜਾਂਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਹੈ ਜੀਵ ਰੂਪ ਪੰਛੀ ਤੇਰਾ ਗਿਆਨ ਰੂਪੀ ਰਾਜਾ ਬਲ ਹਾਰ ਬੈਠਾ ਹੈ ਮੋਹ ਰੂਪੀ ਰਾਜੇ ਦੇ ਅੱਗੇ। ਕਿਉਂਕਿ ਇਸਨੇ ਬੜੀਆਂ ਪ੍ਰਚੰਡ, ਬੜੀਆਂ ਭਿਆਨਕ ਮੋਹ ਦੀਆਂ ਫਾਹੀਆਂ ਜਿਹੜੀਆਂ ਨੇ ਤੇਰੇ ਗਲ ਵਿੱਚ ਪਾ ਦਿੱਤੀਆਂ ਹੋਈਆਂ ਨੇ। ਇਸ ਕਰਕੇ ਤੂੰ ਦੁਨਿਆਵੀ ਸੁੱਖਾਂ ਨੂੰ ਸੱਚਾ ਮੰਨ ਕੇ ਬੈਠਾ ਹੈ, ਪਰ ਸੱਚ ਕਰਕੇ ਜਾਣ ਇਹ ਦੁਨਿਆਵੀ ਜਿਹੜੇ ਰਸ-ਕਸ ਨੇ ਸਦੀਵ ਕਾਲ ਸਥਿਰ ਰਹਿਣ ਵਾਲੇ ਨਹੀਂ। ਇੰਦਰੀਆਂ ਦੇ ਰਸ ਉਦੋਂ ਤੱਕ ਨੇ ਜਦੋਂ ਤੱਕ ਸਰੀਰ ਤੇ ਜਵਾਨੀ ਹੈ, ਜਵਾਨੀ ਢਲ ਗਈ ਇੰਦਰੀਆਂ ਦੇ ਰਸ ਗਏ। ਅੱਖਾਂ ਦੇ ਨਾਲ ਰੰਗ ਤਮਾਸ਼ੇ ਉਦੋਂ ਤੱਕ ਦੇਖਦਾ ਹੈ ਜਦੋਂ ਤੱਕ ਨੈਣੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧਵਾਨੀ ਨਹੀਂ ਹੁੰਦੇ। ਬੁਢਾਪੇ ਦੇ ਵਿੱਚ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਹੈ, ਅੱਖਾਂ ਚੋਂ ਦਿਸਣਾ ਘੱਟ ਹੋ ਜਾਂਦਾ ਜਾਂ ਬੰਦ ਹੋ ਜਾਂਦਾ ਹੈ। ਤੇ ਇਸੇ ਪ੍ਰਕਾਰ ਕੰਨਾਂ ਦੇ ਵਿੱਚ ਗੀਤ ਇਤਿਆਦਿਕ ਟੱਪੇ ਉਦੋਂ ਤੱਕ ਚੰਗੇ ਲੱਗਦੇ ਜਦੋਂ ਤੱਕ ਜਵਾਨੀ ਬਣੀ ਹੈ। ਬੁਢਾਪੇ ਦੇ ਵਿੱਚ ਤੇ ਇਹ ਵੀ ਸਾਥ ਛੱਡ ਜਾਂਦੇ ਨੇ। ਸੁਣ ਸੁਣ ਰੀਣੇ ਕੰਨ, ਸੁਣ ਸੁਣ ਕੇ ਲੋਕਾਂ ਦੀਆਂ ਬੋਲੀਆਂ ਨੂੰ ਇੱਕ ਦਿਨ ਸੁਣਨਾ ਬੰਦ ਕਰ ਦਿੰਦੇ ਨੇ, ਖਾਲੀ ਹੋ ਜਾਂਦੇ ਨੇ। ਇਸੇ ਪ੍ਰਕਾਰ ਪਦਾਰਥਾਂ ਨੂੰ ਚੱਬਣ, ਚਬਾਉਣ, ਚਿੱਥਣ ਵਾਲੇ ਦੰਦ ਵੀ ਆਪਣੇ ਸਮੇਂ ਦੇ ਅਨੁਸਾਰ ਤੇਰਾ ਸਾਥ ਛੱਡ ਕੇ ਚਲੇ ਜਾਂਦੇ ਨੇ, ਮੂੰਹ ਚੋਂ ਚਲੇ ਜਾਂਦੇ ਨੇ। ਫਿਰ ਸਖਤ ਪਦਾਰਥ, ਸਵਾਦਲੇ ਪਦਾਰਥ, ਤੇਜ਼ ਮਸਾਲੇਦਾਰ ਪਦਾਰਥ ਨਹੀਂ ਖਾਦੇ ਜਾਂਦੇ। ਤੇ ਡਾਕਟਰ ਵੀ ਕਹਿ ਦਿੰਦੇ ਬੁਢਾਪਾ ਆ ਗਿਆ, ਹਾਜ਼ਮਾ ਕਮਜ਼ੋਰ ਆ, ਹੁਣ ਤੇਜ਼ ਮਿਰਚ ਮਸਾਲੇ ਨਹੀਂ ਖਾਣੇ, ਨਹੀਂ ਤੇ ਤੇਜ਼ਾਬ ਬਣਨੋਂ ਨਹੀਂ ਹਟਣਾ, ਸਾੜ ਪੈਂਦਾ ਹੀ ਰਹੇਗਾ। ਜਿਨ੍ਹਾਂ ਸਵਾਦਾਂ ਨੂੰ, ਮਿਰਚ ਮਸਾਲਿਆਂ ਨੂੰ, ਜਿਨ੍ਹਾਂ ਤਰਕਾਰੀਆਂ ਨੂੰ, ਜਿਨ੍ਹਾਂ ਭੋਜਨਾਂ ਨੂੰ ਸਵਾਦ ਲਾ ਲਾ ਕੇ ਖਾਂਦਾ ਸੀ ਉਹ ਤੇ ਝੂਠੇ ਥੋੜੇ ਸਮੇਂ ਦੇ ਨੇ। ਕੇਵਲ ਤਾਂ ਕੇਵਲ ਪਦਾਰਥਾਂ ਦਾ ਰਸ-ਕਸ ਮਾਣਨ ਦਾ, ਰੰਗ ਤਮਾਸ਼ੇ ਦੇਖਣ ਦਾ, ਗੀਤ ਟੱਪੇ ਸੁਣਨ ਦਾ ਤੈਨੂੰ ਰਸ ਲੱਗਾ ਹੋਇਆ ਹੈ। ਰਸ ਤ੍ਰਿਸ਼ਨਾ ਰਸ ਪੰਕਜ। ਇਸ ਪ੍ਰਕਾਰ ਸੁੱਖ ਦੇ ਸਾਧਨ ਜਿਨ੍ਹਾਂ ਨੂੰ ਮਨ ਕਰਕੇ ਬੈਠਾ ਹੈ ਉਹਨਾਂ ਚੋਂ ਰਸੀਆ ਹੋ ਕਰਕੇ ਰਸ ਪ੍ਰਾਪਤ ਕਰਨਾ ਚਾਹੁੰਨਾ। ਇਹ ਜਿਹੜੀ ਰਸ ਪ੍ਰਾਪਤ ਕਰਨੇ ਦੀ ਤ੍ਰਿਸ਼ਨਾ ਤੇਰੇ ਹਿਰਦੇ ਦੇ ਅੰਦਰ ਬਹੁਤੀ ਆਸਾ ਲੱਗੀ ਹੋਈ ਹੈ ਨਾ, ਇਹੋ ਹੀ ਤੇਰੇ ਵਾਸਤੇ ਵੱਡਾ ਭਾਰੀ ਚਿੱਕੜ ਹੋਇਆ ਹੈ। ਇਹਨਾਂ ਰਸਾਂ ਕਸਾਂ ਦਾ ਮੋਹ ਤੇਰੇ ਗਲ ਦੇ ਵਿੱਚ ਬਹੁਤੀ ਤਿੱਖੀ ਫਾਹੀ ਬਣ ਕੇ ਪਿਆ ਹੋਇਆ ਹੈ। ਕਾਟਨਹਾਰ ਜਗਤ ਗੁਰ ਗੋਬਿੰਦ। ਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ, ਖੰਭਾਂ ਦੇ ਨਾਲ ਉਡਾਣ ਤੇ ਤਾਂ ਭਰ ਸਕਦਾ ਨਾ, ਪਹਿਲਾਂ ਇਹ ਫਾਹੀ ਕੱਟੀ ਜਾਵੇ। ਜਦੋਂ ਤੱਕ ਫਾਹੀ ਨਹੀਂ ਕੱਟੀ ਜਾਂਦੀ ਗਰੀਬ ਨਿਵਾਜ, ਉਦੋਂ ਤੱਕ ਉਡਾਣ ਨਹੀਂ ਭਰੀ ਜਾਣੀ। ਐਸੀ ਜੁਗਤ ਦੱਸੋ ਮੋਹ ਰੂਪੀ ਚੱਕੜ ਦੇ ਵਿੱਚੋਂ, ਪੰਕ ਜੋ ਮੋਹ ਦੇ ਵਿੱਚੋਂ ਉਡਾਣ ਭਰਾਂ ਤੇ ਪਹਿਲਾਂ ਫਾਹੀ ਕੱਟੀ ਜਾਵੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਰਾਮ ਰਤਨ ਹਿਯਰੇ ਸੰਗ ਰਾਖ। ਪਰਮਾਤਮਾ ਜੀ ਦੇ ਨਾਮ ਰੂਪੀ ਰਤਨ ਨੂੰ ਹਿਰਦੇ ਦੇ ਅੰਦਰ ਵਸਾ ਕਰਕੇ ਤੇ ਪਰਮਾਤਮਾ ਜੀ ਦੀ ਸ਼ਰਨ ਵਿੱਚ ਪੈ ਕਰਕੇ ਸਦਾ ਅਰਦਾਸਾਂ ਕਰਦਾ ਰਹੋ। ਇਹ ਤੇਰੀਆਂ ਜਿਹੜੀਆਂ ਫਾਹੀਆਂ ਨੇ, ਤੇਰੀਆਂ ਅਰਦਾਸਾਂ ਨੂੰ ਸੁਣ ਕਰਕੇ ਗੁਰ ਪਰਮੇਸ਼ਰ ਜੀ ਨੇ ਕੱਟਣਾ ਹੈ। ਫਾਹੀ ਨਹੀਂ ਆਪ ਕੱਟੀ ਜਾਣੀ, ਇਹ ਗੁਰੂ ਜੀ ਨੇ ਕੱਟਣੀ ਹੈ। ਇਸ ਕਰਕੇ ਕਾਟਨਹਾਰ, ਇਹਨਾਂ ਫਾਹੀਆਂ ਦੇ ਕੱਟਣਹਾਰ ਗੋਬਿੰਦ ਪਰਮਾਤਮਾ ਜੀ ਦੇ ਸਰਗੁਣ ਸਰੂਪ ਪੂਰੇ ਸਤਿਗੁਰੂ ਜੀ ਨੇ ਤਿੰਨਾਂ ਦੇ ਚਰਨੀ ਲੱਗ ਕਰਕੇ ਸਾਧ ਸੰਗਤ ਦੁਆਰਾ ਸਦਾ ਹੀ ਅਰਦਾਸਾਂ, ਬੇਨਤੀਆਂ, ਜੋਦੜੀਆਂ ਨਿਮਰਤਾ ਦੇ ਸਹਿਤ ਕਰਦਾ ਰਹੋ, ਅਰਜ਼ਾਂ ਗੁਜ਼ਾਰਦਾ ਹੀ ਰਹੋ। ਚਰਨ ਕਮਲ ਤਾਕੇ ਕਰੋ ਨਿਵਾਸ। ਤੇ ਐਸੇ ਪਰਮਾਤਮਾ ਜੀ ਦੇ ਸਰਗੁਣ ਸਰੂਪ ਪੂਰੇ ਸਤਿਗੁਰੂ ਜੀ ਦੇ ਚਰਨ ਕਮਲਾਂ ਦੇ ਵਿੱਚ ਸਦਾ ਹੀ ਨਿਵਾਸ ਕਰਨਾ ਕਰੋ। ਸਤਿਗੁਰੂ ਜੀ ਦੇ ਚਰਨਾਂ ਦਾ ਪਿਆਰ ਐਸਾ ਤੇਜ ਧਾਰ ਸ਼ਸਤਰ ਹੈ ਜਿਹੜਾ ਮੋਹ ਦੀਆਂ ਫਾਹੀਆਂ ਵੀ ਕੱਟ ਦਿੰਦਾ ਹੈ, ਕਾਮ ਕ੍ਰੋਧ ਦੀਆਂ ਫਾਹੀਆਂ ਵੀ ਕੱਟ ਦਿੰਦਾ ਹੈ, ਜੰਮਣ ਮਰਨ ਦੀਆਂ ਫਾਹੀਆਂ ਵੀ ਕੱਟ ਦਿੰਦਾ ਹੈ। ਸਿੱਖਾ ਅਰਦਾਸ ਤੇ ਕਰ, ਅਰਜ਼ ਤੇ ਗੁਜ਼ਾਰ, ਮੁਆਫ ਕਰਨਾ ਸਾਧ ਸੰਗਤ ਜੀ ਕਿਧਰੇ ਨਾ ਕਿਧਰੇ ਸਾਡੇ ਵਿੱਚ ਇਹ ਢਲਿਆਈ ਹੈ। ਇੱਕ ਤਾਂ ਸਾਰੇ ਅਸੀਂ ਨਿਤਨੇਮ ਨਹੀਂ ਕਰਦੇ, ਤੇ ਜਿਹੜੇ ਨਿਤਨੇਮ ਕਰਦੇ ਵੀ ਆ ਉਹਨਾਂ ਦੇ ਵਿੱਚੋਂ ਅਸੀਂ ਬਹੁਤੀ ਗਿਣਤੀ ਦੇ ਵਿੱਚ ਉਹ ਆ ਜਿਹੜੇ ਨਿਤਨੇਮ ਕਰਕੇ ਕਹਿ ਦਿੰਦੇ ਆ ਗੁਰੂ ਸਾਹਿਬ ਜਾਣਦੇ ਹੀ ਆ, ਅਰਦਾਸ ਨਹੀਂ ਕਰਦੇ। ਮਹਾਰਾਜ ਜਾਣਦੇ ਹੀ ਹੈ ਜਿਹੜੀ ਬਾਣੀ ਪੜ੍ਹੀ ਹੈ, ਜਿੰਨੀ ਮਹਾਰਾਜ ਨੇ ਪੜ੍ਹਾਈ ਉਨੀ ਪੜ੍ਹ ਲਈ, ਅਰਦਾਸ ਕਰਨ ਵੇਲੇ ਅਵੇਸਲੇ ਹੋ ਜਾਂਦੇ ਆ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਤੇ ਹੁਕਮ ਹੈ ਨਿਤਨੇਮ ਕਰਕੇ ਅਰਦਾਸ ਕਰਨੀ ਅੰਮ੍ਰਿਤ ਵੇਲੇ ਦਾ।
ਸੋਦਰ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਕਰਨਾ ਤੇ ਤਾਂ ਵੀ ਅਰਦਾਸ ਕਰਨੀ। ਕਲਗੀਧਰ ਸਾਹਿਬ ਜੀ ਦੇ 52 ਬਚਨਾਂ ਦੇ ਵਿੱਚੋਂ ਵੀ ਇੱਕ ਬਚਨ ਹੈ, ਰਹਿਰਾਸ ਸਾਹਿਬ ਜੀ ਦਾ ਪਾਠ ਕਰਨ ਤੋਂ ਉਪਰੰਤ ਖੜੇ ਹੋ ਕੇ ਅਰਦਾਸ ਕਰਨੀ। ਕਾਰਜ ਕਿਤਨਾ ਵੀ ਜ਼ਰੂਰੀ ਹੈ, ਕਿਧਰੇ ਵੀ ਜਾ ਰਹੇ ਹਾਂ, ਪਰ ਸਤਿਗੁਰੂ ਜੀ ਦੀ ਬੰਦਗੀ ਤੇ ਅਰਦਾਸ ਤੋਂ ਜ਼ਰੂਰੀ ਕੁਛ ਵੀ ਨਹੀਂ ਜਿਸ ਨੇ ਤੈਨੂੰ ਮੁਕਤ ਕਰਨਾ ਹੈ। ਬੰਦਗੀ ਜ਼ਰੂਰੀ ਹੈ, ਨਿਤਨੇਮ ਜ਼ਰੂਰੀ ਹੈ, ਅਰਦਾਸ ਜ਼ਰੂਰੀ ਹੈ। ਪਰ ਮੁਆਫ ਕਰਨਾ, ਅਸੀਂ 2 ਮਿੰਟ 5 ਮਿੰਟ ਅਰਦਾਸ ਦੇ ਵੀ ਬਚਾ ਲੈਂਦੇ ਹਾਂ। ਨਹੀਂ, ਕੰਮ ਪਹਿਲਾਂ ਕਰ ਲਈਏ। ਮਹਾਰਾਜ ਜਾਣਦੇ ਹੀ ਆ ਬਾਣੀ ਜਿਹੜੀ ਪੜ੍ਹੀ ਗਈ ਹੈ। ਸਿੱਖਾਂ ਮਹਾਰਾਜ ਤਾਂ ਜਾਣਦੇ ਆ, ਪਰ ਪ੍ਰਸੰਨ ਉਦੋਂ ਹੁੰਦੇ ਆ ਜਦੋਂ ਅਰਦਾਸ ਕਰਕੇ ਤਰਲਾ ਲੈਣਾ ਨਾ, ਸੱਚੇ ਪਾਤਸ਼ਾਹ ਮੈਂ ਤੇ ਔਗਣਿਆਰਾ, ਗੁਣ ਸਰੂਪ ਬਾਣੀ ਨੂੰ ਪੜ੍ਹ ਕੇ ਵੀ ਗੁਣ ਨਹੀਂ ਜਤਾਉਂਦਾ, ਤੇ ਬੇਨਤੀ ਕਰਦਾ ਸੱਚੇ ਪਾਤਸ਼ਾਹ ਮੈਂ ਔਗਣਿਆਰਾ, ਕਿਰਪਾ ਕਰਕੇ ਬਖਸ਼ ਲਓ। ਫਿਰ ਗੁਰਬਾਣੀ ਪੜ੍ਹਦਿਆਂ ਸਾਡੇ ਤੋਂ ਸੁਭਾਵਕ ਹੀ ਸੁਤੇ ਸਿੱਧੀ ਬਹੁਤ ਗਲਤੀਆਂ ਹੋ ਜਾਂਦੀਆਂ ਨੇ, ਉਹਨਾਂ ਦੀ ਵੀ ਤੇ ਮੁਆਫੀ ਮੰਗਣੀ ਹੈ। ਗਰੀਬ ਨਿਵਾਜ ਆਪ ਜੀ ਦੀ ਅੰਮ੍ਰਿਤ ਗੁਰਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮੱਤ ਬਖਸ਼ੋ। ਜਦੋਂ ਅਰਦਾਸ ਭੁੱਲਾਂ ਚੁੱਕਾਂ ਦੀ ਕੀਤੀ ਨੇ ਤੇ ਗਲਤੀਆਂ ਮੁਆਫ ਕਿਵੇਂ ਹੋਣਗੀਆਂ? ਅਰਜ਼ ਗੁਜ਼ਾਰੀ ਨਹੀਂ ਤੇ ਗੁਨਾਹ ਮੁਆਫ ਕਿਵੇਂ ਹੋਣਗੇ? ਪਰ ਜਦੋਂ ਗੁਰ ਪਰਮੇਸ਼ਰ ਜੀ ਦੇ ਚਰਨਾਂ ਵਿਖੇ ਅਰਦਾਸ ਕਰਦੇ ਆ ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਾਈਆਂ ਕੱਟ ਦਿੰਦੇ ਨੇ, ਮੋਹ ਦੀਆਂ ਫਾਈਆਂ ਕੱਟ ਦਿੰਦੇ ਨੇ, ਜੰਮਣ ਮਰਨ ਦੀਆਂ ਫਾਈਆਂ ਕੱਟ ਦਿੰਦੇ ਨੇ, ਸਾਡੀਆਂ ਗਲਤੀਆਂ ਸਾਡੇ ਗੁਨਾਹ ਵੀ ਬਖਸ਼ ਦਿੰਦੇ ਨੇ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਸਾਰੀਆਂ ਫਾਈਆਂ ਨੂੰ ਕੱਟਣ ਵਾਲੇ ਪੂਰੇ ਅਕਾਲ ਪੁਰਖ ਜੀ ਦੇ ਸਰਗੁਣ ਸਰੂਪ ਸਤਿਗੁਰੂ ਜੀ ਨੇ। ਸਿੱਖਾ ਐਸਿਆਂ ਸਤਿਗੁਰਾਂ ਦੇ ਪਾਵਨ ਮੁਬਾਰਕ ਚਰਨ ਕਮਲਾਂ ਵਿਖੇ ਸਦਾ ਹੀ ਨਿਵਾਸ ਕਰਨਾ ਕਰ। ਮਹਾਰਾਜ ਸੱਚੇ ਪਾਤਸ਼ਾਹ ਸਾਡਾ ਤਨ ਤੇ ਚਿੱਕੜ ਦੇ ਵਿੱਚ ਫਸਿਆ, ਚਰਨਾਂ 'ਚ ਜਾ ਕੇ ਕਿਵੇਂ ਨਿਵਾਸ ਕਰੀਏ? ਸਿੱਖਾ ਮਨ ਕਰਕੇ ਨਿਵਾਸ ਕਰ। ਸਰੀਰ ਤੇ ਜਦ ਤੱਕ ਸੰਸਾਰ 'ਚ ਰਹਿਣਾ ਮੋਹ ਰੂਪੀ ਚਿੱਕੜ 'ਚ ਰਹਿਣਾ ਹੀ ਹੈ, ਪਰ ਇਸ ਦੀ ਫਾਹੀ ਕੱਟੀ ਜਾਵੇ ਉਸ ਦਾ ਹੱਲ ਇੱਕੋ ਹੈ, ਹੱਥ ਕਾਰ ਵੱਲ ਚਿਤ ਨਿਰੰਕਾਰ ਵੱਲ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਰਹਿਣਾ ਸੰਸਾਰ 'ਚ ਹੀ ਆ। ਸੰਸਾਰ ਛੱਡ ਕੇ ਕਿਤੇ ਹੋਰ ਦੁਨੀਆ 'ਚ ਨਹੀਂ ਚਲੇ ਜਾਣਾ, ਪਰ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਵੀ ਮਨ ਨੀਵਾ ਮਤ ਉੱਚੀ ਰੱਖਣੀ ਹੈ। ਮਨ ਦੇ ਅੰਦਰ ਨਿਮਰਤਾ ਧਾਰਨ ਕਰਕੇ ਤੇ ਸੁਰਤ ਸਦਾ ਉੱਚੀ ਰੱਖਣੀ ਹੈ। ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨਾਂ ਦੇ ਨਾਲ ਲਾ ਕਰਕੇ ਰੱਖਣੀ ਹੈ। ਤੇ ਸਤਿਗੁਰੂ ਜੀ ਦੇ ਚਰਨ ਐਸੇ ਨੇ ਜਿਹੜੇ ਪ੍ਰਤੱਖ ਫਾਈਆਂ ਕੱਟ ਦਿੰਦੇ ਨੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸੰਸਾਰ ਸਾਗਰ ਦਾ ਪਾਰ ਉਤਾਰਾ ਕਰਦੇ ਹੋਏ ਸਾਧ ਸੰਗਤ ਜੀ ਜਦੋਂ ਜਾਪਾਨ ਦੇ ਏਰੀਏ ਵਿੱਚ ਗਏ ਨੇ, ਅਸੀਂ ਇਤਿਹਾਸ ਜ਼ਿਆਦਾ ਪੜ੍ਹਦੇ ਨਹੀਂ ਜਾਂ ਸੁਣਦੇ ਨਹੀਂ, ਤੇ ਜੇ ਪੜ੍ਹੀਏ ਤੇ ਪਤਾ ਲੱਗਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਣਾ ਕਰਦੇ ਨੇ, ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ। ਸਾਰੀ ਪ੍ਰਿਥਵੀ ਦੀਆਂ 4 ਦਿਸ਼ਾਵਾਂ ਨੇ, ਜਾਂ ਕਹਿ ਲਈਏ ਸੰਸਾਰ ਦੀਆਂ ਉੱਤਰ ਦੱਖਣ ਪੂਰਬ ਪੱਛਮ 4 ਦਿਸ਼ਾਵਾਂ ਨੇ, ਤੇ ਸਾਰੀ ਪ੍ਰਿਥਵੀ 9 ਖੰਡ ਹੈ, 9 ਹਿੱਸਿਆਂ ਦੇ ਅੰਦਰ ਵੱਡੀ ਹੈ। ਤੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ 9 ਖੰਡਾਂ ਵਾਲੀ ਪ੍ਰਿਥਵੀ ਸਾਰੀ ਦੇ ਉੱਪਰ ਵਿਚਰ ਕਰਕੇ 4 ਕੁੰਟਾਂ ਵਿੱਚ ਜਾ ਕਰਕੇ ਜੀਵਾਂ ਦਾ ਪਾਰ ਉਤਾਰਾ ਕੀਤਾ ਹੈ। ਇਸੇ ਪ੍ਰਕਾਰ ਖੰਡਾਂ ਵਿੱਚ ਵਿਚਰਦੇ ਹੋਏ ਜਦੋਂ ਜਾਪਾਨ ਦੇ ਇਲਾਕੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਏ ਤੇ ਕੀ ਤੱਕਦੇ ਨੇ? ਸਮੁੰਦਰ ਦੇ ਵਿੱਚ ਬਹੁਤ ਵੱਡਾ ਜਾਲ ਕਿਸੇ ਸ਼ਿਕਾਰੀ ਨੇ ਲਾਇਆ ਹੋਇਆ ਹੈ, ਤੇ ਬਹੁਤ ਸਾਰੀਆਂ ਜਿਹੜੀਆਂ ਮਛਲੀਆਂ ਨੇ ਜਾਲ ਦੇ ਵਿੱਚ ਫਸੀਆਂ ਹੋਈਆਂ ਨੇ ਤੇ ਤੜਫ ਰਹੀਆਂ ਨੇ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਤਰਸ ਆ ਗਿਆ। ਹਿਰਦਾ ਬੜਾ ਕੋਮਲ ਹੈ ਨਾ, ਸਭਨਾ ਦੇ ਬਖਸ਼ਿੰਦ ਨੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਗਤ ਗੁਰੂ ਨੇ। ਅਸੀਂ ਕਹਿੰਦੇ ਆ ਜੀ ਸਿੱਖਾਂ ਦੇ ਗੁਰੂ ਆ, ਸਿੱਖਾਂ ਦੇ ਗੁਰੂ ਹੈਨ, ਪਰ ਸਿੱਖਾਂ ਦੇ ਨਾਲ ਨਾਲ ਸਰਬਤ ਲੋਕਾਈ ਦੇ ਗੁਰੂ ਨੇ। ਮੁਸਲਮਾਨ ਆਪਣਾ ਪੀਰ ਮੰਨਦੇ ਨੇ, ਹਿੰਦੂ ਵੀ ਆਪਣਾ ਗੁਰੂ ਮੰਨਦੇ ਨੇ। ਤੇ ਜਦੋਂ ਅਸੀਂ ਇਹ ਬਚਨ ਕਰਨਾ ਕਰਦੇ ਆ ਜੀ ਜਾਂ ਸੁਣਨਾ ਕਰਦੇ ਆ ਗੁਰਬਾਣੀ ਚੋਂ, ਜ਼ਾਹਰ ਪੀਰ ਜਗਤ ਗੁਰ ਬਾਬਾ, ਜਗਤ ਦੇ ਗੁਰੂ। ਤੇ ਕੀ ਜਗਤ ਦੇ ਵਿੱਚ ਇਕੱਲੇ ਇਨਸਾਨ ਹੀ ਆਉਂਦੇ ਨੇ? ਪਸ਼ੂ ਤੇ ਪੰਛੀ ਜਗਤ ਵਿੱਚ ਨਹੀਂ ਆਉਂਦੇ? ਪਸ਼ੂ ਵੀ ਜਗਤ ਵਿੱਚ ਨੇ, ਪੰਛੀ ਵੀ ਜਗਤ ਵਿੱਚ ਨੇ, ਜਾਨਵਰ ਵੀ ਜਗਤ ਵਿੱਚ ਨੇ, ਪਾਣੀ ਦੇ ਜਿਹੜੇ ਜੀਵ ਨੇ ਉਹ ਵੀ ਜਗਤ ਵਿੱਚ ਨੇ। ਸਾਫ਼ ਮਤਲਬ ਸਪਸ਼ਟ ਇਹ ਹੈ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਾਰੇ ਧਰਮਾਂ ਮਜ਼ਹਬਾਂ ਦੇ ਮਨੁੱਖਾਂ ਦੇ ਨਾਲ, ਪਸ਼ੂਆਂ ਦੇ, ਪੰਛੀਆਂ ਦੇ ਤੇ ਸਾਰੇ ਜੀਵਾਂ ਦੇ ਵੀ ਗੁਰੂ ਨੇ। ਤੇ ਜਿਹੜੇ ਸਤਿਗੁਰੂ ਜੀ ਹੁੰਦੇ ਨੇ, ਜਿਹਦਾ ਗੁਰੂ ਉਹਨੂੰ ਹੀ ਤਾਰਦਾ ਨਾ। ਤੇ ਸਤਿਗੁਰੂ ਜੀ ਨੇ ਤੇ ਸਾਰਿਆਂ ਨੂੰ ਤਾਰਿਆ। ਪਸ਼ੂ ਪ੍ਰੇਤ ਮੁਗਧ ਕਉ ਤਾਰੇ, ਪਾਹਨ ਪਾਰ ਉਤਾਰੈ। ਪਸ਼ੂਆਂ ਨੂੰ ਤੇ ਪ੍ਰੇਤਾਂ ਨੂੰ ਵੀ ਜੀਵਾਂ ਨੂੰ ਕਿਉਂ ਤਾਰਦੇ ਨੇ? ਕਿਉਂਕਿ ਸਤਿਗੁਰੂ ਜੀ ਸਭਨਾਂ ਦੇ ਹੀ ਗੁਰੂ ਨੇ। ਹੁਣ ਜਦੋਂ ਮਛਲੀਆਂ ਨੂੰ ਤੜਫਦਿਆਂ ਦੇਖਿਆ ਤੇ ਹਿਰਦੇ ਦੇ ਅੰਦਰ ਦਇਆਲਤਾ ਆਈ ਹੈ। ਇਹ ਵਿਚਾਰੀਆਂ ਜਾਲ ਦੇ ਵਿੱਚ ਪਈਆਂ ਤੜਫਦੀਆਂ ਨੇ, ਸ਼ਿਕਾਰੀ ਦੁੱਖ ਦੇ ਕੇ ਮਾਰੇਗਾ,
ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਦਇਆ ਕਰਕੇ ਆਪਣਾ ਜਿਹੜਾ ਚਰਨ ਸੀ ਨਾ ਉਹ ਜਲ ਨੂੰ ਛੁਹਾ ਦਿੱਤਾ। ਜਦੋਂ ਪਾਣੀ ਦੇ ਅੰਦਰ ਸਤਿਗੁਰੂ ਜੀ ਨੇ ਆਪਣਾ ਚਰਨ ਪਾਇਆ ਤੇ ਸਤਿਗੁਰੂ ਜੀ ਦੇ ਚਰਨਾਂ ਦੀ ਬਰਕਤ ਦੇ ਨਾਲ ਮੱਛੀਆਂ ਦਾ ਜਿਹੜਾ ਜਾਲ ਵਾਲੀ ਫਾਹੀ ਸੀ, ਜਾਲ ਵਾਲਾ ਬੰਧਨ ਸੀ, ਉਹ ਟੁੱਟ ਗਿਆ। ਜਾਲ ਦੇ ਵਿੱਚੋਂ ਹੀ ਨਹੀਂ ਨਿਕਲੀਆਂ। ਇਤਿਹਾਸ ਵਿੱਚ ਬਚਨ ਆਉਂਦਾ ਕਿ ਪਰੀਆਂ ਰੂਪ ਧਾਰਨ ਕਰਕੇ ਆਕਾਸ਼ ਨੂੰ, ਸਵਰਗ ਲੋਕ ਨੂੰ ਚਲੀਆਂ ਗਈਆਂ। ਕਿੱਥੇ ਤੇ ਜਾਲ ਵਿੱਚ ਫਸੀਆਂ ਤੇ ਸ਼ਿਕਾਰੀ ਨੇ ਕੋਹ ਕੇ ਮਾਰਨਾ ਸੀ ਫੰਦਕ ਨੇ, ਤੇ ਮਹਾਰਾਜ ਜੀ ਨੇ ਜਾਲ ਚੋਂ ਤੇ ਕੱਢਿਆ, ਜਗਤ ਦੇ ਜੰਜਾਲ ਜੰਮਣ ਮਰ ਚੋਂ ਹੀ ਕੱਢ ਦਿੱਤਾ, ਪਰੀਆਂ ਬਣ ਕਰਕੇ ਸਵਰਗਾਂ ਨੂੰ ਚਲੀਆਂ ਗਈਆਂ। ਐਸੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਤੱਖ ਚਰਨ ਨੇ, ਅਧਿਸ਼ਠਾਨ ਰੂਪੀ ਚਰਨ ਤੇ ਨਾਮ ਰੂਪੀ ਚਰਨ ਨੇ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਸਿੱਖਾਂ ਜਿਹੜੇ ਸਾਰੇ ਬੰਧਨਾਂ ਨੂੰ ਕੱਟਣ ਹਾਰ ਪਰਮਾਤਮਾ ਜੀ ਦੇ ਸਰਗੁਣ ਸਰੂਪ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਨਾ, ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, 10 ਪਾਤਸ਼ਾਹ ਬੰਧਨਾਂ ਨੂੰ ਕੱਟਣ ਵਾਲੇ ਨੇ। ਸਤਿਗੁਰੂ ਜੀ ਦੇ ਮੁਬਾਰਕ ਚਰਨ ਕਮਲਾਂ ਦੇ ਵਿੱਚ ਆਪਣੇ ਮਨ ਦਾ ਨਿਵਾਸ ਸਦਾ ਰੱਖਣਾ ਕਰ। ਮਨ ਨੂੰ ਸਤਿਗੁਰੂ ਜੀ ਦੇ ਚਰਨਾਂ ਦੇ ਧਿਆਨ ਵਿੱਚ ਟਿਕਾ ਕਰਕੇ ਰੱਖ। ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ। ਤੇ ਇਸ ਪ੍ਰਕਾਰ ਸਦਾ ਬੇਨਤੀਆਂ ਕਰਦੇ ਰਹਿਣਾ ਹੈ। ਗੋਬਿੰਦ ਸ੍ਰਿਸ਼ਟੀ ਦੇ ਪ੍ਰਤਪਾਲਕ ਅਤੇ ਰਖਵਾਲੇ, ਪ੍ਰੀਤਮ ਪਿਆਰਿਆਂ ਤੋਂ ਪਿਆਰੇ ਪ੍ਰਭੂ ਪਰਮਾਤਮਾ ਹਰੀ ਅਕਾਲ ਪੁਰਖ ਵਾਹਿਗੁਰੂ ਜੀਓ, ਸਾਡੇ ਸਾਰਿਆਂ ਦੇ ਉੱਪਰ, तमाम ਜੀਵਾਂ ਦੇ ਉੱਪਰ ਆਪਣੀ ਕਿਰਪਾਲਤਾ ਕਰਨਾ ਕਰੋ, ਨਦਰ ਕਰਨਾ ਕਰੋ, ਮਿਹਰ ਦੀ ਦ੍ਰਿਸ਼ਟੀ ਕਰੋ। ਦੀਨਾਨਾਥ ਸੁਨਹੁ ਅਰਦਾਸ। ਇਹ ਸਦਾ ਹੀ ਦੀਨਾ ਦੇ ਮਾਲਕ ਗਰੀਬ ਨਿਵਾਜ ਸਾਹਿਬ ਜੀਓ, ਕਿਰਪਾਲਤਾ ਕਰਕੇ ਸਾਡੀ ਅਰਦਾਸ ਸਰਵਣ ਕਰੋ। ਦੇ ਕੰਨ ਸੁਣੋ ਅਰਦਾਸ ਜੀਓ। ਸੱਚੇ ਪਾਤਸ਼ਾਹ ਕਿਰਪਾਲਤਾ ਕਰਕੇ ਧਿਆਨ ਦੇ ਨਾਲ ਸਾਡੀ ਅਰਦਾਸ ਬੇਨਤੀ ਸੁਣ ਲਵੋ। ਅਸੀਂ ਆਪਣੇ ਬਲ ਦੇ ਨਾਲ, ਆਪਣੇ ਜ਼ੋਰ ਦੇ ਨਾਲ ਮੋਹ ਰੂਪੀ ਚਿੱਕੜ ਚੋਂ ਨਹੀਂ ਨਿਕਲ ਸਕਦੇ। ਇਸ ਭ੍ਰਮ ਦੀ ਖੂਹੀ ਚੋਂ, ਭ੍ਰਮ ਰੂਪੀ ਛਪੜੀ ਚੋਂ ਨਹੀਂ ਨਿਕਲ ਸਕਦੇ। ਸਾਡੀ ਅਰਦਾਸ ਬੇਨਤੀ ਆ ਗਰੀਬ ਨਿਵਾਜ ਸੱਚੇ ਪਾਤਸ਼ਾਹ, ਕਿਰਪਾ ਕਰਕੇ ਇਸ ਭਰਮ ਦੀ ਕੂਈ ਦੇ ਵਿੱਚੋਂ, ਭਰਮ ਦੀ ਖੂਹੀ ਦੇ ਵਿੱਚੋਂ, ਭਰਮ ਦੀ ਛਪੜੀ ਦੇ ਵਿੱਚੋਂ, ਇਸ ਦਲਦਲ ਦੇ ਵਿੱਚੋਂ, ਇਸ ਚਕੜਾਲ ਦੇ ਵਿੱਚੋਂ, ਮੋਹ ਦੀ ਜਾਲੀ ਦੇ ਵਿੱਚੋਂ ਸਾਨੂੰ ਕੱਢ ਲਵੋ। ਕਰ ਗਹਿ ਲਿਹੋ ਨਾਨਕ ਕੇ ਸੁਆਮੀ। ਹਜ਼ੂਰ ਅਰਦਾਸ ਬੇਨਤੀ ਕਰਨੇ ਦੀ ਜਾਚ ਦੱਸਦੇ ਨੇ, ਹੇ ਨਾਨਕ ਦੇ ਸਾਡੇ ਸੁਆਮੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਕਰ ਗਹਿ ਲਿਹੋ, ਆਪਣੇ ਕਿਰਪਾ ਰੂਪੀ ਹੱਥ ਦੇ ਨਾਲ ਸਾਡਾ ਮਨ ਰੂਪੀ ਹੱਥ ਕਿਰਪਾ ਕਰਕੇ ਪਕੜ ਲਓ। ਕੋਈ ਜੀਵ ਚਿੱਕੜ ਵਿੱਚ ਫਸਿਆ ਹੋਵੇ, ਦਲਦਲ ਵਿੱਚ ਡਿੱਗਿਆ ਹੋਵੇ, ਟੋਵੇ ਵਿੱਚ ਡਿੱਗਿਆ ਹੋਵੇ, ਤੇ ਕੱਢਣ ਦਾ ਸਭ ਤੋਂ ਸੌਖਾ ਤਰੀਕਾ ਹੁੰਦਾ ਹੱਥ ਫੜ ਕੇ ਖਿੱਚ ਲਓ। ਮਹਾਰਾਜ ਸੱਚੇ ਪਾਤਸ਼ਾਹ ਇਸ ਭਰਮ ਦੀ ਖੂਹੀ ਚਕੜਾਲ ਦੇ ਵਿੱਚ ਫਸੇ ਹੋਏ ਆ। ਸਾਡੇ ਮਨ ਰੂਪੀ ਹੱਥ ਨੂੰ ਕਿਰਪਾ ਰੂਪੀ ਹੱਥ ਦੇ ਨਾਲ ਖਿੱਚ ਕਰਕੇ ਕੱਢ ਲੈਣਾ ਕਰੋ। ਸੰਸਾਰ ਸਾਗਰ ਤੇ ਕੱਢ ਦੇ ਹਾਥੀ, ਹਾਥੀ ਤੋਂ ਭਾਵ ਹੈ ਹੱਥ, ਕਿਰਪਾ ਰੂਪੀ ਹੱਥ ਦੇ ਨਾਲ ਸਾਨੂੰ ਕੱਢ ਲਵੋ। ਇਸੇ ਹੀ ਪ੍ਰਕਾਰ ਜੀਓ ਪਿੰਡ ਸਭ ਤੁਮਰੀ ਰਾਸ। ਕਰ ਗਹਿ ਲਿਹੋ ਨਾਨਕ ਕੇ ਸੁਆਮੀ। ਕਰ ਗਹਿ ਲਿਹੋ, ਹੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ, ਸਰਬਤ ਸੰਸਾਰ ਜਗਤ ਦੇ ਸੁਆਮੀ ਮਾਲਕ ਜੀਓ, ਕਿਰਪਾਲਤਾ ਕਰਕੇ ਸਾਡਾ ਮਨ ਰੂਪੀ ਜਿਹੜਾ ਹੱਥ ਹੈ, ਕਿਰਪਾਲਤਾ ਕਰਕੇ ਤੁਸੀਂ ਪਕੜ ਲਵੋ ਮੋਹ ਦੀ ਦਲਦਲ ਚੋਂ ਕੱਢਣ ਵਾਸਤੇ। ਜੀਓ ਪਿੰਡ ਸਭ ਤੁਮਰੀ ਰਾਸ। ਸੱਚੇ ਪਾਤਸ਼ਾਹ ਸਾਡਾ ਇਹ ਜੀਓ, ਜਿਹੜੀ ਜੀਵ ਆਤਮਾ ਹੈ, ਇਹ ਵੀ ਤੁਹਾਡੀ ਰਾਸ ਹੈ। ਤੇ ਜਿਹੜਾ ਤੁਸਾਂ ਨੇ ਸਰੀਰ ਬਖਸ਼ਿਆ ਪੰਜ ਤੱਤਾਂ ਦਾ, ਸਾਡਾ ਕੋਈ ਨਿੱਜੀ ਆਪਣਾ ਥੋੜਾ, ਇਹ ਵੀ ਤੁਸਾਂ ਨੇ ਬਖਸ਼ਿਆ, ਇਸ ਕਰਕੇ ਤੁਹਾਡਾ ਹੀ ਹੈ। ਪ੍ਰਤੱਖ ਸਰੀਰ ਤੇ ਸਾਡੀ ਜੀਵ ਆਤਮਾ ਤੁਹਾਡੀ ਹੀ ਰਾਸ ਹੈ, ਤੁਹਾਡੀ ਹੀ ਪੂੰਜੀ ਹੈ, ਤੁਹਾਡੀ ਹੀ ਦਾਤ ਹੈ, ਤੁਹਾਡੀ ਹੀ ਅੰਸ਼ ਹੈ। ਤੇ ਮਹਾਰਾਜ ਤੁਹਾਡੀ ਅੰਸ਼ ਦੀ ਤੁਹਾਨੂੰ ਹੀ ਰਾਜ ਹੈ। ਜਦੋਂ ਦਾਤ ਹੀ ਤੁਹਾਡੀ ਹੈ, ਬਾਲੀ ਤੁਹਾਡਾ, ਤੇ ਅਸੀਂ ਰੱਖਣ ਵਾਲੇ ਕੌਣ ਹੈ? ਸਾਡੇ ਤੋਂ ਰੱਖੀ ਨਹੀਂ ਜਾਣੀ। ਸੱਚੇ ਪਾਤਸ਼ਾਹ ਆਪਣੀ ਇਸ ਰਾਸ ਪੂੰਜੀ ਨੂੰ ਕਿਰਪਾਲਤਾ ਕਰਕੇ ਆਪ ਹੀ ਤੁਸੀਂ ਰੱਖ ਲੈਣਾ ਕਰੋ। ਇਸ ਭ੍ਰਮ ਦੀ ਕੂਈ ਦੇ ਵਿੱਚੋਂ ਸਾਨੂੰ ਕੱਢ ਲੈਣਾ ਕਰੋ ਜੀ। ਕੌੜੀ ਮਹੱਲਾ ਪੰਜਵਾਂ। ਇਸ ਪ੍ਰਕਾਰ ਰੂਪਕ ਅਲੰਕਾਰ ਬਨ ਕਰਕੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੰਮਣ ਮਰਨ ਤੇ ਬੰਧਨਾਂ ਨੂੰ ਕੱਟਣ ਵਾਲਾ ਪਾਵਨ ਉਪਦੇਸ਼ ਬਖਸ਼ਿਸ਼ ਕਰਨਾ ਕਰਦੇ ਨੇ। ਤੇ ਬੜੇ ਪਿਆਰ ਦੇ ਵਿੱਚ ਆਏ ਹੋਏ ਸਿੱਖਾਂ ਨੇ ਬੇਨਤੀ ਕਰਨਾ ਕੀਤੀ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪ੍ਰਬਲ ਭਾਵਨਾ ਪ੍ਰਗਟ ਹੋ ਜਾਂਦੀ ਏ ਕਿ ਸਤਿਗੁਰੂ ਜੀ ਸਾਨੂੰ ਮੋਹ ਦੇ ਚਿੱਕੜ ਵਿੱਚੋਂ ਕਿਰਪਾ ਕਰਕੇ ਕੱਢ ਲੈਣ, ਸਾਡਾ ਜੰਮਣ ਮਰਨ ਕੱਟਿਆ ਜਾਵੇ,
ਅਬ ਕੀ ਬਾਰ ਬਖਸ਼ ਬੰਦੇ ਕਉ, ਬਾਹਰ ਨਾ ਭਵ ਜਲ ਫੇਰਾ। ਸੱਚੇ ਪਾਤਸ਼ਾਹ ਇਸੇ ਵਾਰੀ ਪਾਰ ਉਤਾਰਾ ਕਰ ਦਿਓ। ਦੁੱਖ ਰੂਪੀ ਸੰਸਾਰ ਦੇ ਅੰਦਰ ਜਨਮਾਂ ਨੂੰ ਧਾਰਨ ਕਰਕੇ ਮੁੜ ਮੁੜ ਕੇ ਸਾਡਾ ਫੇਰਾ ਨਾ ਹੋਵੇ, ਆਉਣਾ ਜਾਣਾ ਨਾ ਪਵੇ। ਮਹਾਰਾਜ ਉਹਨਾਂ ਦੀ ਭਾਵਨਾ ਕੈਸੀ ਹੁੰਦੀ ਏ। ਤੇ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਪਿਆਰਿਓ ਉਹ ਫਿਰ ਸਰੀਰਾਂ ਦਾ, ਸੰਬੰਧੀਆਂ ਦਾ, ਪਦਾਰਥਾਂ ਦਾ ਮੋਹ ਨਹੀਂ ਕਰਦੇ। ਸਰਬਤ ਪ੍ਰਕਾਰ ਦੇ ਮੋਹ ਨੂੰ ਛੱਡ ਕਰਕੇ ਜਾਣ ਲੈਂਦੇ ਨੇ ਇਹ ਤੇ ਭ੍ਰਮ ਕੀ ਕੋਈ ਹੈ, ਭਰਮ ਦਾ ਖੂਹਾ ਏ। ਇਸ ਦੇ ਵਿੱਚੋਂ ਬਚਣ ਵਾਸਤੇ ਫਿਰ ਸੰਸਾਰ ਦੇ ਨਾਲ ਮੋਹ ਨਾ ਕਰਕੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਹੀ ਪਿਆਰ ਕਰਦੇ ਨੇ। ਪਰਮਾਤਮਾ ਜੀ, ਦੁੱਖਾਂ ਨੂੰ ਕੱਟਣ ਵਾਲੇ ਵੀ ਤੁਸੀਂ, ਸੁੱਖਾਂ ਦੇ ਬਖਸ਼ਣ ਵਾਲੇ ਵੀ ਤੁਸੀਂ, ਆਤਮਿਕ ਆਨੰਦ ਦੇ ਸੁਆਮੀ ਵੀ ਤੁਸੀਂ, ਚਰਨਾਂ ਦੀ ਭੇਤ ਦਾ ਬਖਸ਼ਣ ਵਾਲੇ ਵੀ ਤੁਸੀਂ, ਸਾਹਿਬ ਸੱਚੇ ਪਾਤਸ਼ਾਹ ਜੀ ਲੋਕ ਪਰਲੋਕ ਦੇ ਰੱਖਿਅਕ ਵੀ ਤੁਸੀਂ। ਤੇ ਜਦੋਂ ਸਭ ਕੁਝ ਤੁਸੀਂ ਆਪੇ ਹੀ ਆਪ ਹੋ, ਸਾਡੇ ਕਿਰਪਾਲਤਾ ਕਰਕੇ ਫਿਰ ਮਹਾਰਾਜ ਆਪਣੇ ਨਾਲ ਹੀ ਜੋੜ ਲਵੋ। ਸਕੇ ਸੰਬੰਧੀ ਸਾਨੂੰ ਨਜ਼ਰ ਆਉਂਦੇ ਨੇ, ਇਸ ਕਰਕੇ ਇਹਨਾਂ ਦਾ ਮੋਹ ਉਪਜਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਦੀਦਾਰ ਸਾਨੂੰ ਪ੍ਰਾਪਤ ਨਹੀਂ, ਇਸ ਕਰਕੇ ਸਾਡੇ ਹਿਰਦੇ ਵਿੱਚ ਪਿਆਰ ਨਹੀਂ ਉਤਪੰਨ ਹੁੰਦਾ ਹੈ। ਸੱਚੇ ਸਾਹਿਬ ਜੀ ਕਿਰਪਾਲਤਾ ਕਰਕੇ ਸਾਨੂੰ ਆਪਣਾ ਦਰਸ਼ਨ ਦੀਦਾਰ ਬਖਸ਼ੋ। ਮਹਾਰਾਜ ਸੱਚੇ ਪਾਤਸ਼ਾਹ ਜੀ ਐਸੀ ਭਾਵਨਾ ਬਣ ਆਵੇ, ਆਪ ਜੀ ਸਦਾ ਸਾਡੇ ਅੰਗ ਸੰਗ ਤੇ ਰਖਵਾਲੇ ਹੋ। ਆਪ ਜੀ ਦੇ ਦੀਦਾਰਾਂ ਨੂੰ ਪ੍ਰਾਪਤ ਕਰਕੇ ਅਸੀਂ ਮੁਕਤ ਹੋਈਏ, ਐਸੀ ਭਾਵਨਾ ਤਿਨਾਂ ਦੀ ਹੁੰਦੀ ਏ। ਤੇ ਸਿੱਖਾਂ ਨੇ ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਐਸੇ ਭਾਵਨੀ ਵਾਲਿਆਂ ਦੀ ਪਛਾਣ ਕਿਵੇਂ ਹੋਵੇ, ਦੇਖ ਕਰਕੇ ਕਿਵੇਂ ਪਛਾਣੇ ਜਾਣ ਕਿ ਇਹ ਗੁਰ ਪਰਮੇਸ਼ਰ ਜੀ ਦੇ ਦੀਦਾਰਿਆਂ ਦੀ ਭਾਵਨਾ ਵਾਲੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਗੌੜੀ ਰਾਗ ਦੇ ਅੰਦਰ ਪਾਵਨ ਉਪਦੇਸ਼ ਬਖਸ਼ਿਸ਼ ਕਰਕੇ ਉਹਨਾਂ ਭਾਵਨਾ ਵਾਲਿਆਂ ਦੇ ਮਨ ਦੀ ਅਵਸਥਾ ਨੂੰ ਪ੍ਰਗਟ ਕਰਦੇ ਹਨ ਜੀ। ਹਰ ਪੇਖਨ ਕਾ ਸਿਮਰਤ ਮਨ ਮੇਰਾ। ਸਦਾ ਬੇਨਤੀਆਂ ਕਰਦੇ ਨੇ, ਇਹ ਗੁਰ ਪਰਮੇਸ਼ਰ ਜੀ ਆਪ ਜੀ ਦੇ ਦੀਦਾਰਿਆਂ ਵਾਸਤੇ, ਆਪ ਜੀ ਦਾ ਪਾਵਨ ਦਰਸ਼ਨ ਕਰਨ ਵਾਸਤੇ ਇਹ ਜਿਹੜਾ ਸਾਡਾ ਮਨ ਹੈ ਨਾ, ਇਹ ਸਦਾ ਹੀ ਅਰਜ਼ੋਈਆਂ ਕਰਦਾ ਹੈ, ਅਰਦਾਸਾਂ ਕਰਦਾ ਹੈ। ਮਹਾਰਾਜ ਇਸ ਮਨ ਨੂੰ ਬੜੀ ਪਿਆਸਾ, ਬੜੀ ਸਿੱਖ ਲੱਗੀ ਹੈ ਆਪ ਜੀ ਦੇ ਦਰਸ਼ਨਾਂ ਦੀ। ਇਸੇ ਹੀ ਪ੍ਰਕਾਰ ਹਰ ਪੇਖਨ ਕਾ ਸਿਮਰਤ ਮਨ ਮੇਰਾ। हे ਹਰੀ ਪ੍ਰਮਾਤਮਾ ਵਾਹਿਗੁਰੂ ਜੀ, ਆਪ ਜੀ ਦੇ ਪਾਵਨ ਦੀਦਾਰ ਕਰਨੇ ਵਾਸਤੇ ਪੂਰੇ ਸਤਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਕਰਕੇ ਗੁਰ ਮੰਤਰ ਦੁਆਰਾ ਮੰਨਦੇ ਕਰਕੇ ਆਪ ਜੀ ਦੇ ਨਾਮ ਨੂੰ ਸਦਾ ਹੀ ਸਿਮਰਨਾ ਕਰਦੇ ਹਾਂ। ਸਾਹਿਬ ਜੀ ਆਪ ਜੀ ਨੇ ਬਖਸ਼ਿਸ਼ ਕੀਤੀ ਹੈ, ਮਨ ਨੂੰ ਆਪਣੇ ਨਾਮ ਰੂਪੀ ਚਰਨਾਂ ਦੇ ਨਾਲ ਜੋੜਿਆ ਹੈ। ਹੁਣ ਹਰ ਵੇਲੇ ਮਨ ਕਰਕੇ ਆਪ ਜੀ ਦੇ ਨਾਮ ਦੀ ਆਰਾਧਨਾ ਕਰਦੇ ਹਾਂ ਹਿਰਦੇ ਦੇ ਅੰਦਰ। ਆਸ ਪਿਆਸੀ ਚਿਤਵੋਂ ਦਿਨ ਰਹਿਣੀ। ਆਪ ਜੀ ਦੇ ਦਰਸ਼ਨਾਂ ਦੀ ਆਸ ਬੜੀ ਲੱਗੀ ਹੈ। ਦਰਸ਼ਨਾਂ ਦੇ ਆਸਵੰਦ ਐਸੇ ਹੋਇਆ ਕਿ ਪਿਆਸ ਬੜੀ ਲੱਗੀ ਹੈ। ਦਰਸ਼ਨਾਂ ਦੀ ਪਿਆਸ ਭਾਵ ਤ੍ਰਿਖਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਪ੍ਰਬਲ ਇੱਛਾ ਹਿਰਦੇ ਦੇ ਅੰਦਰ ਜਾਗੀ ਹੈ ਆਪ ਜੀ ਦੇ ਦਰਸ਼ਨਾਂ ਦੀ। ਇਸ ਕਰਕੇ ਰਾਤ ਦਿਨ ਹਿਰਦੇ ਦੇ ਅੰਦਰ ਆਪ ਜੀ ਦਾ ਹੀ ਨਾਮ ਚਿਤਾਰਦੇ ਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਦੀ ਸ਼ਰਨ ਪੈ ਕਰਕੇ ਗੁਰ ਪਰਮੇਸ਼ਰ ਜੀ ਦੇ ਗੁਰ ਮੰਤਰ ਦੁਆਰਾ ਰਾਤ ਦਿਨ ਆਪ ਜੀ ਦੇ ਹੀ ਨਾਮ ਦੇ ਸਿਮਰਨ ਨੂੰ ਕਰਨਾ ਕਰਦੇ ਹਾਂ ਜੀ। ਹੈ ਕੋਈ ਸੰਤ ਮਿਲਾਵੇ ਨੇਰਾ। ਤੇ ਨਾਲ ਹਿਰਦੇ ਦੀ ਜਗਿਆਸਾ ਪ੍ਰਗਟ ਕਰਦੇ ਆ, ਸਦਾ ਬੇਨਤੀਆਂ ਕਰਦੇ ਨੇ, ਭਾਈ ਹੈ ਕੋਈ ਐਸਾ ਸੰਤ ਜਿਹੜਾ ਮੈਨੂੰ ਮੇਰੇ ਹਰੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਨੇੜੇ ਹੀ ਮਿਲਾ ਦੇਵੇ। ਨੇੜੇ ਕਿਵੇਂ ਜੀ? ਪਰਮਾਤਮਾ ਜੀ ਨੂੰ ਤਾਂ ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਕੋਈ ਆਖਦਾ ਬੜੀ ਨੇੜੇ ਹੈ ਤੇ ਕੋਈ ਆਖਦਾ ਬੜੀ ਦੂਰ, ਪਰ ਤੁਸਾਂ ਦੂਰ ਦੀ ਬਾਤ ਨਹੀਂ ਕਹੀ, ਕੱਲਾ ਨੇੜੇ ਹੀ ਆਖਿਆ। ਤੇ ਹਜ਼ੂਰ ਦਾ ਫਰਮਾਨ ਹੈ, ਸੰਤ ਜਨਾਂ ਦੇ ਹਿਰਦੇ ਦੇ ਅੰਦਰ ਜੂ ਤਾਂ ਵਸਦਾ ਹੈ। ਹਿਰਦੇ ਅੰਦਰ ਵਸਣੇ ਕਰਕੇ ਉਸ ਜਗਿਆਸੂ ਨੂੰ ਤੇ ਨੇੜੇ ਹੀ ਹੈ ਨਾ, ਜਿਹੜਾ ਉਸ ਦੀ ਸ਼ਰਨ ਵਿੱਚ ਪੈ ਗਿਆ। ਇਸੇ ਪ੍ਰਕਾਰ ਸੰਤ ਜਨਾਂ ਦੇ ਸਦਾ ਨੇੜੇ ਵਸਦਾ ਹੈ, ਅੰਗ ਸੰਗ ਵਸਦਾ ਹੈ ਪ੍ਰਗਟ ਰੂਪ ਦੇ ਅੰਦਰ। ਇਸ ਕਰਕੇ ਨੇੜੇ ਹੀ ਹੈ। ਐਸਾ ਕੋਈ ਸੰਤ ਮਿਲ ਜਾਵੇ ਜਿਹੜਾ ਹਰੀ ਪਰਮਾਤਮਾ ਜੀ ਨੂੰ ਮਿਲਾ ਦੇਵੇ ਤੇ ਹਿਰਦੇ ਦੀ ਭਾਵਨਾ ਬਣ ਜਾਵੇ, ਪਰਮਾਤਮਾ ਜੀ ਮੇਰੇ ਤੋਂ ਦੂਰ ਨਹੀਂ, ਪਰਮੇਸ਼ਰ ਜੀ ਮੇਰੇ ਤੋਂ ਦੂਰ ਨਹੀਂ, ਪਰਮੇਸ਼ਰ ਜੀ ਤਾਂ ਸਦਾ ਅੰਗ ਸੰਗੇ, ਸਦਾ ਹੀ ਅੰਗ ਸਰੀਰ ਦੇ ਨਾਲ ਹੀ ਵਸਦੇ ਨੇ। ਧਨ ਪੇਰਕਾ ਇੱਕ ਹੀ ਸੰਗ ਵਾਸਾ ਜੀ। ਐਸੇ ਪਤੀ ਪਰਮਾਤਮਾ ਜੀ ਨੇੜੇ ਕਿੱਥੇ ਵਸਦੇ ਨੇ? ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਹਿਰਦੇ ਦੇ ਅੰਦਰ ਜਿੱਥੇ ਜੀਵ ਆਤਮਾ ਵਸਦੀ ਹੈ ਨਾ, ਧਨ ਜੀਵ ਇਸਤਰੀ, ਉੱਥੇ ਹੀ ਫਿਰ ਪਤੀ ਪਰਮਾਤਮਾ ਹਰੀ ਅਕਾਲ ਪੁਰਖ ਜੀ ਦਾ ਵਾਸਾ ਹੈ। ਪਰਮਾਤਮਾ ਜੀ ਦੂਰ ਨਹੀਂ। ਤੇ ਸਦਾ ਬੇਨਤੀਆਂ ਕਰਦੇ ਨੇ, ਹੈ ਕੋਈ ਐਸਾ ਸਤਿਗੁਰੂ ਜੀ ਦਾ ਪਿਆਰਾ ਸੰਤ
ਜਿਹੜਾ ਮੈਨੂੰ ਹਰੀ ਪਰਮਾਤਮਾ ਜੀ ਨੂੰ ਨੇੜੇ ਹੀ ਮਿਲਾ ਦੇਵੇ, ਮੇਰੇ ਅੰਗ ਸੰਗ ਹੀ ਪ੍ਰਗਟ ਕਰ ਦੇਵੇ, ਮੈਨੂੰ ਦੀਦਾਰ ਕਰਵਾ ਦੇਵੇ। ਰਹਾਉ ਵਿਸਰਾਮ ਦੇ ਕਰਕੇ ਸਾਹਿਬ ਜੀ ਫਰਮਾਨ ਕਰਨਾ ਕਰਦੇ ਹਨ ਜੀ। ਸੇਵਾ ਕਰੋ ਦਾਸ ਦਾਸਨ ਕੀ। ਐਸਾ ਜੇ ਕੋਈ ਸੰਤ ਮਿਲ ਜਾਵੇ ਤੇ ਫਿਰ ਤਿੰਨਾਂ ਦੀ ਸ਼ਰਨ ਵਿੱਚ ਪੈ ਕਰਕੇ ਕਰਨਾ ਕੀ ਕਰੀਏ ਜੀ। ਹਜ਼ੂਰ ਫਰਮਾਵਦੇ ਨੇ ਫਿਰ ਤਿੰਨਾਂ ਦੀ ਭਾਵਨਾ ਹੁੰਦੀ ਹੈ, ਐਸਾ ਪ੍ਰਮਾਤਮਾ ਦਾ ਪਿਆਰਾ ਦਾਸ ਸੰਤ ਮਿਲ ਜਾਵੇ ਨਾ, ਸੰਤ ਦੀ ਤੇ ਸੇਵਾ ਕਰਨੀ ਹੈ। ਜਿਹੜੇ ਸੰਤ ਦੀ ਸੇਵਾ ਵਿੱਚ ਰਹਿਣ ਵਾਲੇ ਦਾਸ ਨੇ, ਉਹਨਾਂ ਦਾਸਨ ਕੀ, ਉਹਨਾਂ ਦਾਸਾਂ ਦੀ ਵੀ ਦਾਸੀ ਹੋ ਕਰਕੇ ਸੇਵਾ ਕਰਾਂ, ਉਹਨਾਂ ਦੀ ਆਗਿਆਕਾਰੀ ਹੋ ਕਰਕੇ ਸੇਵਾ ਕਰਨਾ ਕਰਾਂ। ਇਸੇ ਹੀ ਪ੍ਰਕਾਰ ਸੇਵਾ ਕਰੋ ਦਾਸ ਦਾਸਨ ਕੀ। ਜਿਹੜੇ ਸੰਤ ਜਨ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਦੇ ਵਿੱਚ ਸਦਾ ਜੁੜੇ ਰਹਿੰਦੇ ਨੇ, ਜਿਹੜੇ ਉਹਨਾਂ ਦੇ ਦਾਸ ਨੇ, ਸੇਵਾਦਾਰ, ਤੇ ਸੇਵਾਦਾਰਾਂ ਦੇ ਵੀ ਅੱਗੇ ਸੇਵਾਦਾਰ ਨੇ, ਉਹਨਾਂ ਦੀ ਸੇਵਾ ਵਿੱਚ ਸਮਾਹਿਤ ਚਿੱਤ ਹੋ ਕਰਕੇ, ਇਕਾਗਰ ਚਿੱਤ ਹੋ ਕਰਕੇ ਲੱਗਣਾ ਕਰਾਂ। ਕਿਤੇ ਸੰਤ ਦੀ ਦ੍ਰਿਸ਼ਟੀ ਪੈ ਜਾਵੇ ਸਾਡੇ ਸੇਵਾਦਾਰਾਂ ਦੇ, ਸੇਵਾ ਦੀ ਅੱਗੇ ਜੋ ਸੇਵਾਦਾਰ ਨੇ ਉਹਨਾਂ ਦਾ ਇਹ ਸੇਵਾਦਾਰ ਹੈ, ਤੇ ਤਰਸ ਆ ਜਾਵੇ ਕਿ ਭਾਵਨਾ ਦੇ ਨਾਲ ਸਾਡੇ ਸੇਵਾਦਾਰਾਂ ਦੀ ਸੇਵਾ ਕਰਦਾ, ਇਸ ਨੂੰ ਮਿਲਾ ਹੀ ਦਈਏ। ਇਸ ਪ੍ਰਕਾਰ ਦਾਸਾ ਭਾਵ ਨੂੰ ਧਾਰਨ ਕਰਕੇ, ਨਿਮਰਤਾ ਨੂੰ ਧਾਰਨ ਕਰਕੇ, ਜਾਤ ਦੇ, ਕੁਲ ਦੇ, ਵਿਦਿਆ ਦੇ, ਗੁਣਾਂ ਦੇ, ਸਰੂਪ ਦੇ, ਜਵਾਨੀ ਦੇ, ਹੰਕਾਰ ਨੂੰ ਤਿਆਗ ਕਰਕੇ ਦਾਸਾਂ ਦੇ ਦਾਸ ਬਣ ਜਾਣਾ ਕਰੀਏ, ਸੇਵਾਦਾਰਾਂ ਦੇ ਵੀ ਸੇਵਾਦਾਰ ਬਣ ਜਾਣਾ ਕਰੀਏ। ਅਨੇਕ ਭਾਂਤ ਤਿਸ ਕਰੋ ਨਿਹੋਰਾ। ਤੇ ਅਨੇਕ ਤਰੀਕਿਆਂ ਦੇ ਨਾਲ, ਜੁਗਤੀਆਂ ਦੇ ਨਾਲ, ਬੜੇ ਪਿਆਰੇ ਬਚਨਾਂ ਦੇ ਨਾਲ ਤਿੰਨਾਂ ਨੂੰ ਕਰੋ ਨਿਹੋਰਾ, ਤਿੰਨਾਂ ਨੂੰ ਅਰਜ਼ ਕਰਾਂ। ਨਿਹੋਰਾ ਤੋਂ ਭਾਵ ਹੈ ਐਸਾ ਬਚਨ ਕਰਨਾ ਜਿਸ ਦੇ ਪ੍ਰਥਾਏ ਕੀਤਾ ਜਾਵੇ, ਉਹ ਸੁਣਨ ਵਾਲਾ ਪ੍ਰਸੰਨ ਹੋ ਜਾਵੇ। ਭਾਵ ਅਰਦਾਸ ਬੇਨਤੀ, ਐਸੀ ਅਰਦਾਸ ਨਿਮਰਤਾ ਦੇ ਨਾਲ ਤਿੰਨਾਂ ਦੇ ਅੱਗੇ ਅਰਜ਼ ਗੁਜ਼ਾਰਨਾ ਕਰਾਂ, ਹੈ ਪਰਮੇਸ਼ਰ ਦੇ ਦਾਸਾਂ ਦੇ ਦਾਸ ਜੀਓ, ਅਥਵਾ ਜੋ ਪਰਮੇਸ਼ਰ ਦੇ ਦਾਸ ਸੰਤ ਨੇ ਉਹਨਾਂ ਦੇ ਦਾਸ ਸੇਵਾਦਾਰ ਜੀਓ, ਕਿਰਪਾਲਤਾ ਕਰੋ। ਨਾਮ ਰਸੀਆਂ ਦੀ ਤੁਸੀਂ ਸੰਗਤ ਕਰਦੇ ਹੋ, ਤਿੰਨਾਂ ਦੇ ਪਾਸੋਂ ਸਾਡੇ ਵੀ ਗੁਨਾਹ ਬਖਸ਼ਾ ਦੇਵੋ। ਤਿੰਨਾਂ ਦੀ ਸੰਗਤ ਵਿੱਚ ਮੇਲ ਕਰਕੇ ਸਾਨੂੰ ਵੀ ਐਸੇ ਸੰਤਾਂ ਦੇ ਦਾਸ ਬਣਾ ਦੇਵੋ, ਅਸੀਂ ਵੀ ਸੇਵਾ ਕਰਕੇ ਸਫਲੇ ਹੋ ਜਾਈਏ। ਅਨੇਕ ਪ੍ਰਕਾਰ ਦੇ ਬਚਨ ਕਰਕੇ ਸਮਾਹਿਤ ਚਿੱਤ ਦੇ ਨਾਲ, ਨਿਮਰਤਾ ਭਾਵ ਦੇ ਨਾਲ ਤਿੰਨਾਂ ਦੇ ਅੱਗੇ ਅਰਜ਼ਾਂ ਗੁਜ਼ਾਰਦੇ ਰਹੀਏ। ਤੁਲਾ ਧਾਰ ਤੋਲੇ ਸੁਖ ਸਗਲੇ। ਤੇ ਜੇ ਕੋਈ ਪੁੱਛਣਾ ਕਰੇ ਜੀ ਦੁਨੀਆ ਦੇ ਵਿੱਚ ਇੰਨੇ ਸੁੱਖ ਨੇ ਤੇ ਦੁਨੀਆ ਦੇ ਸਾਰੇ ਸੁੱਖਾਂ ਨੂੰ ਛੱਡ ਕੇ ਤੇ ਦਾਸਾ ਭਾਵ ਨੂੰ ਧਾਰਨ ਕਰਕੇ ਸੰਤਾਂ ਦੀ ਸੇਵਾ ਕਿਉਂ ਕਰਨੀ ਹੈ, ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਤੁਲਾ ਦੇ ਅੰਦਰ ਰੱਖ ਕਰਕੇ ਦੁਨੀਆ ਦੇ ਜਿਹੜੇ ਸਾਰੇ ਸੁੱਖ ਨੇ ਬੁੱਧੀ ਰੂਪੀ ਵੱਟੇ ਦੇ ਨਾਲ ਅਥਵਾ ਸ਼ਾਸਤਰ ਗਿਆਨ ਦੇ ਵੱਟੇ ਦੇ ਨਾਲ ਤੋਲ ਰਹਿਣਾ ਕੀਤਾ ਏ। ਜਿਵੇਂ ਤਕੜੀ ਦੇ ਵਿੱਚ ਇੱਕ ਪਾਸੇ ਵੱਟਾ ਪਾਇਆ ਜਾਂਦਾ, ਦੂਸਰੇ ਪਾਸੇ ਵਸਤੂ ਪਾਈ ਜਾਂਦੀ ਹੈ। ਜੇ ਤੇ ਵਟਿਆਂ ਵਾਲੇ ਪੱਲੇ ਦੇ ਨਾਲੋਂ ਨੀਵਾ ਆ ਜਾਵੇ ਪਦਾਰਥ ਵਾਲਾ ਪੱਲਾ ਤੇ ਫਿਰ ਗੌਰਾ ਹੈ, ਭਾਰਾ ਹੈ, ਤੇ ਜੇ ਉੱਚਾ ਚਲਿਆ ਜਾਵੇ ਫਿਰ ਹੌਲਾ ਹੈ, ਹਲਕਾ ਹੈ। ਇਸੇ ਪ੍ਰਕਾਰ ਬਚਨਾਂ ਨੂੰ ਕਰਨਾ ਕਰਦੇ ਨੇ ਬੁੱਧੀ ਰੂਪ ਤਕੜੀ ਦੇ ਅੰਦਰ ਸ਼ਾਸਤਰ ਪ੍ਰਮਾਣ ਰੂਪੀ ਵਟਿਆਂ ਦੇ ਨਾਲ ਅਥਵਾ ਵਿਚਾਰ ਰੂਪੀ ਵਟਿਆਂ ਦੇ ਨਾਲ ਜਿਸ ਵੇਲੇ ਦੁਨੀਆ ਦੇ ਦੁਨਿਆਵੀ ਸੁੱਖਾਂ ਨੂੰ ਤੋਲਣਾ ਕੀਤਾ। ਬਿਨ ਹਰ ਦਰਸ ਸਭੋ ਹੀ ਥੋਰਾ। ਤੇ ਫਿਰ ਵਿਚਾਰ ਕਰਨੀ ਕੀਤੀ ਕਿ ਪ੍ਰਮਾਤਮਾ ਜੀ ਦਾ ਦਰਸ਼ਨ ਹੀ ਸਭ ਤੋਂ ਗੌਰਾ ਹੈ, ਭਾਰਾ ਹੈ, ਵੱਡਾ ਭਾਰੀ ਸੁਖ ਦਾਤਾ ਤੇ ਫਲਦਾਇਕ ਹੈ। ਗੁਰ ਪਰਮੇਸ਼ਰ ਜੀ ਦੇ ਦਰਸ਼ਨਾਂ ਤੋਂ ਬਿਨਾਂ ਸੰਸਾਰ ਦੇ ਅੰਦਰ ਜਿਤਨੇ ਵੀ ਪਦਾਰਥ ਨੇ ਸਭ ਹੌਰਾ, ਸਾਰੇ ਹੌਲੇ ਨੇ, ਸਾਰੇ ਤੁਛ ਨੇ, ਸਦਾ ਰਹਿਣ ਵਾਲੇ ਨਹੀਂ, ਸਦੀਵ ਸੁਖ ਦੇਣ ਵਾਲੇ ਨਹੀਂ। ਪਰ ਪਰਮਾਤਮਾ ਜੀ ਦਾ ਜਿਹੜਾ ਦੀਦਾਰ ਹੈ ਸਦੀਵ ਕਾਲ ਅਨੰਤ ਕਾਲ ਤੱਕ ਸੁਖ ਸਰੂਪ, ਸੁਖ ਦਾਤਾ, ਸੁਖ ਬਖਸ਼ਣ ਵਾਲਾ ਹੈ। ਇਸ ਕਰਕੇ ਦੁਨੀਆ ਦੇ ਪਦਾਰਥਾਂ ਨੂੰ, ਇਹਨਾਂ ਦੇ ਚਸਕੇ ਨੂੰ, ਇਹਨਾਂ ਦੀ ਪ੍ਰਾਪਤੀ ਨੂੰ, ਰਸਾਂ ਕਸਾਂ ਦੇ ਮਾਨਣ ਤੇ ਭੋਗਣ ਨੂੰ ਹੌਰਾ ਜਾਣ ਕਰਕੇ, ਹੌਲਾ ਜਾਣ ਕਰਕੇ ਛੱਡ ਦਿੱਤਾ ਹੈ ਤੇ ਪਰਮਾਤਮਾ ਜੀ ਦੇ ਦਰਸ਼ਨਾਂ ਨੂੰ ਹੀ ਪਿਆਰਾ ਕਰਕੇ ਮੰਗਣਾ ਕੀਤਾ ਹੈ। ਇਹਨਾਂ ਦੀਦਾਰਿਆਂ ਨੂੰ ਪ੍ਰਾਪਤ ਕਰਨ ਵਾਸਤੇ ਹੀ ਸੰਤਾਂ ਦੇ ਸ਼ਰਨ ਦੇ ਵਿੱਚ ਪੈ ਕਰਕੇ ਤਿੰਨਾਂ ਦੇ ਦਾਸਾਂ ਨੂੰ ਬੇਨਤੀਆਂ ਨੇ ਜੀ, ਵੱਡਾ ਭਾਰੀ ਤੇ ਪਰਮਾਤਮਾ ਦਾ ਦਰਸ਼ਨ ਹੀ ਹੈ। ਤੇ ਸੰਤ ਜਨ ਮਹਾਤਮਾ ਜਿਹੜੇ ਬ੍ਰਹਮ ਨੇਸ਼ਟੀ, ਬ੍ਰਹਮ ਸਰੋਤਰੀ, ਆਪ ਨਿਤ ਦੀਦਾਰ ਕਰਨੇ ਵਾਲੇ ਨੇ, ਤਿੰਨਾਂ ਨੂੰ ਬੇਨਤੀ ਕਰਨਾ ਕਰੀਏ ਜੀ ਸਾਨੂੰ ਵੀ ਪਾਵਨ ਦੀਦਾਰ ਕਰਵਾ ਦਿਓ, ਜਿਹੜੇ ਵੱਡੇ ਭਾਰੀ ਬਖਸ਼ਿਸ਼ਾਂ ਦੇ ਦਾਤੇ ਤੇ ਸਥਿਰ ਸਰੂਪ ਹਨ। ਸੰਤ ਪ੍ਰਸਾਦ ਗਾਏ ਗੁਣ ਸਾਗਰ। ਜੀ ਫਿਰ ਇਸ ਪ੍ਰਕਾਰ ਸੰਤਾਂ ਦੀ ਸ਼ਰਨ ਵਿੱਚ ਪੈਣ ਦਾ ਕੋਈ ਮਹਾਤਮ ਵੀ ਮਿਲਿਆ। ਕੀ ਫਲ ਮਿਲਿਆ ਜੀ ਸੰਤਾਂ ਦੀ ਸ਼ਰਨ ਵਿੱਚ ਪੈਣ ਦਾ?
ਤੇ ਹਜ਼ੂਰ ਫਰਮਾਵਣਾ ਕਰਦੇ ਨੇ ਉਹਨਾਂ ਉੱਤਮ ਜਗਿਆਸੂਆਂ ਦੀ ਐਸੀ ਅਵਸਥਾ ਬਣ ਜਾਂਦੀ ਏ ਸੰਤਾਂ ਦੀ ਸ਼ਰਨ ਵਿੱਚ ਪੈ ਕਰਕੇ ਗਾਏ ਗੁਣ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ, ਗੁਣ ਸਰੂਪ ਜੀ ਦੇ ਨਾਮ ਨੂੰ ਸਦਾ ਗਾਇਨ ਕਰਨਾ ਕੀਤਾ। ਇਸੇ ਪ੍ਰਕਾਰ ਸੰਤ ਪ੍ਰਸਾਦ ਗਾਏ ਗੁਣ ਸਾਗਰ। ਜੋ ਗੁਣਾਂ ਦਾ ਸਾਗਰ, ਗੁਣੀ ਨਿਧਾਨ ਪਰਮ ਪਿਤਾ ਪਰਮੇਸ਼ਵਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਹੈ ਨਾ, ਉਸ ਦੇ ਗੁਣਾਂ ਨੂੰ ਸੰਤ ਪ੍ਰਸਾਦ, ਸੰਤਾਂ ਦੀ ਕਿਰਪਾ ਦੇ ਨਾਲ ਗਾਇਨ ਕਰਨਾ ਕੀਤਾ ਹੈ। ਮਹਾ ਆਨੰਦ ਭਏ ਸੁਖ ਪਾਇਆ ਸੰਤਨ ਕੈ ਪ੍ਰਸਾਦੇ। ਇਹ ਸੰਤਾਂ ਦੀ ਕਿਰਪਾ ਦੇ ਨਾਲ ਜਦੋਂ ਨਾਮ ਜਪਣਾ ਕੀਤਾ ਤੇ ਬਹੁਤੇ ਵੱਡੇ ਭਾਰੀ ਆਤਮ ਸੁਖ ਨੂੰ ਮੰਨਣਾ ਕੀਤਾ ਹੈ, ਕਿਉਂਕਿ ਸੰਤ ਜਪਾਵੈ ਨਾਮ। ਸੰਤ ਨਾਮ ਜਪਾਉਂਦੇ ਨੇ, ਇਸ ਕਰਕੇ ਸੰਤਾਂ ਨੇ ਕਿਰਪਾਲਤਾ ਕੀਤੀ। ਗੁਣਾਂ ਦੇ ਸਾਗਰ ਪਰਮਾਤਮਾ ਜੀ ਦੇ ਨਾਮ ਦੇ ਸਿਮਰਨ ਦੇ ਅੰਦਰ ਜੋੜ ਦੇਣਾ ਕੀਤਾ। ਜਨਮ ਜਨਮ ਕੋ ਜਾਤ ਬਹੋਰਾ। ਤੇ ਜਿਹੜੇ ਜਨਮਾਂ ਜਨਮਾਂਤਰਾਂ ਦੇ ਵਿੱਚ ਰੁੜਦੇ ਜਾਂਦੇ ਹਾਂ, 84 ਲੱਖ ਦੇ ਪ੍ਰਵਾਹ ਦੇ ਵਿੱਚ ਰੁੜਦੇ ਜਾਂਦੇ ਸਾਂ, ਸਤਿਗੁਰੂ ਜੀ ਦੇ ਬਖਸ਼ੇ ਹੋਏ ਨਾਮ ਦੇ ਨਾਲ, ਸੰਤਾਂ ਦੀ ਕਿਰਪਾ ਦੇ ਨਾਲ ਜਦੋਂ ਸਤਿਗੁਰੂ ਜੀ ਦਾ ਬਖਸ਼ਾ ਨਾਮ ਜਪਿਆ ਨਾ, ਤੇ ਜਾਤ ਬਹੋਰਾ ਜਿਹੜੇ ਰੁੜਦੇ ਜਾਂਦੇ ਸਾਂ, ਸਤਿਗੁਰੂ ਜੀ ਨੇ ਬਹੋਰਾ ਸਾਨੂੰ ਰੱਖ ਲਿਆ। ਸਤਿਗੁਰੂ ਜੀ ਨੇ ਮੋੜ ਲਿਆ, ਰੁੜਦੇ ਜਾਂਦਿਆਂ ਨੂੰ ਫੜ ਲਿਆ, ਪਕੜ ਲਿਆ, ਬਚਾ ਲਿਆ। ਸਤਿਗੁਰੂ ਜੀ ਦਾ ਸਰੂਪ ਹੀ ਐਸਾ ਹੈ ਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬੰਦੀ ਛੋੜ ਨੇ, ਨਿਰੰਕਾਰ ਦੁਖਦਾਰੀ, ਦੁੱਖਾਂ ਨੂੰ ਕੱਟਣ ਵਾਲੇ ਨੇ। ਗਈ ਬਹੋੜ, ਗਈ ਹੋਈ ਅਵਸਥਾ ਨੂੰ ਵੀ ਮੋੜ ਕੇ ਲਿਆ ਦੇਣ ਵਾਲੇ ਨੇ। ਬੰਦੀ ਛੋੜ, ਜਿਵੇਂ ਪ੍ਰਤੱਖ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਛੁਡਾ ਦਿੱਤਾ, ਸੰਸਾਰ ਰੂਪੀ ਬੰਦੀਖਾਨੇ ਚੋਂ ਛੁਡਾ ਦੇਣ ਵਾਲੇ ਨੇ। 84 ਲੱਖ ਜੂਨੀਆਂ ਦੇ ਬੰਦੀਖਾਨੇ ਚੋਂ ਸਤਿਗੁਰੂ ਜੀ ਛੁਡਾ ਦੇਣ ਵਾਲੇ ਨੇ। ਇਸ ਪ੍ਰਕਾਰ ਜਿਹੜੇ ਜਨਮਾਂ ਜਨਮਾਂਤਰਾਂ ਵਿੱਚ ਰੁੜਦੇ ਜਾਂਦੇ ਸਾਂ 84 ਲੱਖ ਦੇ ਗੇੜਿਆਂ ਵਿੱਚ, ਸਤਿਗੁਰੂ ਜੀ ਨੇ ਕਿਰਪਾ ਕਰਕੇ ਬਹੋਰਾ ਸਾਨੂੰ ਮੋੜ ਲੈਣਾ ਕੀਤਾ, ਰੱਖ ਲੈਣਾ ਕੀਤਾ। ਜਿਹੜੇ ਜਗਿਆਸੂ ਜਨ ਸ਼ਰਨ ਵਿੱਚ ਪੈ ਕੇ ਜਪਦੇ ਨੇ, ਐਸੀ ਤਿਨਾਂ ਦੀ ਅਵਸਥਾ ਹੈ। ਫਿਰ ਉਹ ਕਹਿੰਦੇ ਨੇ ਤੇ ਸਤਿਗੁਰੂ ਜੀ ਨੇ ਕਿਰਪਾਲਤਾ ਕੀਤੀ, ਪੂਰੇ ਸੰਤਾਂ ਦੀ ਸੰਗਤ ਬਖਸ਼ਿਸ਼ ਕਰਨਾ ਕੀਤੀ, ਤੇ ਸਤ ਸੰਗਤ ਦੇ ਨਾਲ ਮਿਲ ਕਰਕੇ ਜਪਿਆ, ਤੇ ਸਤਿਗੁਰੂ ਜੀ ਨੇ ਜਨਮ ਜਨਮਾਂਤਰਾਂ ਤੋਂ ਰੱਖ ਲਿਆ ਹੈ ਜੀ। ਆਨੰਦ ਸੁਖ ਭੇਟਤ ਹਰ ਨਾਨਕ। ਤੇ ਜਿਹੜਾ ਆਨੰਦ ਸਰੂਪ ਸੁੱਖਾਂ ਦੇ ਦਾਤੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੇ, ਫਿਰ ਸਤ ਸੰਗਤ ਸੰਤ ਸ਼ਰਨ ਵਿੱਚ ਪੈ ਕਰਕੇ ਜਦੋਂ ਜਪਿਆ ਤੇ ਭੇਟਤ ਹਰ ਨਾਨਕ, ਹਜ਼ੂਰ ਫਰਮਾਵਣਾ ਕਰਦੇ ਨੇ, ਤੇ ਇਸ ਹਰੀ ਪਰਮਾਤਮਾ ਜੀ ਦਾ ਪ੍ਰਤੱਖ ਦੀਦਾਰ ਹੋ ਗਿਆ। ਭੇਟਤ ਤੋਂ ਭਾਵ ਹੈ ਮਿਲਣਾ। ਸੰਤਾਂ ਨੇ ਨਾਮ ਜਪਾ ਕਰਕੇ ਸਤ ਸੰਗਤ ਦੁਆਰਾ ਹਰੀ ਪਰਮੇਸ਼ਰ ਜੀ ਦੇ ਨਾਲ ਮਿਲਾ ਦੇਣਾ ਕੀਤਾ। ਜਨਮ ਕਿਰਤਾਰਥ ਸਫਲ ਸਵੇਰਾ। ਤੇ ਜਿਹੜਾ ਜਨਮ ਪਦਾਰਥ ਸੀ ਇਹ ਸਫਲਾ ਹੋ ਗਿਆ। ਸਵੇਰਾ, ਜਿਸ ਪ੍ਰਕਾਰ ਰਾਤ ਬਤੀਤ ਹੋਣ ਤੇ ਦਿਨ ਚੜ੍ਹਦਾ ਤੇ ਚਾਨਣ ਪ੍ਰਕਾਸ਼ ਹੁੰਦਾ ਨਾ, ਜਦੋਂ ਵਾਹਿਗੁਰੂ ਜੀ ਦਾ ਦੀਦਾਰ ਪ੍ਰਾਪਤ ਹੋਇਆ ਤੇ ਹਿਰਦੇ ਦੇ ਅੰਦਰ ਗਿਆਨ ਦਾ ਸਵੇਰਾ ਹੋ ਗਿਆ, ਅਥਵਾ ਬ੍ਰਹਮ ਗਿਆਨ ਰੂਪੀ ਸੂਰਜ ਚੜਿਆ, ਭਗਤੀ ਰੂਪੀ ਕਿਰਨਾਂ ਦੇ ਨਾਲ ਐਸਾ ਪ੍ਰਤਾਪ ਹੋਇਆ, ਅਗਿਆਨਤਾ ਦਾ ਸਾਰਾ ਹਨੇਰਾ ਮਿਟ ਗਿਆ। ਇਸੇ ਹੀ ਪ੍ਰਕਾਰ ਆਨੰਦ ਸੁਖ ਭੇਟਤ ਹਰ ਨਾਨਕ। ਜਿਹੜੇ ਆਨੰਦਾਂ ਦੇ ਦਾਤੇ ਸੁਖ ਸਰੂਪ ਪ੍ਰਮਾਤਮਾ ਜੀ ਨੇ, ਹਜ਼ੂਰ ਫਰਮਾਉਂਦੇ ਜਦੋਂ ਜੀਵ ਆਤਮਾ ਦਾ ਉਸ ਦੇ ਨਾਲ ਮਿਲਾਪ ਹੋਇਆ, ਜਨਮ ਕਿਰਤਾਰਥ ਸਫਲ ਸਵੇਰਾ। ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾਲਤਾ ਕੀਤੀ, ਜਿਹੜਾ ਜਨਮ ਸੀ ਇਹ ਕਿਰਤਾਰਥ ਕਰ ਦਿੱਤਾ, ਸਫਲ ਸਹਿਤ ਬ੍ਰਹਮ ਗਿਆਨ ਰੂਪੀ ਫਲ ਦੇ ਕਰ ਦਿੱਤਾ। ਸਫਲ ਫਲ, ਫਲ ਦੇ ਸਹਿਤ, ਬ੍ਰਹਮ ਗਿਆਨ ਰੂਪੀ ਫਲ ਦੇ ਸਹਿਤ ਕਰ ਦਿੱਤਾ ਸਵੇਰਾ। ਰਾਰਾ, ਲੱਲਾ ਤੇ ੜਾੜਾ ਸਵਰਣੀ ਅੱਖਰ ਹੁੰਦੇ ਨੇ। ਇੱਥੇ ਡਾਕਟਰ ਭਾਈ ਵੀਰ ਸਿੰਘ ਜੀ ਨੇ, ਸੰਤ ਬਾਬਾ ਗੁਰਬਚਨ ਸਿੰਘ ਜੀ ਨੇ, ਇਸੇ ਪ੍ਰਕਾਰ ਫਰੀਦਕੋਟ ਵਾਲੇ ਟੀਕੇ ਨੇ, ਤਿੰਨਾਂ ਨੇ ਇੱਕ ਹੀ ਅਰਥ ਕੀਤਾ ਹੈ, ਸਵੇਰਾ ਤੋਂ ਭਾਵ ਸਵੇਲਾ। ਜੋ ਸਵੇਰਾ ਦਾ ਤੀਸਰਾ ਅੱਖਰ ਰਾਰਾ ਹੈ, ਸਵਰਣੀ ਅੱਖਰ ਹੋਣ ਕਰਕੇ ਇਸ ਨੂੰ ਲੱਲਾ ਲਿਆ ਜਾਂਦਾ ਹੈ। ਸਵੇਲਾ, ਮਨੁੱਖਾ ਜਨਮ ਰੂਪੀ ਵੇਲਾ ਵੀ ਸਫਲਾ ਹੋ ਗਿਆ। ਮਨੁੱਖਾ ਜਨਮ ਰੂਪੀ ਜਿਹੜਾ ਅੰਮ੍ਰਿਤ ਰੂਪ ਵੇਲਾ ਹੈ, ਕਿਉਂਕਿ ਅੰਮ੍ਰਿਤ ਨਾਮ ਨੂੰ ਜਪਣ ਦਾ, ਇਸ ਪ੍ਰਕਾਰ ਜਨਮ ਰੂਪੀ ਵੇਲਾ ਵੀ ਜਿਹੜਾ ਸੀ ਉਹ ਸਫਲਾ ਹੋ ਗਿਆ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰ ਦਿੱਤੀ, ਜਨਮ ਵੀ ਕਿਰਤਾਰਥ ਸਫਲਾ ਕਰ ਦਿੱਤਾ, ਤੇ ਜੀਵ ਰੂਪ ਆਤਮਾ ਅਥਵਾ ਹਿਰਦੇ ਨੂੰ ਸਹਿਤ ਬ੍ਰਹਮ ਰੂਪੀ ਗਿਆਨ ਦੇ ਕਰ ਦਿੱਤਾ, ਬ੍ਰਹਮ ਗਿਆਨ ਰੂਪੀ ਫਲ ਬਖਸ਼ਿਸ਼ ਕਰ ਦੇਣਾ ਕੀਤਾ। ਇਸ ਪ੍ਰਕਾਰ ਜਿਹੜੇ ਜਗਿਆਸਾ ਵਾਲੇ ਨੇ, ਸੰਸਾਰ ਦੇ ਮੋਹ ਨੂੰ ਤਿਆਗ ਕਰਕੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਸਤੇ ਨਾਮ ਦੇ ਅੰਦਰ ਹੀ ਆਪਣੇ ਹਿਰਦੇ ਦਾ ਹਿੱਤ ਲਾਉਂਦੇ ਨੇ, ਨੇਹੋ ਲਾਉਂਦੇ ਨੇ, ਪਿਆਰ ਲਾਉਂਦੇ ਨੇ, ਤੇ ਸਦਾ ਬੇਨਤੀਆਂ ਕਰਨਾ ਕਰਦੇ ਨੇ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਤੇ ਜਦੋਂ ਮਨ ਇਕਾਗਰ ਨਹੀਂ ਹੁੰਦਾ
ਫਿਰ ਬੇਨਤੀਆਂ ਕਰਦੇ ਨੇ ਗਰੀਬ ਨਿਵਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਮਨ ਇਕਾਗਰ ਹੈ ਨਾ ਉਹਨਾਂ ਨਾਲ ਮਿਲਾ ਦਿਓ। ਫਿਰ ਸੰਤਾਂ ਦੀ, ਮਹਾਤਮਾ ਦੀ, ਮਹਾਂਪੁਰਖਾਂ ਦੀ ਸੰਗਤ ਦੇ ਨਾਲ ਮਿਲ ਕਰਕੇ, ਸ਼ਰਨ ਵਿੱਚ ਪੈ ਕਰਕੇ, ਤਿੰਨਾਂ ਦੀ ਸਮਾਹਤ ਚਿੱਤ ਦੇ ਨਾਲ, ਨਿਮਰਤਾ ਦੇ ਨਾਲ ਸੇਵਾ ਕਰਦੇ ਨੇ। ਫਿਰ ਜਿਵੇਂ ਜਿਵੇਂ ਸੇਵਾ ਕਰਦੇ ਨੇ ਹਿਰਦਾ ਭਾਂਡਾ ਮਾਂਜਿਆ ਜਾਂਦਾ ਹੈ। ਸਾਧ ਸੰਗਤ ਜੀ, ਇਹ ਸੇਵਾ ਤੇ ਸਿਮਰਨ ਦੋ ਸਾਧਨ ਨੇ ਨਾ ਹਿਰਦੇ ਨੂੰ ਸ਼ੁੱਧ ਇਕਾਗਰ ਕਰਕੇ ਪ੍ਰਮਾਤਮਾ ਜੀ ਨਾਲ ਮਿਲਣ ਦੇ। ਜਿਵੇਂ ਭਾਂਡੇ ਵਿੱਚ ਦੁੱਧ ਪਾਉਣਾ ਹੋਵੇ, ਘਿਓ ਪਾਉਣਾ ਹੋਵੇ, ਪਦਾਰਥ ਪਾਉਣਾ ਹੋਵੇ ਤੇ ਪਹਿਲਾਂ ਭਾਂਡੇ ਨੂੰ ਮਾਂਜਿਆ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਦਾਹਰਣ ਦਿੰਦੇ ਨੇ ਨਾ, ਭਾਂਡਾ ਧੋਏ ਬੈਸ ਧੂਪ ਦੇਵਹੋ, ਤਾਉ ਦੂਧੈ ਕਉ ਜਾਵਹੋ, ਦੂਧ ਕਰਮ ਫੁਨ ਸੁਰਤ ਸਮਾਇਣ, ਹੋਏ ਨਿਰਾਸ ਜਮਾਵਹੋ, ਜਪਹੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਬਾਕੀ ਜਿਹੜੇ ਸਾਰੇ ਕੰਮ ਨੇ ਨਿਰਾਰਥਕ ਨੇ, ਨਿਹਫਲ ਨੇ। ਇਸ ਕਰਕੇ ਕੇਵਲ ਤਾਂ ਕੇਵਲ ਇੱਕ ਨਾਮ ਦਾ ਹੀ ਸਿਮਰਨ ਕਰਨਾ ਕਰੋ। ਤੇ ਸਾਧ ਸੰਗਤ ਜੀ, ਜਿਹੜੀ ਸੇਵਾ ਕਰਨੀ ਹੈ ਨਾ, ਹੱਥੀਂ ਸੇਵਾ ਕਰਨੀ ਹੈ, ਚਾਹੇ ਉਹ ਝਾੜੂ ਫੇਰਨ ਦੀ ਹੈ, ਚਾਹੇ ਚੌਰ ਸਾਹਿਬ ਦੀ ਹੈ, ਰੁਮਾਲੇ ਧੋਣ ਦੀ ਹੈ, ਪ੍ਰੈਸ ਕਰਨ ਦੀ ਹੈ, ਚਾਦਰਾਂ ਵਿਛਾਉਣ ਦੀ ਹੈ, ਦਰੀਆਂ ਝਾੜਨ ਦੀ ਹੈ, ਲੰਗਰ ਪਕਾਉਣ ਦੀ ਹੈ, ਵਰਤਾਉਣ ਦੀ ਹੈ, ਬਰਤਨ ਮਾਂਜਣ ਦੀ ਹੈ। ਜਿਹੜੀ ਵੀ ਸੇਵਾ ਪ੍ਰੇਮ ਦੇ ਨਾਲ ਕੀਤੀ ਜਾਵੇ, ਸੇਵਾ ਦੇ ਨਾਲ ਹਿਰਦਾ ਰੂਪੀ ਭਾਂਡਾ ਮਾਂਜਿਆ ਜਾਂਦਾ ਹੈ। ਤੇ ਹਿਰਦਾ ਰੂਪੀ ਭਾਂਡਿਆ ਮਾਂਜਿਆ ਜਾਵੇ ਤੇ ਫਿਰ ਨਾਮ ਰੂਪੀ ਪਦਾਰਥ ਇਸ ਦੇ ਅੰਦਰ ਟਿਕਦਾ ਹੈ। ਇਸ ਕਰਕੇ ਸੰਤਾਂ ਦੀ ਸੇਵਾ ਕਰਨੇ ਦਾ ਬਾਰ-ਬਾਰ ਜ਼ਿਕਰ ਆਉਂਦਾ ਹੈ। ਜਿਹੜੇ ਜੁੜੇ ਹੋਏ ਨੇ, ਨਾਮ ਦੇ ਰਸੀਏ ਨੇ, ਜੇ ਸੇਵਾ ਉਹਨਾਂ ਦੀ ਕੀਤੀ ਜਾਵੇ ਤੇ ਹਿਰਦਾ ਭਾਂਡਾ ਫਿਰ ਝਾਟੀ ਮਾਂਜਿਆ ਜਾਂਦਾ, ਛੇਤੀ ਸ਼ੁੱਧ ਹੋ ਜਾਂਦਾ। ਇਸ ਪ੍ਰਕਾਰ ਸੰਤ ਜਨਾਂ ਦੀ ਸੇਵਾ ਵਿੱਚ ਲੱਗ ਕਰਕੇ ਨਾਮ ਰੂਪੀ ਭਾਂਡੇ ਨੂੰ ਮਾਂਜਣਾ ਕਰਦੇ ਨੇ। ਫਿਰ ਸਤ ਸੰਗਤ ਵਿੱਚ ਬੈਠ ਕਰਕੇ ਜਪਣਾ ਕਰਦੇ ਨੇ, ਸਤਨਾਮ ਸ੍ਰੀ ਵਾਹਿਗੁਰੂ। ਇਹ ਨਾਮ ਰੂਪੀ ਪਦਾਰਥ ਫਿਰ ਹਿਰਦੇ ਵਿੱਚ ਪਾਉਂਦੇ ਨੇ। ਤੇ ਫਿਰ ਇਹ ਜਿਹੜਾ ਰਾਮ ਰਤਨ ਹੀਰੈ ਸੰਗ ਰਾਖ, ਜਦੋਂ ਹਿਰਦੇ ਦੇ ਅੰਦਰ ਵਸਾ ਕਰਕੇ ਰੱਖਦੇ ਨੇ, ਫਿਰ ਐਸਾ ਤੇਜ ਪ੍ਰਤਾਪ ਜਿਹੜਾ ਨਾਮ ਰਤਨ ਹਿਰਦੇ ਦੇ ਅੰਦਰ ਪ੍ਰਗਟ ਹੋ ਜਾਂਦਾ ਨਾ, ਫਿਰ ਕੋਈ ਛੁਪਾਉਣ ਦਾ ਯਤਨ ਵੀ ਕਰੇ ਤੇ ਛੁਪਦਾ ਨਹੀਂ। ਨਾਮ ਰਸੀਆ ਜਿਤਨਾ ਮਰਜੀ ਆਖੇ ਮੈਂ ਕੋਈ ਸੰਤ ਨਹੀਂ, ਮੈਂ ਸਾਧੂ ਨਹੀਂ, ਮੈਨੂੰ ਨਮਸਕਾਰ ਨਾ ਕਰੋ, ਪਰ ਰਤਨ ਲੁਕਾਇਆ ਲੁਕੈ ਨਾਹੀ, ਜੇ ਕੋ ਰੱਖੈ ਲੁਕਾਈ। ਜਿੰਨਾ ਮਰਜੀ ਲੁਕਾਉਣ ਦਾ ਯਤਨ ਕਰ ਲਓ, ਫੇਰ ਨਹੀਂ ਲੁਕਦਾ, ਫਿਰ ਤੇ ਪ੍ਰਗਟ ਹੋ ਹੀ ਆਉਂਦਾ ਹੈ। ਕਿਉਂਕਿ ਆਪਣੇ ਪਿਆਰਿਆਂ ਨੂੰ ਵਡਿਆਈ ਤੇ ਅਕਾਲ ਪੁਰਖ ਜੀ ਨੇ ਬਖਸ਼ਣੀ ਹੋਈ ਹੈ ਨਾ। ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਜਿਨ੍ਹਾਂ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨ ਪੂਜੇ ਨੇ, ਅਕਾਲ ਪੁਰਖ ਵਾਹਿਗੁਰੂ ਜੀ ਨੇ ਦੁਨੀਆ ਦੇ ਅੰਦਰ ਉਹਨਾਂ ਪੂਜਨ ਵਾਲਿਆਂ ਦੀ ਪੂਜਾ ਕਰਾ ਦਿੱਤੀ। ਐਸਾ ਪਾਵਨ ਸ਼ੁਭ ਉਪਦੇਸ਼ ਹਿਰਦੇ ਦੇ ਅੰਦਰ ਗਰੀਬੀ ਨਿਮਰਤਾ ਧਾਰਨ ਕਰਕੇ, ਵਾਹਿਗੁਰੂ ਜੀ ਦੇ ਨਾਮ ਨੂੰ ਜਪਣੇ ਦਾ, ਹਿਰਦੇ ਦੇ ਪਿਆਰ ਕਰਕੇ ਉਚਾਰਨੇ ਦਾ, ਜਪਣੇ ਦਾ, ਅਰਾਧਨੇ ਦਾ, ਧਿਆਉਣੇ ਦਾ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕਰਨਾ ਕੀਤਾ। ਤੇ ਫਰਮਾਨ ਹੈ, ਨਿਕਸਰੇ ਪੰਖੀ ਹੈ ਜੀਵ ਰੂਪੀ ਪੰਛੀ, ਨਿਕਲਿਆ ਮੂੰਹ ਦੇ ਚਿੱਕੜ ਵਿੱਚੋਂ, ਖੰਭ ਤੇਰੇ ਕੋਲ ਦੋ ਨੇ, ਇੱਕ ਗੁਰ ਪਰਮੇਸ਼ਰ ਜੀ ਦੀ ਸ਼ਰਨ ਵਿੱਚ ਪੈ ਕਰਕੇ ਸਦਾ ਸਮਾਹਿਤ ਚੇਤੋ ਕਰਕੇ ਰਹਿਣਾ, ਤੇ ਇੱਕ ਸਿਮਰਨ ਕਰਨਾ। ਦੋ ਤੇਰੇ ਖੰਭ ਨੇ। ਤੇ ਮਹਾਰਾਜ ਖੰਭ ਹੁੰਦਿਆਂ ਵੀ ਉੱਡਿਆ ਨਹੀਂ ਜਾਂਦਾ। ਤੇ ਹਜ਼ੂਰ ਫਰਮਾਨ ਕਰਦੇ ਨੇ, ਫਿਰ ਬੇਨਤੀਆਂ ਕਰ, ਨਾਮ ਰਤਨ ਹਿਰਦੇ ਵਿੱਚ ਟਿਕ ਗਿਆ ਤੇ ਉਸ ਦੀ ਸ਼ਕਤੀ ਸਤਿਗੁਰੂ ਜੀ ਨੇ ਐਸੀ ਬਰਕਤ ਪਾ ਦੇਣੀ ਏ, ਅਥਾਹ ਬਲ ਆ ਜਾਵੇਗਾ ਬ੍ਰਹਮ ਗਿਆਨ ਦਾ। ਫਿਰ ਸੰਸਾਰ ਵਿਕਾਰ ਦੇ ਸੰਸਿਆਂ ਦੇ ਵਿੱਚ ਡੁੱਬਦਾ ਬ੍ਰਹਮ ਗਿਆਨੀ ਨਹੀਂ ਡੁੱਬਦਾ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਦਾ ਕੌਣ ਹੈ ਜੀ? ਤਰਿਓ ਬ੍ਰਹਮ ਗਿਆਨੀ ਸਫਲ ਸਵੇਰਾ। ਜਦੋਂ ਬ੍ਰਹਮ ਗਿਆਨ ਦਾ ਫਲ ਤੇਰੇ ਹਿਰਦੇ ਵਿੱਚ ਪ੍ਰਾਪਤ ਹੋ ਗਿਆ ਤਾਂ ਵੇਲਾ ਮਨੁੱਖਾ ਜਨਮ ਰੂਪੀ ਵੇਲਾ ਤੇਰਾ ਸਫਲਾ ਹੋ ਜਾਵੇਗਾ। ਇਹ ਪਾਵਨ ਉਪਦੇਸ਼ ਬੇਅੰਤ ਉਕਤੀਆਂ ਜੁਗਤੀਆਂ ਦੇ ਸਹਿਤ ਪ੍ਰਮਾਣ ਰੂਪਕ ਅਲੰਕਾਰ ਬਣ ਕਰਕੇ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਖਸ਼ਿਸ਼ ਕਰਨਾ ਕੀਤਾ ਹੈ। ਸਮਰੱਥ ਸਤਿਗੁਰੂ ਜੀ ਦੀ ਅਗਾਧ ਬੋਧ ਗੁਰਬਾਣੀ ਦੀ ਤੁਛ ਜੀ ਮਤ ਦੇ ਨਾਲ, ਹੋਸ਼ੀ ਜੀ ਮਤ ਦੇ ਨਾਲ, ਸੀਮਤ ਜੇ ਸਮੇਂ ਦੇ ਅੰਦਰ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋਣੀਆਂ ਸੁਭਾਵਕ ਨੇ। ਸਾਧ ਸੰਗਤ ਜੀ ਬੇਅੰਤ ਗੱਲਾਂ ਬਚਨ ਕਰਦਿਆਂ ਬੇਅੰਤ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਗਰੀਬ ਨਿਵਾਜ ਸਤਿਗੁਰੂ ਤਖਤਾਂ ਤੇ ਸੁਭਾਇਮਾਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਯੋਗ ਹੋ, ਕਿਰਪਾਲਤਾ ਕਰਕੇ ਬਖਸ਼ ਲਵੋ ਜੀ। ਸਤਿਗੁਰੂ ਜੀ ਦੀ ਸੰਗਤ ਖਿਮਾ ਬਖਸ਼ਣੇ ਦੇ ਯੋਗ ਆ, ਕਿਰਪਾ ਕਰਕੇ ਬਖਸ਼ ਲਵੋ। ਅੱਗੇ ਵਾਸਤੇ ਸਮਤ ਬਖਸ਼ੋ ਜੀ। ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤਮਈ ਉਪਦੇਸ਼ਾਂ ਨੂੰ, ਬਚਨਾਂ ਨੂੰ, ਪ੍ਰਵਚਨਾਂ ਨੂੰ ਕਲਿਆਣਕਾਰੀ ਜਾਣ ਕੇ, ਭਲਾ ਕਰਤਾ ਜਾਣ ਕੇ, ਸੰਸਾਰ ਤੋਂ ਉਧਾਰ ਕਰਤਾ ਜਾਣ ਕੇ, ਜੰਮਣ ਮਰਨ ਦੀਆਂ ਫਾਈਆਂ ਨੂੰ ਕੱਟਣ ਵਾਲੇ ਜਾਣ ਕਰਕੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਨਾ, ਜਿਸ ਦੇ ਨਾਲ ਸਾਡਾ ਸਾਰਿਆਂ ਦਾ ਪੜਿਆ ਸੁਣਿਆ ਕਥਨ ਕੀਤਾ ਸਫਲਾ ਹੋਏ ਥਾਂ ਪੈ ਜਾਵੇ। ਸਤਿਗੁਰੂ ਜੀ ਦੀ ਸਨਮੁਖਤਾ ਪ੍ਰਾਪਤ ਹੋਵੇ। ਪਾਵਨ ਗੁਰੂ ਉਪਦੇਸ਼ ਦੀਆਂ ਅਖੀਰਲੀਆਂ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਸੰਤ ਪ੍ਰਸਾਦ ਗਾਏ ਗੁਣ ਸਾਗਰ,
जन्म जन्म को जात बहोरा आनंद सुख भेटत हर नानक जन्म कृतार्थ सफल सवेरा। वाहिगुरु जी का खालसा वाहिगुरु जी की फतेह। हे अच्युत हे पार ब्रह्म अविनाशी अगनास हे पूरन हे सर्ब मैं दुख पंजन गुणतास हे संगी हे निरंकार हे निर्गुण सब टेक हे गोविंद